बेटी ਨੂੰ ਬਚਾਉਣ ਲਈ ਕੀ ਕੁਝ ਕਰ ਸਕਦਾ ਹੈ। ਮੈਂ ਕੁਝ ਵੀ ਕਰ ਸਕਦਾ ਬਾਈ। ਤੁਸੀਂ ਜਿਵੇਂ ਇਹ ਮੂਵੀ ਪੂਰਨਾ ਡਾਇਰੈਕਟ ਵੀ ਕੀਤੀ ਹੈ, ਉਸ 'ਚ ਐਜ਼ ਐਕਟਰ ਵੀ ਕੰਮ ਕਰ ਰਹੇ ਹੋ, ਮਿਊਜ਼ਿਕ 'ਚ ਵੀ ਤੁਸੀਂ ਕੰਮ ਕੀਤਾ ਹੈ ਜੀ। ਕੋਈ ਇਨਸੀਡੈਂਟ ਹੈ ਜੋ ਰੀਅਲ ਲਾਈਫ ਤੋਂ ਇਨਸਪਾਇਰ ਹੋ ਕੇ ਪਾਇਆ? ਮੇਰੇ ਗਾਣੇ had everything had and I asked my daughter, I said, is love not for me? He said, Dad, doesn't matter what happened, but I love you, and please, I have one request, you never dies in your movies. ਕੁੜੀ ਹੋਣ ਤੋਂ ਬਾਅਦ ਮਤਲਬ ਤੁਹਾਡੀ ਲਾਈਫ 'ਚ ਵੀ ਚੇਂਜ ਆਇਆ? ਸਾਰੇ ਟਰਸਟ ਟੁੱਟ ਜਾਂਦੇ ਨੇ, ਫਿਰ ਤੁਹਾਨੂੰ ਇੱਕ ਰਿਸ਼ਤਾ ਯਾਦ ਆਉਂਦਾ ਆ, your daughter is like mother, you like sister. ਸਾਰੇ ਕਹਿੰਦੇ ਨੇ ਕਿ ਵੱਖਰੀ ਮੂਵੀ ਕਰਨੀ ਆ ਨਾ, ਤੇ ਨਵੇਂ ਬੰਦੇ ਤੇ ਬਿਲਕੁਲ ਰਿਸਕ ਨਹੀਂ ਲੈਂਦੇ, ਉਹ ਤੇ ਉਹੀ ਬਣਾਉਂਦੇ ਨੇ ਜੋ ਚੱਲ ਰਿਹਾ ਹੁੰਦਾ, ਪਰ ਮੈਂ ਰਿਸਕ ਲੈ ਰਿਹਾ। ਕਿੰਨੇ ਗਾਣੇ ਕੀਤੇ ਸੀ, ਚੱਲ ਗਏ, ਸੁਣ ਲਏ ਲੋਕਾਂ ਨੇ, ਹੁਣ ਮੈਂ ਕੀ ਕਰ ਰਿਹਾ, ਦੈਟਸ ਦ ਮੈਟਰ। ਬੇਸਿਕਲੀ ਇੱਕ ਫਾਦਰ ਡਾਟਰ ਦਾ ਬੌਂਡ ਆ, ਇੱਕ ਲੋਕਾਂ ਦੀ ਸੱਚਾਈ ਹੈ ਇਹਦੇ ਵਿੱਚ, ਐਂਡ ਇਹਦੇ ਵਿੱਚ ਇੱਕ ਮੋਟੀਵੇਸ਼ਨ ਆ ਕਿ ਜ਼ਿੰਦਗੀ ਜੋ ਮਰਜ਼ੀ ਹੋਵੇ ਗਿਵ ਅਪ ਨਹੀਂ ਕਰਨਾ। ਅੱਜ ਵੈਸੇ ਤੁਹਾਡੇ ਸਾਹਮਣੇ ਕੋਈ ਵਧੀਆ ਕੰਟੈਂਟ ਬਣਾ ਰਿਹਾ ਪੰਜਾਬ 'ਚ? ਪੰਜਾਬ ਤੇ ਟੈਲੈਂਟ ਨਾਲ ਭਰਿਆ ਹੋਇਆ ਭਾਜੀ। ਲੈਂਗੁਏਜ ਨੇ ਫਿਲਮ ਨਹੀਂ ਚਲਾਉਣੀ, ਕੰਟੈਂਟ ਨੇ ਚੱਲਣਾ ਹੁੰਦਾ ਜੀ। ਕਿਆ ਕੋਈ ਕੰਪਨੀ ਕਿਸੇ ਨਿਊ ਆਰਟਿਸਟ ਦਾ ਜਾਂ ਆਰਟਿਸਟ ਦਾ ਕਰੀਅਰ ਖਰਾਬ ਕਰ ਸਕਦੀ ਹੈ? ਤੁਸੀਂ ਭਾਜੀ ਅੰਬਾਨੀ ਦਾ ਮੁਕੱਦਰ ਚੇਂਜ ਕਰ ਸਕਦੇ ਇੱਥੇ ਬੈਠੇ? ਨਹੀਂ, ਅੰਬਾਨੀ ਤੁਹਾਡਾ ਵੀ ਨਹੀਂ ਕਰ ਸਕਦਾ ਆਰਟਿਸਟਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਜੀ। ਜਿਹੜੇ ਨਵੇਂ ਹੁੰਦੇ, ਸਪੈਸ਼ਲੀ ਉਹਨਾਂ ਦਾ ਤਾਂ ਜੀ ਉਡਾਉਣਾ ਚਾਹੀਦਾ। ਅੜਾ ਲਓ, ਉਹਨੇ ਬੋਲਣਾ ਹੀ ਨਹੀਂ। ਇਟ ਮੀਨਸ ਤੁਸੀਂ ਉਸ ਮਜਬੂਰ ਬੰਦੇ ਦਾ ਮਜ਼ਾਕ ਉਡਾ ਰਹੇ ਹੋ, ਅਗਰ ਉਹਦੇ ਦਿਲ 'ਚੋਂ ਹੰਝੂ ਨਿਕਲ ਗਿਆ, ਅੱਖ 'ਚੋਂ ਨਿਕਲ ਗਿਆ, ਉਹ ਭੁਗਤਣਾ ਪਊਗਾ, ਕਨਫਰਮ ਆ। ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਕਹਿਣ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਹੋਇਆ। ਜਦੋਂ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਤੇਰੇ ਗਾਣੇ ਤੇ ਬਹੁਤ ਵੱਡੇ ਹੋ ਗਏ ਪਰ ਤੂੰ ਨਹੀਂ ਕਦੇ ਵੱਡਾ ਹੋਇਆ, ਐਂਡ just always thinking and taking wrong medicines and all stuff, taking a medicine, taking alcohol and all was done all the time. ਲੋਕਾਂ ਨੂੰ ਨਹੀਂ ਪਤਾ ਹੁੰਦਾ ਕਈ ਗੱਲਾਂ ਦਾ ਭਾਜੀ। ਇੰਡਸਟਰੀ ਦੇ ਵਿੱਚ ਰਿਲੇਸ਼ਨ ਬਣਾਉਣੇ ਚਾਹੀਦੇ। I'm sorry but ਇਸ ਇੰਡਸਟਰੀ ਦੇ ਵਿੱਚ ਨਹੀਂ। ਤੁਸੀਂ ਜਿਵੇਂ ਇਹ ਮੂਵੀ ਪੂਰਨਾ ਡਾਇਰੈਕਟ ਵੀ ਕੀਤੀ ਹੈ, ਉਸ 'ਚ ਐਜ਼ ਐਕਟਰ ਵੀ ਕੰਮ ਕਰ ਰਹੇ ਹੋ, ਮਿਊਜ਼ਿਕ 'ਚ ਵੀ ਤੁਸੀਂ ਕੰਮ ਕੀਤਾ ਹੈ ਜੀ। ਕਿਉਂਕਿ ਡਾਇਰੈਕਟਰਸ ਅਸੀਂ ਪਹਿਲੇ ਵੀ ਗੱਲ ਕੀਤੀ ਸੀ ਡਾਇਰੈਕਟਰ ਨਾਲ, ਉਹ ਕਹਿੰਦੇ ਅਸੀਂ ਰੀਅਲ ਲਾਈਫ ਤੋਂ ਕਈ ਇਨਸੀਡੈਂਟਸ ਇੰਸਪਾਇਰ ਹੋ ਕੇ ਮੂਵੀ 'ਚ ਪਾਏ ਜੀ। ਤੁਸੀਂ ਵੀ ਮੂਵੀ 'ਚ ਕੋਈ ਇਨਸੀਡੈਂਟ ਹੈ ਜੋ ਰੀਅਲ ਲਾਈਫ ਤੋਂ ਇੰਸਪਾਇਰ ਹੋ ਕੇ ਪਾਇਆ, ਕੋਈ ਡਾਇਲੋਗ ਔਰ ਐਨੀਥਿੰਗ? ਯੈਸ, ਬਿਕੋਜ਼ ਜ਼ਿੰਦਗੀ ਦੇ ਵਿੱਚ ਨਾ ਕੋਈ ਤੁਹਾਨੂੰ ਪਿਆਰ ਕਰੇ ਨਾ ਕਰੇ, ਐਂ ਜਿਹੜੀਆਂ ਧੀਆਂ ਹੁੰਦੀਆਂ ਨਾ, ਆਪਣੇ ਫਾਦਰ ਨੂੰ ਜਿਹੜਾ ਪਿਆਰ ਕਰਦੀਆਂ ਨੇ, ਉਹ ਕੋਈ ਨਹੀਂ ਕਰ ਸਕਦਾ। ਸਮ ਟਾਈਮ ਇਜ਼ ਰਿਲੇਸ਼ਨਸ ਡਜ਼ਨਟ ਵਰਕ ਆਊਟ, ਤੁਹਾਡੀ ਵਾਈਫ ਨਾਲ ਨਹੀਂ ਬਣਦੀ, ਤੁਹਾਡੇ ਪਾਰਟਨਰ ਨਹੀਂ ਬਣਦੀ, ਇਟਸ ਟੋਟਲੀ ਡਿਫਰੈਂਟ ਥਿੰਗਸ। ਲੇਕਿਨ ਦੋ ਚੀਜ਼ਾਂ ਜ਼ਿੰਦਗੀ 'ਚ ਚੇਂਜ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦੀ ਰਿਸਪੈਕਟ ਆਲਵੇਜ਼ ਹੋਣੀ ਚਾਹੀਦੀ ਆ। ਇੱਕ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਹੈ, ਐਂਡ ਇੱਕ ਉਹ ਜਿਨ੍ਹਾਂ ਨੂੰ ਤੁਸੀਂ ਪੈਦਾ ਕੀਤਾ। So in personal life, sometime is in my life is loves and all maybe doesn't work, but ਪਿਆਰ ਤੁਹਾਨੂੰ ਕਿਤੋਂ ਮਿਲ ਸਕਦਾ ਹੈ। ਆ ਮੇਰਾ ਵੀਰਾ ਬੈਠਾ ਮੁਕੇਸ਼ ਭਾਜੀ, ਸੱਚੀ ਦਿਲ ਨਾਲ ਪਿਆਰ ਕਰਦੇ ਆ। ਮੇਰੀ ਭੈਣ ਬੈਠੀ ਹੈ, ਡਾਟਰ ਆ, ਹੈ ਨਾ। ਰਿਸ਼ਤਿਆਂ ਦੀ ਕਮੀ ਨਹੀਂ ਹੁੰਦੀ ਦੁਨੀਆ ਦੇ ਵਿੱਚ, ਰਿਸ਼ਤਿਆਂ ਦੀ ਕਮੀ ਨਹੀਂ ਹੁੰਦੀ। ਉਹ ਤੁਹਾਨੂੰ ਪਰਖਣੇ ਹੋਣੇ ਚਾਹੀਦੇ ਆ, ਉਹ ਸੱਚੇ ਹੋਣੇ ਚਾਹੀਦੇ। ਇੱਕ ਡਾਇਲੋਗ ਬਹੁਤ ਸੋਹਣਾ ਇਸ 'ਚ, ਕਹਿੰਦੇ ਕਿ ਫਾਦਰ, ਮੈਨੂੰ ਪੂਰਾ ਨਹੀਂ ਯਾਦ, ਕਿਵੇਂ ਵੀ ਹੋਵੇ ਆਪਣੀ ਡਾਟਰ ਲਈ ਉਹ ਹੀਰੋ ਹੀ ਹੁੰਦਾ ਹੈ। ਯਾ ਲੋਕੀ ਕਹਿਣ ਲੱਗ ਪੈਂਦੇ ਨੇ ਕਿ ਜੋ ਐਕਟਰ ਕੋਈ ਗੱਲ ਕਰਦਾ, ਸਿੰਗਰ ਗੱਲ ਕਰਦਾ ਨਾ, ਕਿ ਇਹ ਐਕਟਿੰਗ ਕਰ ਰਿਹਾ, ਬਣਾ ਕੇ ਗੱਲ ਕਰ ਰਿਹਾ। ਕਿਸੇ ਦਾ ਨਾ ਜੀਵਨ ਜਿਹੜਾ ਹੁੰਦਾ ਬਚਪਨ ਤੋਂ ਲੈ ਕੇ ਐਂਡ ਹੁਣ ਤੱਕ ਲਾ ਲਓ, ਉਹ ਨਾ ਡਰ 'ਚ ਰਹੇ ਹੁੰਦੇ ਨੇ, ਕਿ ਟਰੋਮਾ 'ਚ ਰਹੇ ਹੁੰਦੇ ਨੇ। ਓਕੇ, ਉਹਨਾਂ ਦਾ ਇੱਕ ਕਾਰਨਰ ਜਿਹੜਾ ਦਿਲ ਦਾ ਹੈ ਨਾ, ਜਿੱਦਾਂ ਦੀ ਮੇਰੀ ਨੇਚਰ ਆ, ਕਈ ਨੇਚਰ ਸਟਰੋਂਗ ਹੁੰਦੀ ਆ, ਆਈ ਐਮ ਸੈਂਸਿਟਿਵ, ਇੱਕ ਖੁੰਝਾ ਭਾਜੀ ਪਿਆਰ ਦਾ ਨਾ ਖਾਲੀ ਰਹਿੰਦਾ ਆ। ਰਿਸ਼ਤੇ ਟੁੱਟ ਜਾਂਦੇ ਨਹੀਂ, ਬਣਦੇ ਨਹੀਂ, ਐਂਡ ਦੇ ਆਲਵੇਜ਼ ਲੁਕਿੰਗ ਫॉर ਲਵ, ਰਿਲੇਸ਼ਨਸ ਐਂਡ ਆਲ, ਐਂਡ ਵੈਨ ਯੂ that mode, you always trust in a wrong person. If you trust in a wrong person, again ਉਹਨਾਂ ਨੇ ਤੁਹਾਡੀ ਇਮੋਸ਼ਨ ਨਾਲ ਖੇਲ ਜਾਣਾ, ਐਂਡ ਸਾਰੇ ਕਹਿ ਦੇਣਗੇ ਉਹ ਯਾਰ ਤੀਏ ਦਿਨ ਕਿਸੇ ਨੂੰ ਪਿਆਰ ਹੋ ਜਾਂਦਾ, ਫਲਾਣਾ ਹੋ ਜਾਂਦਾ। ਉਹ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਹੈਬਿਟ ਆ। ਉਹ ਕਈ ਇਨਸਾਨ ਹੁੰਦੇ ਨੇ ਕਿ ਉਹਨਾਂ ਦੀ ਪ੍ਰੈਜ਼ੈਂਸ ਨੂੰ ਸਾਰੇ ਗ੍ਰਾਂਟਡ ਲੈ ਲੈਂਦੇ ਨੇ, ਬਿਕੋਜ਼ ਉਹ ਬਾਈ ਨੇਚਰ ਉੱਦਾਂ ਦੇ ਨੇ।
ਹੂੰ ਕਈ ਇਨਸਾਨ ਬਹੁਤ ਸਾਰਿਆਂ ਦੇ ਦੋਸਤ ਹੋਣਗੇ ਜਿਨ੍ਹਾਂ ਦੇ ਨੇਚਰ 'ਚ ਨਾ ਜਿਹੜਾ ਬੰਦਾ ਵਿਚਾਰਾ ਸੁਣਦਾ ਰਹੂਗਾ ਗੱਲ ਕਿ ਹਾਂਜੀ ਹਾਂਜੀ ਉਹਨੂੰ ਕਹਿਣਗੇ ਉਹ ਤੂੰ ਬਹਿ ਆਰਾਮ ਨਾਲ ਇੱਥੇ ਇਹ ਤਾਂ ਆਪਣਾ ਦੋਸਤ ਆ ਤੂੰ ਬਹਿ ਜਾ ਐਂਡ ਜਿਹੜੇ ਹੋਣਗੇ ਸ਼ੂਟਿੰਗ ਦੀ ਗੱਲ ਲਾ ਲਓ ਵੀ ਅਰਬ ਜੇ ਆ ਉਹ ਯਾਰ ਉਹਨੂੰ ਛੇਤੀ ਨਿਬੇੜੋ ਵਾਏ ਜਿਹੜਾ ਤੁਹਾਡਾ ਕਰਦੇ ਆ ਜਿਹੜੇ ਤੁਹਾਡੇ ਵੱਲ ਨੇ ਉਹਨਾਂ ਨੂੰ ਪ੍ਰੈਫਰੈਂਸ ਕਿਉਂ ਨਹੀਂ ਤੁਹਾਨੂੰ ਤਾਂ ਉਹਨਾਂ ਨਾਲ ਜ਼ਿਆਦਾ ਪਿਆਰ ਕਰਨਾ ਚਾਹੀਦਾ ਨਾ ਤੁਸੀਂ ਉਹਨਾਂ ਨੂੰ ਕਿਉਂ ਗਰੰਟਰ ਲੈਂਦੇ ਹੋ ਜਿਹੜੇ ਤੁਹਾਡੀ ਇੱਕ ਵਾਸਤੇ ਆ ਜਾਂਦੇ ਆ ਸੋ ਆਲ ਅਬਾਊਟ ਇਜ਼ ਦੈਟਸ ਵਾਈ ਆ ਮੂਵੀ ਆ ਜਿਹੜੀਆਂ ਧੀਆਂ ਨੇ ਉਹ ਮਤਲਬ ਜਿੰਨਾ ਉਹ ਕਰਦੀਆਂ ਨੇ ਨਾ ਮੇਰੀਆਂ ਦੋਨੋਂ ਭੈਣਾਂ ਆ ਉਹਨਾਂ ਨੇ ਮੇਰੇ ਤੋਂ ਵੀ ਵੱਧ ਮੇਰਾ ਕੀਤਾ ਮੇਰੇ ਮਾਪੇ ਦਾ ਕੀਤਾ ਅੱਜ ਵੀ ਆਪਣੇ ਬੱਚਿਆਂ ਨਾਲ ਜ਼ਿਆਦਾ ਮੈਨੂੰ ਪਿਆਰ ਕਰਦੀਆਂ ਨੇ ਸੋ ਇੱਕ ਬੌਂਡ ਸੀਗਾ ਇਹ ਮੇਰਾ ਨਹੀਂ ਇੱਕ ਹਰੇਕ ਉਹ ਫਾਦਰ ਇੱਕ ਜਿਹੜੀ ਧੀ ਆ ਉਹਨੂੰ ਫਰਕ ਨਹੀਂ ਪੈਂਦਾ ਕਿ ਉਹਦਾ ਫਾਦਰ ਕਰੋੜਾਪਤੀ ਆ ਉਹਦਾ ਫਾਦਰ ਮੈਂ ਇੱਕ ਰਿਕਸ਼ੇ ਵਾਲਾ ਇਹਦੇ ਵਿੱਚ ਉਹਦੇ ਲਈ ਤੂੰ ਹੀ ਹੀਰੋ ਆ ਨਾ ਰਾਈਟ ਉਹ ਮਿਲਾਵਟ ਹੈ ਨਹੀਂ ਕਿ ਪਿਆਰ 'ਚ ਸੋ ਮੇਰਾ ਇਹੀ ਕਹਿਣਾ ਹੈ ਕਿ ਕੋਈ ਵੀ ਰਿਲੇਸ਼ਨ ਹੋਵੇ ਤੁਸੀਂ ਉਹਦੇ ਵਿੱਚ ਚਲਾਕੀ ਨਾ ਕਰੋ ਅਗਰ ਨਹੀਂ ਬਣਦੀ ਛੱਡ ਦਿਓ ਹੈ ਨਾ ਉਹਨੂੰ ਇੱਦਾਂ ਨਾ ਕਰੋ ਕਿ ਇਹਦੀ ਇਮੋਸ਼ਨਸ ਨਾ ਖੇਲੋ ਝੂਠ ਨਾ ਬੋਲੋ ਜੋ ਸੱਚ ਹੈ ਉਹਨੂੰ ਸੱਚ ਰੱਖੋ ਐਂਡ ਦੈਟਸ ਆਲ ਥਿੰਗ ਭਾਜੀ ਵੈਸੇ ਜਨਰਲੀ ਮੈਂ ਸੁਣਿਆ ਕਾਫੀ ਵਾਰੀ ਨਾ ਕੁੜੀ ਹੋਣ ਤੋਂ ਬਾਅਦ ਲਾਈਫ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਕਾਫੀ ਚੇਂਜ ਹੁੰਦੇ ਨੇ ਹੈ ਨਾ ਜੀ ਮੂਵੀਜ਼ ਆਲ ਅਬਾਊਟ ਅਗੇਨ ਹੈ ਨਾ ਰਿਲੇਸ਼ਨਸ਼ਿਪ ਮੈਂ ਉੱਦਾਂ ਪੁੱਛ ਰਿਹਾ ਐਜ਼ ਐਨ ਫਾਦਰ ਹੈ ਨਾ ਕੁੜੀ ਹੋਣ ਤੋਂ ਬਾਅਦ ਮਤਲਬ ਤੁਹਾਡੀ ਲਾਈਫ 'ਚ ਵੀ ਚੇਂਜ ਆਇਆ ਮਤਲਬ ਐਜ਼ ਐਨ ਮੈਂਟਲ ਯਾਨੀ ਕਿ ਬਹੁਤ ਮੈਂਟਲੀ ਬਹੁਤ ਹੁੰਦੇ ਨੇ ਉਹ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਨਾ ਮੈਂ ਬਚਪਨ ਤੋਂ ਤਾਂ ਕੰਮ ਕਰੀ ਜਾਂਦਾ ਸਟਾਰਟ ਮੈਂ ਸਟਰਗਲ ਇੰਨਾ ਕੁ ਲਾਈਫ 'ਚ ਰਿਹਾ ਨਾ ਇੰਨਾ ਕੁ ਲਾਈਫ 'ਚ ਰਿਹਾ ਬਟ ਆਈ ਨੈਵਰ ਗਿਵ ਅਪ ਕਦੇ ਗਿਵ ਅਪ ਨਹੀਂ ਕਰਨਾ ਜਦੋਂ ਤੱਕ ਮੇਰਾ ਲਾਸਟ ਸਾਹ ਆਇਆ ਨਾ ਰੱਬ ਲਈ ਜਾਵੇ ਜਿੰਨੇ ਹਮ ਤੇ ਆਮ ਰੈਡੀ ਮਿਹਨਤ ਕਰਨੋਂ ਨਹੀਂ ਹਟਣਾ ਹੈਗਾ ਲੇਕਿਨ ਉਹ ਇੱਕ ਹੁੰਦਾ ਕਿ ਅਗੇਨ ਸੇਮ ਗੱਲ ਕਿ ਨੇਚਰ ਇੱਦਾਂ ਦੀ ਆ ਕਿ ਜਦੋਂ ਲੱਗਦਾ ਨਾ ਕਿ ਯੂ ਟਰਸਟ ਐਨੀਬਡੀ ਤਾਂ ਸਾਰੇ ਟਰਸਟ ਟੁੱਟ ਜਾਂਦੇ ਨੇ ਫਿਰ ਤੁਹਾਨੂੰ ਇੱਕ ਰਿਸ਼ਤਾ ਯਾਦ ਆਉਂਦਾ ਆ ਯੂ daughter is like mother you like sister ਮੈਂ ਕੁੜੀਆਂ ਦੀ ਰਿਸਪੈਕਟ ਬਹੁਤ ਕਰਦਾ ਮੇਰੀਆਂ ਦੋਸਤ ਜਿੰਨੀਆਂ ਵੀ ਕੁੜੀਆਂ ਨੇ ਜਾਂ ਮੇਰੇ ਕੋ ਆਰਟਿਸਟ ਕੁੜੀਆਂ ਨੇ ਨਾ ਮੈਨੂੰ ਰਿਸਪੈਕਟ ਬਹੁਤ ਜ਼ਰੂਰੀ ਹੁੰਦੀ ਆ ਕਿ ਮੈਨੂੰ ਹੁੰਦਾ ਕਿ ਓਕੇ ਰਿਸਪੈਕਟ ਉਹਨਾਂ ਦੀ ਇੰਪੋਰਟੈਂਟ ਆ ਬਿਕਾਜ਼ ਆਈ ਹੈਵ ਡਾਟਰ ਟੂ ਉਹ ਚੇਂਜ ਆ ਜਾਂਦੇ ਨੇ ਐਂਡ ਐਂਡ ਆਫ ਦਾ ਡੇ ਵਨਸ ਅਗੇਨ ਕਿ ਉਹੀ ਆ ਕਿ ਤੁਸੀਂ ਬਾਈ ਨੇਚਰ ਇੱਦਾਂ ਦੇ ਹੋ ਹਰੇਕ ਇਨਸਾਨ ਨੂੰ ਭਾਜੀ ਜਿੰਨਾ ਮਰਜ਼ੀ ਕੋਈ ਝੂਠ ਬੋਲ ਲੇ ਕੈਮਰੇ ਤੇ ਆ ਕੇ ਓਨੈਸਟਲੀ ਆਮ ਟੈਲਿੰਗ ਯੂ ਵਨ ਕਾਈਂਡ ਆਫ ਪਰਸਨ ਇਜ਼ ਵੈਰੀ ਸਟਰੋਂਗ ਜਿੰਨੇ ਆਪਾਂ ਕਹਿੰਦੇ ਆ ਨਾ ਕਿ ਕੋਈ ਯਕੀਨ ਨਹੀਂ ਕਰਦੇ ਹੈਗੇ ਕਿ ਫਲਾਨਾ ਉਹ ਆ ਫਲਾਨੇ ਦੀ ਰਾਸ਼ੀ ਉਹ ਆ ਬਟ ਇਜ਼ ਵਰਕਸ ਤੁਸੀਂ ਕਿਸੇ ਨੂੰ ਨਾ ਮੰਨੋ ਕਿਸੇ ਨੂੰ ਨਾ ਕਰੋ ਬਟ ਤੁਸੀਂ ਆਪਣੀ ਕਦੇ ਰਾਸ਼ੀ ਕੱਢਿਓ ਐਗਜ਼ਾਮਪਲ ਦੇ ਰਿਹਾ ਮੈਂ ਐਂਡ ਵੈਨ ਯੂ ਬੋਰਨ ਐਂਡ ਉਹਨੂੰ ਤੁਸੀਂ ਗੂਗਲ 'ਤੇ ਪੜ੍ਹਿਓ ਕਿਸੇ ਕੋ ਨਹੀਂ ਜਾਣਾ ਐਂਡ ਆਪਣੇ ਆਪ ਨੂੰ ਕੁਐਸਚਨ ਕਰਿਓ ਤੁਸੀਂ ਕਹਿਣਾ ਯਾਰ ਸੁਭਾਅ ਤਾਂ ਮੇਰਾ ਇੱਦਾਂ ਦਾ ਹੀ ਆ ਸੋ ਬਾਈ ਨੇਚਰ ਬਿਹੇਵੀਅਰ ਯੂ ਕੈਨ ਚੇਂਜ ਅਕੋਰਡਿੰਗ ਟੂ ਸਿਚੁਏਸ਼ਨ ਬਟ ਨੇਚਰ ਯੂ ਕੈਨ ਚੇਂਜ ਸੋ ਬਾਈ ਨੇਚਰ ਬੰਦਾ ਨਹੀਂ ਚੇਂਜ ਹੁੰਦਾ ਸੋ ਉਹ ਕਰਕੇ ਜਿੰਨਾ ਮਰਜ਼ੀ ਆਪਾਂ ਰਿਚ ਹੋ ਜਾਈਏ ਕੁਛ ਹੋ ਜਾਈਏ ਪੈਸਾ ਵੀ ਕਦ ਤੱਕ ਸਾਥ ਦਊਗਾ end of the day you need someone you can talk you need someone you can share your happiness your sadness you know anything you're inside you can just throw out need somebody ਉਹ ਲਈ ਟੈਗ ਨਹੀਂ ਹੁੰਦਾ ਰਾਈਟ ਕਿ ਇਹਨੂੰ ਗਰਲਫ੍ਰੈਂਡ ਦਾ ਟੈਗ ਦੇ ਦਿਓ ਐਂਡ ਜਿੱਥੇ ਟੈਗ ਆ ਗਏ ਉੱਥੇ ਪਿਆਰ ਨਹੀਂ ਹੁੰਦਾ ਮੇਰੀ ਪਰਿਭਾਸ਼ਾ ਦੇ ਵਿੱਚ ਆਈ ਲਵ ਯੂ ਦਾ ਮਤਲਬ ਬਹੁਤ ਉੱਪਰ ਆ ਭਾਜੀ ਰੈਂਡਮਲੀ ਕਿਸੇ ਨੂੰ ਵੀ 10 ਦਿਨ ਬਾਅਦ ਚੈਟ ਕਰਦੇ ਹੋ ਮਹੀਨਾ ਚੈਟ ਕਰਦੇ ਹੋ 2 ਮਹੀਨੇ ਚੈਟ ਕਰਦੇ ਹੋ ਆਈ ਲਵ ਯੂ ਮਰ ਗਿਆ ਤੇਰੇ ਵੀਰੇ ਨਾ ਮੇਰੇ ਲਈ ਆਈ ਲਵ ਯੂ ਉਹ ਆ ਮੈਂ ਸਿਰਫ ਆਪਣੀ ਗੱਲ ਕਰੂੰਗਾ ਭਾਜੀ ਮੈਂ ਕਿਸੇ ਨੂੰ ਜੱਜ ਨਹੀਂ ਕਰਦਾ ਬਿਕੋਜ਼ ਮੇਰਾ ਜੋ ਐਕਸਪੀਰੀਅੰਸ ਆ ਮੇਰੇ ਲਈ ਆਈ ਲਵ ਯੂ ਉਹ ਆ ਕਿ ਜਦੋਂ ਤੁਸੀਂ ਆਈ ਲਵ ਯੂ ਕਿਸੇ ਨੂੰ ਕਹਿਤਾ ਦੈਟ ਮੀਨਸ ਯੂ ਲਵ ਸਮਬਡੀ ਉਸ ਤੋਂ ਬਾਅਦ ਤੁਹਾਡੇ ਹੱਥ ਖੜ ਗਏ ਉਸ ਤੋਂ ਬਾਅਦ ਨੋ ਚੀਟਿੰਗ ਈਵਨ ਫੋਨ ਤੇ ਚੈਟ ਫਲਰਟ ਪ੍ਰਾਈਵੇਟ ਮੈਸੇਜ everything is wrong that's a love ਕੋਈ ਸਮਰਪਿਤ ਹੀ ਕਰਦਾ ਕਿ ਆਪਾਂ ਤੇਰੇ ਬਿਨਾਂ ਨਹੀਂ ਰਹਿ ਸਕਦੇ what is the point ਕਿਸੇ ਨੂੰ 10 I love you ਬੋਲਦੇ ਆ and still cheating that's wrong and it's a clear relationship ਕਿ I don't love you I like your company and yes we are in a chill mode is okay but we're not committed then you can flirt anywhere you want once you said I love you that's the meaning love for me ਰਾਈਟ ਹੈ ਨਾ ਐਂਡ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਭਾਜੀ ਉਹਨਾਂ ਨੂੰ ਰੱਬ ਨੇ ਨਾ ਸੈਂਸ ਬਹੁਤ ਦਿੱਤੀ ਹੈ ਅਕਲ ਬਹੁਤ ਦਿੱਤੀ ਹੈ ਰੱਬ ਵੱਲੋਂ ਹੀ ਓਕੇ
ਕਈ ਮੁੰਡੇ ਵੀ ਬੇਕਲੇ ਹੁੰਦੇ ਨੇ, ਸਾਰੇ ਹੁੰਦੇ ਆ, ਬਟ ਉਹਨਾਂ ਨੂੰ ਸੈਂਸ ਬਹੁਤ ਹੁੰਦੀ ਆ। ਦੇ ਨੋ ਸ਼ੂਟ 'ਤੇ ਅਗਰ ਮਿਲਦੇ ਆ, ਇੱਕ ਤੁਸੀਂ ਹੱਗ ਵੀ ਕਰਦੇ ਹੋ ਨਾ, ਕੁੜੀਆਂ ਨੂੰ 1 ਸੈਕਿੰਡ ਪਤਾ ਲੱਗ ਜਾਂਦਾ ਕਿ ਹੱਗ ਕਿਹੜੀ ਇੰਟੈਂਸ਼ਨ ਦੇ ਨਾਲ ਆ, ਓਕੇ। ਹੈ ਨਾ। ਸੋ ਉਹਨਾਂ ਨੂੰ ਤੁਸੀਂ ਐਵੇਂ ਹੀ ਲਵ ਯੂ ਕਹੀ ਜਾਂਦੇ, ਸ਼ੀ ਨੋ ਆਲਰੇਡੀ ਕਿ ਸਿਰ ਤੋਂ ਲੰਘ ਰਹੇ ਮੇਰੇ ਹੈ ਹੀ ਨਾ। ਜਾਂ ਫਿਰ ਹੁੰਦਾ ਕੋਈ, ਉਹਨੂੰ ਪਤਾ ਹੁੰਦਾ ਕਿ ਯਾਰ ਕੰਮ ਕਰਨਾ ਹੈ, ਕਰੀ ਜਾ ਬਕਵਾਸ ਸੁਣ ਰਹੀ ਹੋ, ਸਬਜ਼ੀ ਕੱਟ ਰਹੀ ਹੁੰਦੀ ਹੈ ਨਾ, ਹਾਂ ਠੀਕ ਹੈ, ਅੱਗੇ ਟੀਵੀ ਚੱਲ ਰਿਹਾ ਹੁੰਦਾ ਨਾ, ਹਾਂ ਠੀਕ ਹੈ, हाँ अरे लव यू टू बेबी, मिस यू टू, अच्छा हम लोग काम कब कर रहे सो अगर ये वाला चाहिए, डिपेंड्स व्हाट यू वांट इन योर लाइफ, व्हाट यू वांट इन योर लाइफ, दैट्स अ मैटर। ਅੱਛਾ ਭਾਜੀ, ਮੂਵੀ ਆ ਕਿੱਥੇ ਰਹੀ ਆਪਣੀ? ਇਹ ਭਾਜੀ 19 ਫੈਬ ਨੂੰ ਆ ਰਹੀ ਹੈ ਜੀ, ਠੀਕ ਹੈ, ਚਪਾਲ ਉੱਤੇ। ਚੌਪਾਲ ਤੇ? ਹਾਂਜੀ, ਉਹ ਤੋਂ ਥੋੜ੍ਹੇ ਚਿਰ ਬਾਅਦ ਫਿਰ YouTube 'ਤੇ ਆ ਜਾਊਗੀ ਭਾਜੀ। ਅਤੇ ਬਹੁਤ ਵਧੀਆ ਮੂਵੀ ਹੈ ਭਾਜੀ। ਜਿੱਦਾਂ ਮੈਂ ਲਾਸਟ ਪੋਡਕਾਸਟ ਵਿੱਚ ਕਿਹਾ ਸੀਗਾ, ਹੈ ਨਾ, ਅਤੇ ਮੈਂ ਨਹੀਂ ਵਧੀਆ ਕਹੂੰਗਾ, ਓਬਵੀਅਸ ਆ, ਮੇਰਾ ਹੱਕ ਨਹੀਂ ਹੈਗਾ ਵਧੀਆ ਕਹਿਣ ਦਾ। ਵਧੀਆ ਕਹਿਣਗੇ ਜਿਨ੍ਹਾਂ ਲਈ ਬਣਾਈ ਆ, ਜਦੋਂ ਸਾਰੇ ਵਿਊਅਰਸ ਲੋਕੀ ਦੇਖਣਗੇ, ਉਹ ਉਹਨੂੰ ਵਧੀਆ ਲੱਗੂਗੀ ਅਤੇ ਮੈਨੂੰ ਕਮੈਂਟ ਕਰਨਗੇ, ਅਤੇ ਮੈਂ ਕੀ ਗਲਤੀਆਂ ਕੀਤੀਆਂ, ਮੈਂ ਕੀ ਸੁਧਾਰ ਕਰਾਂ, ਕਿਉਂਕਿ ਮੈਂ ਕੰਮ ਕਰਨਾ ਚਾਹੁੰਦਾ ਜੀ, ਹੈ ਨਾ। ਸੋ ਮੇਰੀਆਂ ਗਲਤੀਆਂ ਕੱਢੋ ਐਂਡ ਮੇਰੇ ਨਾਲ ਦਿਲ ਨਾਲ ਜੁੜੋ। ਮੈਂ ਐਂਡ ਤੱਕ ਕੰਮ ਕਰਨਾ ਚਾਹੁੰਦਾ ਭਾਜੀ, ਬੇਸਿਕਲੀ, ਹੈ ਨਾ। ਮੇਰੇ 'ਚ ਕੋਈ ਉਹ ਹੈ ਨਹੀਂ ਕਿ ਮੈਂ ਉਹ ਤਾਂ ਗਿਆ ਨਾ ਭਾਜੀ, ਕਿੰਨੇ ਗਾਣੇ ਕੀਤੇ ਸੀ, ਚੱਲ ਗਏ, ਸੁਣ ਲਏ ਲੋਕਾਂ ਨੇ, ਰਾਈਟ। ਹੁਣ ਮੈਂ ਕੀ ਕਰ ਰਿਹਾ, ਦੈਟਸ ਅ ਮੈਟਰ। ਸੋ ਇੱਕ ਬਹੁਤ ਪਰਿਵਾਰਿਕ ਫਿਲਮ ਆ ਬੇਸਿਕਲੀ, ਇੱਕ ਫਾਦਰ ਡਾਟਰ ਦਾ ਬੌਂਡ ਆ, ਇੱਕ ਲੋਕਾਂ ਦੀ ਸੱਚਾਈ ਹੈ ਇਹਦੇ ਵਿੱਚ, ਐਂਡ ਇਹਦੇ ਵਿੱਚ ਇੱਕ ਮੋਟੀਵੇਸ਼ਨ ਆ ਕਿ ਜ਼ਿੰਦਗੀ ਜੋ ਮਰਜ਼ੀ ਹੋਵੇ, ਗਿਵ ਅਪ ਨਹੀਂ ਕਰਨਾ, ਗਿਵ ਅਪ ਨਹੀਂ ਕਰਨਾ। ਇਹ ਸੱਚਾਈ ਹੈ, ਇਹ ਸੱਚਾਈ ਆ। ਅਗਰ ਤੁਸੀਂ ਆਪਣੇ ਸਰਕਲ ਵਿੱਚ, ਜਦੋਂ ਹੁਣ ਆਪਾਂ ਸਾਰੇ ਇੱਦਾਂ ਦੇ ਕਿ ਸਾਡੇ ਨਾਲ ਕੋਈ ਵੀ ਬੁਰਾ ਕਰ ਜੇ ਨਾ, ਆਪਾਂ ਐਂਡ ਤੱਕ ਨਹੀਂ ਜਾਂਦੇ ਭਾਜੀ। ਆਪਾਂ ਐਂਡ 'ਤੇ ਇਹ ਕਹਿੰਦੇ ਕਿ ਜਾ ਰੱਬ ਤੇਰਾ ਭਲਾ ਕਰੇ, ਗੁਰੂ ਮਹਾਰਾਜ ਹੈਗਾ, ਠੀਕ ਹੈ, ਸਹੀ ਇਨਸਾਨ ਉਹ ਆ। ਉਹਦੇ ਵਿੱਚ ਇੱਕ ਮੈਸੇਜ ਆ ਕਿ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਓ, ਲਾਈਫ ਦੇ ਵਿੱਚ ਅਗਰ ਕੋਈ ਇੱਕ ਵੀ ਗਲਤੀ ਹੋ ਗਈ, ਕਰਮ ਜਿਹੜੇ ਆ, ਕਰਮਾਂ ਦੀ ਸਜ਼ਾ ਇੱਥੇ ਹੀ ਆ। ਓਕੇ। ਉਹ ਤੁਹਾਨੂੰ ਕੋਈ ਯਾਰ ਪਤਾ ਨਹੀਂ ਲੱਗਦਾ ਭਾਜੀ। ਮਤਲਬ ਇਸੇ ਜੀਵਨ ਦੇ ਵਿੱਚ ਇਸੇ ਕਰਮਾਂ ਦੀ ਜੀਵਨ 'ਚ ਸਜ਼ਾ ਤੁਹਾਨੂੰ ਮਿਲਦੀ ਮਿਲੂਗੀ। ਆ, ਤੁਹਾਡੇ 'ਤੇ ਨਹੀਂ ਪਊਗੀ, ਤੁਹਾਡੇ ਨਾਲ ਵਾਲੇ 'ਤੇ ਪੈ ਜਾਊਗੀ। ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਹੈ ਨਾ, ਕੋਈ ਵੀ ਆ, ਪਰ ਤੁਹਾਨੂੰ ਰੱਬ ਰਿਲਾਈਜ਼ ਕਰਾਊਗਾ ਕਿ ਤੁਸੀਂ ਤੇ ਕੀਤਾ ਸੀ। ਅਸੀਂ ਰਾਤ ਨੂੰ ਸੌਂਦੇ ਹਾਂ ਭਾਜੀ, ਰਾਤ ਨੂੰ ਸੌਣ ਤੋਂ ਪਹਿਲੇ 5 ਮਿੰਟ ਜੋ ਆਪਣੇ ਬਾਰੇ ਸੋਚਦੇ ਹਾਂ, ਪੂਰੇ ਦਿਨ ਸਾਨੂੰ ਪਤਾ ਹੁੰਦਾ ਅੱਜ ਅਸੀਂ ਕੀ ਚੰਗਾ ਕੀਤਾ, ਕੀ ਮਾੜਾ ਕੀਤਾ। ਅਸੀਂ ਪ੍ਰਟੈਂਡ ਨਹੀਂ ਕਰ ਸਕਦੇ ਆਪਣੇ ਆਪ ਤੋਂ। ਬੋਲੋ ਝੂਠ ਗੁਰੂ ਮਹਾਰਾਜ ਦੇ ਅੱਗੇ ਜਾ ਕੇ, ਬੋਲੋ ਝੂਠ ਯਾਰਾਂ ਦੋਸਤਾਂ ਨੂੰ, ਦੇ ਦੇਣਗੇ ਸਿੰਪਥੀ, ਉਹ ਟੈਂਪਰੇਰੀ ਹੈ। ਆਪਣੇ ਆਪ ਨੂੰ ਤੁਸੀਂ ਝੂਠ ਨਹੀਂ ਬੋਲ ਸਕਦੇ। ਸੋ ਜਿਹੜੇ ਚੰਗੇ ਇਨਸਾਨ ਨੇ, ਐਂਡ 80% ਲੋਕ ਚੰਗੇ ਹੀ ਨੇ, 20% ਆ ਕਈ ਵਿਚਾਰੇ ਭਟਕ ਜਾਂਦੇ ਨੇ। ਕਈ ਦੀ ਸਿਚੁਏਸ਼ਨ, ਜਦੋਂ ਮੈਂ ਦੱਸਿਆ ਕਿ ਬਚਪਨ ਤੋਂ ਲੈ ਕੇ ਟਰੋਮਾ, ਕਿਸੇ ਨੂੰ ਪਿਆਰ ਨਹੀਂ ਮਿਲਦਾ, ਜਾਂ ਉਹ ਕੋਈ ਪਿਆਰ ਇਹ ਨਹੀਂ ਮਤਲਬ ਕੁੜੀ ਦਾ ਪਿਆਰ, ਕਈ ਕੁਛ ਵੀ ਹੋ ਜਾਂਦਾ, ਕੋਈ ਗਰੀਬੀ ਹੋ ਜਾਂਦੀ, ਜਿੱਦਾਂ ਮੈਂ ਸਿਚੁਏਸ਼ਨ ਨਿਕਲਿਆ, ਟਰੋਮਾ ਬਣ ਜਾਂਦਾ ਭਾਜੀ। ਕਈ ਬੱਚੇ ਗਲਤ ਪੈ ਜਾਂਦੇ ਨੇ, ਉਹ ਚੱਕਰ ਦੇ ਵਿੱਚ ਉਹਨਾਂ ਦੀ ਥੋਟ ਉੱਦਾਂ ਦੀ ਹੋ ਜਾਂਦੀ ਆ, ਹੈ ਨਾ, ਕਿ ਅਸੀਂ ਤਾਂ ਯਾਰ ਇੱਦਾਂ ਹੀ ਆ, ਸਾਡਾ ਤਾਂ ਇੱਦਾਂ ਹੀ ਆ, ਜੋ ਕਰਮਾਂ 'ਚ ਲਿਖਿਆ ਅਸੀਂ ਤਾਂ ਉਹੀ ਕਰਾਂਗੇ। ਕਰਮਾਂ 'ਚ ਚੰਗੀਆਂ ਚੀਜ਼ਾਂ ਲਿਖੀਆਂ ਨੇ। ਗੁਰੂ ਮਹਾਰਾਜ ਨੇ ਤੁਹਾਨੂੰ, ਇਨਸਾਨ ਨੂੰ ਹੀ ਆਹ ਬ੍ਰੇਨ ਦਿੱਤਾ ਹੈ। ਰਾਈਟ। ਕੋਈ ਵੀ ਐਕਟ ਕਰਨ ਤੋਂ ਪਹਿਲੇ ਤੁਹਾਡਾ ਬ੍ਰੇਨ ਕਮਾਂਡ ਦਿੰਦਾ ਤੁਹਾਨੂੰ ਕਿ ਯੂ ਸ਼ੁੱਡ ਡੂ ਇਟ ਔਰ ਨੋ। ਸੈਕੰਡ ਜਿਹੜੇ ਕਮਾਂਡ ਹੁੰਦੀ, ਤੁਹਾਡੀ ਆਪਣੀ ਹੁੰਦੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਫਸਟ ਕਮਾਂਡ ਰੱਬ ਦੀ ਹੁੰਦੀ ਹੈ, ਤੁਹਾਨੂੰ ਕਰ ਦਿੰਦਾ ਕਿ ਨਹੀਂ, ਇਹ ਨਹੀਂ, ਲੇਕਿਨ ਨਹੀਂ ਸੁਣਦੇ। ਮਜ਼ਾ ਆਉਂਦਾ ਨਾ। ਜਿਹੜੀ ਖੁਰਾਫਾਤ ਆ, ਜਿਹੜੀ ਨੈਗੇਟਿਵਿਟੀ ਆ, ਬਹੁਤ ਛੇਤੀ ਕੁਇੱਕ ਆਨਸਰ, ਕੁਇੱਕ ਉਹ ਆ। ਸੱਚਾਈ ਆ, ਉਹਨੂੰ ਬਹੁਤ ਟਾਈਮ ਲੱਗਦਾ, ਬਹੁਤ ਸਟਰਗਲ ਉਹਦੇ ਵਿੱਚ, ਪਰ ਮਜ਼ਾ ਬਹੁਤ ਆ ਭਾਜੀ। ਵੈਸੇ ਇੱਦਾਂ ਕਿਉਂ ਹੈ? ਸੱਚਾਈ ਲੋਕੀ ਐਕਸੈਪਟ ਕਿਉਂ ਨਹੀਂ ਕਰਦੇ ਛੇਤੀ? ਸੱਚਾਈ ਦਾ ਭਾਜੀ ਕਿਉਂਕਿ ਉਹਦੇ ਵਿੱਚ ਨਾ ਲੋਕੀ ਗਿਵ ਅਪ ਕਰ ਜਾਂਦੇ ਨੇ ਕਿ ਚੱਲਦੇ ਰਹਿੰਦੇ। ਜੋ ਐਂਡ ਪੁਆਇੰਟ ਆਉਂਦਾ ਆ, ਜਦੋਂ ਰੱਬ ਨੇ ਅਖੀਰ ਵਾਲਾ ਇਮਤਿਹਾਨ ਲੈਣਾ ਹੁੰਦਾ ਆ, ਉਦੋਂ ਫਿਰ ਰੱਬ ਲਾ ਲਓ ਜਾਂ ਕੋਈ ਲਾ ਲਓ, ਉਹ ਪਰਖਣ ਲਈ ਕੋਈ ਭੇਜਦਾ ਕਿ ਆਹ ਸ਼ਾਰਟਕਟ ਦੱਸਾਂ, ਛੱਡ ਇੰਨੇ ਸਾਲਾਂ ਦਾ ਲੱਗਾ, ਉਹ ਬੰਦਾ ਡੋਲ ਜਾਂਦਾ। ਉੱਥੇ ਬੰਦਾ ਡੋਲ ਜਾਂਦਾ ਆ, ਕਹਿੰਦਾ ਹਟਾਓ ਯਾਰ। ਅਗਰ ਲੱਗਾ ਰਹੂਗਾ ਨਾ, ਇੱਕ ਰਾਹ ਫੜ ਲਓ ਭਾਜੀ, ਸੱਚਾਈ ਵਾਲੇ ਦੇ ਚੱਲੇ ਆ ਨਾ, ਸਹੁੰ ਲੱਗੇ, ਸਕੂਨ ਬਹੁਤ ਆਊਗਾ ਤੁਹਾਨੂੰ। ਮੈਂ ਤਾਂ ਜ਼ਿੰਦਗੀ ਆਹ 2026 'ਚ ਭਾਜੀ ਬਹੁਤ ਚੀਜ਼ਾਂ ਜਿਹੜੀਆਂ ਨੇ ਮੈਂ ਆਪਣੀਆਂ ਸੈੱਟ ਕਰਨੀਆਂ ਨੇ। ਮਾੜਾ ਕਿਸੇ ਨੂੰ ਕਹਿਣਾ ਨਹੀਂ, ਜਿਹੜਾ ਮਾੜਾ ਕਰਦਾ ਰੱਬ ਉਹਦਾ ਭਲਾ ਕਰੇ, ਉਹਨੂੰ ਸਮੱਤ ਦੇਵੇ। ਜ਼ਿੰਦਗੀ ਦੇ ਵਿੱਚ ਡਿਸਰਿਸਪੈਕਟ ਕਿਸੇ ਦੀ ਕਰਨੀ ਨਹੀਂ, ਪਰ ਹਾਂ ਇੰਨੇ ਸਾਲ ਹੋ ਗਏ ਭਾਜੀ, ਜਿਹੜੀ ਮੇਰੀ ਪ੍ਰੈਜ਼ੈਂਸ ਨੂੰ, ਮੈਂ ਛੋਟਾ ਹਾਂ, ਮੈਂ ਗਰੀਬ ਹਾਂ, ਪਰ ਮੇਰੀ ਇੱਕ ਸੈਲਫ ਰਿਸਪੈਕਟ ਆ, ਮੈਂ ਆਪਣੀ ਪ੍ਰੈਜ਼ੈਂਸ ਨੂੰ ਗਰੰਟਡ ਨਹੀਂ ਹੋਣ ਦੇਣਾ। ਉਹ ਮੈਨੂੰ ਚੀਜ਼ਾਂ ਪਿੰਚ ਕਰਦੀਆਂ ਨੇ।
ਕਿ ਮੈਨੂੰ ਉਹ ਨਹੀਂ ਚੰਗਾ ਲੱਗਦਾ ਕਿ ਜਦੋਂ ਕੋਈ ਅਗਰ ਕੋਈ ਮੈਨੂੰ ਕਹੇ ਕਿ ਯਾਰੀ ਲਈ ਆਹ ਚੀਜ਼ਾਂ ਭਾਵੇਂ ਧੌਣ ਲਾ ਕੇ ਲੈ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਉਹ 'ਚ ਮਿਲਾਵਟ ਨਹੀਂ ਹੋਣੀ ਚਾਹੀਦੀ। ਉਹ ਚੀਜ਼ਾਂ ਮੈਂ 2026 'ਚ ਕਰਨੀਆਂ ਨੇ। ਪ੍ਰੋਫੈਸ਼ਨਲਿਜ਼ਮ ਨੂੰ ਤੇ ਪਰਸਨਲ ਨੂੰ ਮਿਕਸ ਨਹੀਂ ਕਰਨਾ। ਜਿਹੜੇ ਦੋਸਤ ਆ ਉੱਥੇ ਕਦੇ ਦਿਮਾਗ ਨਹੀਂ ਲਾਉਣਾ ਕਿ ਯਾਰ ਹੁਣ ਇੱਥੇ ਚੱਲੇ ਤੇ ਦੋਸਤ ਕੋ ਜੇਬੀ 'ਚ 4 ਛਿੱਲੜ ਪਾ ਹੀ ਦੇਵੇ, ਉਹ ਫਿਰ ਦੋਸਤੀ ਨਹੀਂ ਹੈਗੀ। ਤੇ ਪ੍ਰੋਫੈਸ਼ਨਲ ਆ ਉੱਥੇ ਮੈਂ ਇਹ ਕਹੂੰਗਾ ਕਿ ਮੇਰਾ ਬਜਟ ਇੰਨਾ ਹੈ ਵੀਰ, ਤੇ ਜੇ ਤੂੰ ਕਰ ਸਕਦਾ ਤੇ ਵੀਰੇ ਆਹ ਆ, ਨਹੀਂ ਤਾਂ ਮੈਨੂੰ ਕੋਈ ਹੋਰ ਅਰੇਂਜ ਕਰ ਦੇ। ਰਾਈਟ। ਚਾਹੇ ਉਹ ਮੇਰਾ ਕੋਈ ਐਕਟਰ ਦੋਸਤ ਆ, ਮੇਰਾ ਕੋਈ ਰਾਈਟਰ ਦੋਸਤ ਆ, ਮੇਰਾ ਕੋਈ DOP ਦੋਸਤ ਆ, ਮੈਂ ਉਹਨੂੰ ਵੀ ਮਜਬੂਰ ਨਹੀਂ ਕਰੂੰਗਾ ਨਾ ਤੂੰ ਇੰਨੇ 'ਚ ਹੀ ਕਰ। ਉਹਨੇ ਆਪਣਾ ਘਰ ਚਲਾਉਣਾ, ਪ੍ਰਾਇਓਰਟੀ ਆ। ਪਰ ਹਾਂ, ਮੈਂ ਮਿਲਾਵਟ ਨਹੀਂ ਕਰਨੀ ਕਿ ਮੈਂ ਜਿੱਥੇ ਗੱਲ ਕਹਿ ਹੀ ਨਾ ਸਕਾਂ। ਫਿਰ ਉਹ ਅਗਰ ਕੋਈ ਵੀ ਦੋਸਤ ਆ ਤੁਹਾਡਾ ਫੇਵਰ 'ਚ ਕੰਮ ਕਰਦਾ ਆ, ਤੁਸੀਂ ਉਹਨੂੰ ਗੱਲ ਨਹੀਂ ਕਹਿ ਸਕਦੇ। ਰਾਈਟ। ਗੱਲ ਨਹੀਂ ਕਹਿ ਸਕੋਗੇ, ਤੁਹਾਡੇ ਵਿੱਚ ਕੋਈ ਨਾ ਕੋਈ ਮਿਸਅੰਡਰਸਟੈਂਡਿੰਗ ਹੋਊਗੀ, ਤੁਹਾਡੀ ਯਾਰੀ ਵੀ ਜਾਊਗੀ। ਤੁਸੀਂ ਆਪਣੇ ਬਜਟ ਅਕੋਰਡਿੰਗ ਹੀ ਟੀਮ ਹਾਇਰ ਕਰੋਗੇ, ਤੁਸੀਂ ਉਹਨੂੰ ਕਹਿ ਸਕਦੇ ਹੋ। ਜਿਹੜਾ ਉਸ ਬਜਟ 'ਚ ਆਊਗਾ ਉਹਨੂੰ ਵੀ ਕੰਮ ਕਰਨ ਦਾ ਹੋਊਗਾ ਕਿ ਮੈਂ ਕੁਛ ਕਰਨਾ ਹੈ। ਬਿਲਕੁਲ। ਸੋ ਲਾਈਫ ਵੈਰੀ ਇੰਪੋਰਟੈਂਟ ਆ ਕਿ ਲਾਈਫ ਨੂੰ ਬੈਲੈਂਸ ਰੱਖੋ। ਬੈਲੈਂਸ ਹੋ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਜ਼ਿੰਦਗੀ 'ਚ, ਲੇਕਿਨ ਨੁਕਸਾਨ ਮੈਂ ਆਪਣਾ ਹੀ ਕੀਤਾ ਹਮੇਸ਼ਾ। ਓਕੇ। ਬਹੁਤ ਆਪਣਾ ਕੀਤਾ ਹੈ ਨਾ। ਅਣਜਾਣੇ 'ਚ ਕਿਸੇ ਦਾ ਮੈਂ ਲਾਸਟ ਟਾਈਮ ਵੀ ਮਾਫੀ ਮੰਗੀ ਸੀ ਰਾਈਟ। ਕਿ ਅਣਜਾਣੇ 'ਚ ਕਿਸੇ ਦਾ ਦਿਲ ਦੁੱਖ ਗਿਆ ਮੇਰੇ ਤੋਂ, ਕਦੇ ਨਹੀਂ ਪਤਾ ਲੱਗਦਾ, ਉਮਰਾਂ ਹੁੰਦਾ ਇਹੋ ਜਿਹੀਆਂ। ਤੇ ਆਪਣੀ ਅੱਜ ਵੀ ਹੱਥ ਜੋੜ ਕੇ ਮਾਫੀ ਆ, ਕਿਸੇ ਦਾ ਦਿਲ ਦੁੱਖ ਗਿਆ ਹੋਵੇ ਨਾ, ਐਂਡ ਮਾਫੀ ਮੰਗਣ ਵਾਲਾ ਤੇ ਮਾਫ ਕਰਨ ਵਾਲਾ ਤੇ ਵੱਡਾ ਹੁੰਦਾ ਅਗਰ। ਬਿਲਕੁਲ। ਪਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਇੱਦਾਂ ਨਾ ਹੋਵੇ। ਰੱਬ ਮੈਨੂੰ ਅਕਲ ਦੇਵੇ, ਸਮੱਤ ਦੇਵੇ ਤੇ ਵਧੀਆ ਵਧੀਆ ਫਿਲਮਾਂ ਬਣਾਵਾਂ। ਤੇ ਕੋਈ ਸਪੈਸ਼ਲ ਰੀਜ਼ਨ ਪੂਰਨਾ ਨਾਂ ਦੇ ਪਿੱਛੇ? ਪੂਰਨਾ ਭਾਜੀ ਇੱਕ ਡਾਕਟਰ ਦਾ ਨਾਮ ਆ, ਹੈ ਨਾ, ਤੇ ਇੱਕ ਵੱਖਰਾ ਜਿਹਾ ਨਾਮ ਸੀ ਪੂਰਨਾ। ਇਹ ਰੀਜ਼ਨ ਆ ਇੱਕ ਆ ਕਿ ਪੰਜਾਬ ਲਈ ਮੈਂ ਚਾਹੁੰਦਾ ਕਿ ਅਗਰ ਸਾਰੇ ਕਹਿੰਦੇ ਨੇ ਕਿ ਵੱਖਰੀ ਮੂਵੀ ਕਰਨੀ ਆ, ਹੈ ਨਾ, ਤੇ ਨਵੇਂ ਬੰਦੇ ਤਾਂ ਬਿਲਕੁਲ ਹੀ ਰਿਸਕ ਨਹੀਂ ਲੈਂਦੇ, ਉਹ ਤਾਂ ਉਹੀ ਬਣਾਉਂਦੇ ਨੇ ਜੋ ਚੱਲ ਰਿਹਾ ਹੁੰਦਾ। ਪਰ ਮੈਂ ਰਿਸਕ ਲੈ ਰਿਹਾ। ਇਹ ਮੇਰੇ ਟਰੱਕਾਂ ਕਾਰਾਂ ਦੀ ਜਿਹੜੀ ਮਿਹਨਤ ਆ, ਮੇਰੇ ਦੋਸਤਾਂ ਦੇ ਪੈਸੇ ਨੇ, ਅਸੀਂ ਲਾ ਰਹੇ ਹਾਂ ਭਾਜੀ। ਤੇ ਅਸੀਂ ਕੁਛ ਵੱਖਰਾ ਕਰੀਏ। ਜੇ ਮੈਨੂੰ ਲੱਗ ਕੇ ਸ਼ਾਇਦ ਹੋਰ ਵੱਖਰਾ ਕਰਨਗੇ, ਮੈਂ ਚਾਹੁੰਦਾ ਭਾਜੀ ਸਾਡੇ, ਹੈ ਨਾ, ਸਾਡੇ ਪੰਜਾਬ 'ਚ ਵੀ ਸੋਹਣੀਆਂ ਫਿਲਮਾਂ ਬਣ। ਤੇ ਸਾਡੀ, ਹੈ ਨਾ, ਸਾਡੇ ਪੰਜਾਬ ਦਾ ਸਿਨੇਮਾ ਜਿੱਦਾਂ ਸਾਰੇ ਕਹਿਣ ਲੱਗ ਪਏ ਆ ਕਿ ਉਹ ਪੰਜਾਬੀ ਹਟਾਓ ਯਾਰ, ਪੰਜਾਬੀ ਬੰਦ ਕਰੋ, ਉਹੀ ਕੁਛ ਹੁੰਦਾ। ਮੈਂ ਚਾਹੁੰਦਾ ਸਾਡੀ ਤਾਰੀਫ ਹੋਵੇ, ਮੇਰੀਆਂ ਫਿਲਮਾਂ ਦੀ ਨਾ ਹੋਵੇ, ਮੇਰੇ ਯਾਰਾਂ ਦੋਸਤਾਂ ਦੀ ਹੋਵੇ। ਬੇਸਿਕਲੀ ਅੱਛੇ ਹੋਣ ਭਾਜੀ, ਵੱਖਰੇ ਹੋਣ। ਮੈਂ ਇੰਨਾ ਮੇਰੇ ਤੋਂ ਪੈਸੇ ਘੱਟ ਹੁੰਦੇ, ਪੈਸੇ ਹੈ ਨਹੀਂ, ਥੋੜ੍ਹੇ ਜਿਹੇ ਪੈਸੇ ਹੁੰਦੇ ਆ, ਉਹਨਾਂ ਨਾਲ ਜਿੰਨਾ ਕੁ ਮੈਂ ਕਰ ਸਕਦਾ ਭਾਜੀ ਮੈਂ ਟਰਾਈ ਕਰਦਾ ਕੁਛ ਵੱਖਰਾ ਕਰਦੀ। ਐਂਡ ਓਵਰ ਪਲੇ ਨਹੀਂ ਕਰਦਾ ਕਿਸੇ ਦੀ ਇਮੋਸ਼ਨ ਨਾਲ ਕਿ ਮਸਾਲਾ ਹੀ ਲਾ ਦੇਵਾਂ। ਲੋਕ ਬੇਵਕੂਫ ਥੋੜ੍ਹੀ ਆ ਭਾਜੀ। ਪਹਿਲੀਆਂ ਫਿਲਮਾਂ ਹੁੰਦੀਆਂ ਸੀਗੀਆਂ ਕਿ ਇੱਕ ਮੁੱਕਾ ਮਾਰਿਆ, ਬਲੂ ਕਲਰ ਦੀ ਸ਼ਰਟ ਪਾਈ, ਦੂਜਾ ਮਾਰਿਆ ਰੈੱਡ ਹੋ ਗਈ, ਆਪਾਂ ਦੇਖਦੇ ਹੁੰਦੇ ਕਿ ਉਹ ਮਜ਼ਾ ਆ ਰਿਹਾ ਫਿਲਮ 'ਚ। ਹੁਣ ਕੀ ਤੇ ਵੈਰੀ ਕਲੈਵਰ ਦੇ ਪੜ੍ਹੇ ਲਿਖੇ ਨੇ, ਉਹਨਾਂ ਦੀ ਇਮੋਸ਼ਨ ਨਾਲ ਨਹੀਂ ਖੇਲ ਸਕਦੇ ਤੁਸੀਂ। ਤਾਂ ਮੈਂ ਸੱਚ ਦੇ ਕੋਲ ਹੀ ਆਪਣੇ ਕਨਸੈਪਟ ਰੱਖਦਾ ਉਹਨਾਂ ਜਿਹੜੇ ਮੈਂ ਡਾਇਰੈਕਟ ਕਰਦਾ। ਮਤਲਬ ਕੱਲ੍ਹ ਨੂੰ ਸਾਰੇ ਕਹਿਣਗੇ ਅੱਛਾ ਇਹਦੇ ਵਿੱਚ ਤੇ ਹੁਣ ਤੂੰ ਵਿਲਨ ਬਣਿਆ, ਦਿਸ ਇਜ਼ ਮਾਈ ਵਰਕ, ਦਿਸ ਆਈ ਨੀਡ ਮਨੀ ਫॉर ਸਰਵਾਈਵਿੰਗ। ਪਰ ਜਿਹੜੀ ਪਿੰਦੌਜ ਲੱਗਾ ਹੋਇਆ, ਕਿਤੇ ਨਾ ਕਿਤੇ ਸਾਲ 'ਚ ਜਾਂ 2 ਸਾਲ 'ਚ ਅਗਰ ਮੈਂ ਦੂਸਰੀਆਂ ਫਿਲਮਾਂ ਕਰਦਾ, ਇੱਕ ਅੱਧੀ ਮੈਂ ਲੈ ਕੇ ਆਣੀ ਜੀ। ਆਦਮਖੋਰ ਵੀ ਤੁਸੀਂ ਪਾਈ ਹੋਈ ਹੈ? ਇੱਕ ਆਦਮਖੋਰ, ਹਾਂਜੀ ਭਾਜੀ। ਜਿੱਦਾਂ ਮੈਂ ਦੱਸਿਆ ਕਿ ਸਪਿੰਦਰ ਮੇਰਾ ਦੋਸਤ ਆ, ਤੇ ਮੈਂ ਸਾਰੇ ਦੋਸਤਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਪਹਿਲੇ ਦਿਨ ਤੋਂ। ਮੈਂ ਸਾਰੇ ਨਾਂ ਲੈਣਾ ਚਾਹੁੰਦਾ ਅੱਜ ਭਾਜੀ। ਹਾਂਜੀ ਲਓ, ਬਿਲਕੁਲ ਲਓ, ਸ਼ੁਰੂ ਤੋਂ ਸਟਾਰਟ ਹੋ ਜਾ। ਬਿਲਕੁਲ ਜੀ, ਬਿਲਕੁਲ। ਮਤਲਬ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਬੇਸਿਕ ਦੋਸਤ ਖੜੇ ਨੇ ਨਾ ਵੀਰੇ, ਹੱਥ ਜੋੜ ਕੇ ਬੇਨਤੀ ਆ, ਉਹਨਾਂ ਨੂੰ ਮੋੜ ਕੇ ਲੈ ਆਓ, ਉਹਨਾਂ ਨੂੰ ਕਦੇ ਨਾ ਛੱਡੋ, ਹੈ ਨਾ। ਤੋ ਸਭ ਤੋਂ ਪਹਿਲੇ ਹਮੇਸ਼ਾ ਮੈਂ ਨਾਮ ਲੈਣਾ ਦਿਨੇਸ਼ ਭਾਜੀ, ਆਈ ਲਵ ਯੂ, ਆਈ ਰੀਅਲੀ ਲਵ ਯੂ ਭਾਜੀ। ਮੈਨੂੰ ਸੱਚੀ ਤੁਹਾਡੇ ਬਲੈਸਿੰਗ ਤੋਂ ਇਲਾਵਾ ਤੁਸੀਂ ਮੈਨੂੰ ਪੁੱਤ ਕਹਿੰਦੇ ਹੋ, ਅਤੇ ਬਲੈਸਿੰਗ ਹੀ ਚਾਹੀਦੀਆਂ ਨੇ। ਮੈਂ ਅੱਜ ਵੀ ਕਦਰ ਕਰਦਾ ਕਿ ਮੈਂ ਦਿਨੇਸ਼ ਭਾਈ ਦੇ ਲੂਣ ਖਾਧਾ ਹੋਇਆ। ਦਿਨੇਸ਼ ਭਾਈ ਨੇ ਆਪਣੇ ਘਰੇ ਰੱਖਿਆ ਮੈਨੂੰ, ਅਤੇ ਭਾਜੀ ਨੇ ਕਦੇ ਫਰਕ ਹੀ ਨਹੀਂ ਪੈਣ ਦਿੱਤਾ। ਲਾਈਕ, ਹੈ ਨਾ, ਭਾਈ ਦਾ ਛੋਟਾ ਬੇਟਾ ਹੁੰਦਾ ਸੀ, ਭਾਈ ਨੇ ਕਦੇ ਫਰਕ ਨਹੀਂ ਪਾਇਆ। ਮੈਂ ਬੱਚਾ ਆ, ਛੋਟਾ ਆ ਉਹਨਾਂ ਤੋਂ, ਹੈ ਨਾ, ਛੋਟਾ ਵੱਡਾ ਮੈਂ ਉਮਰ 'ਚ ਨਹੀਂ ਕਦੇ ਮੰਨਦਾ ਹੁੰਦਾ ਭਾਜੀ। ਮੈਂ ਮੰਨਦਾ ਹੁੰਦਾ ਸਿਆਣਪ ਵਿੱਚ ਅਤੇ ਗੁਣਾਂ 'ਚ। ਮੈਂ ਉਹਨੂੰ ਵੱਡਾ ਮੰਨਦਾ ਭਾਜੀ। ਕਈ ਇੰਨੇ ਸਾਲਾਂ ਦੇ ਹੁੰਦੇ, ਉਹਨੂੰ ਅਕਲ ਨਹੀਂ ਆਉਂਦੀ ਹੈਗੀ। ਭਾਜੀ ਨੇ ਮੈਨੂੰ ਹਮੇਸ਼ਾ ਚੰਗਾ ਗਾਈਡ ਕੀਤਾ। ਜਿਹੜੇ ਗਾਣੇ 'ਤੇ ਭਾਈ ਨੇ ਮੇਰੇ ਸਿਰ 'ਤੇ ਹੱਥ ਇੱਦਾਂ ਰੱਖਿਆ, ਉਹ ਗਾਣੇ ਨਹੀਂ ਫਲੋਪ ਹੋਇਆ। ਸੋ ਥੈਂਕ ਯੂ ਬ੍ਰਦਰ। ਅੱਜ ਅਗਰ ਮੈਂ ਫਿਲਮਾਂ ਕਰ ਰਿਹਾ, ਇੱਥੇ ਬੈਠਾ ਹਾਂ, ਪਹਿਲੇ ਤੁਸੀਂ ਗੋਡਫਾਦਰ ਹੋ, ਜਿਹਦੀ ਬਦੌਲਤ ਮੈਂ ਇੱਥੇ ਹਾਂ। ਐਂਡ ਆਲਵੇਜ਼ ਲਵ ਯੂ ਫਰਮ ਹੇਅਰ ਭਾਜੀ। ਸਪੀਡ ਰਿਕਾਰਡਸ ਵਾਲੇ ਨਾ, ਸਪੀਡ ਰੋਕ ਵਾਲੇ ਦਿਨੇਸ਼ ਭਾਜੀ, ਅਤੇ ਮੂਵੀ ਬਾਕਸ ਕਮਰਾਨ ਸਰ, ਉਹਨਾਂ ਵੀ, ਹੈ ਨਾ, ਭਾਜੀ ਹੁਣੀ ਦੋਨੋਂ ਦੋਸਤ ਹੈਗੇ ਨੇ, ਉਹਨਾਂ ਥੈਂਕ ਯੂ ਕਰਨਾ ਚਾਹੁੰਦਾ ਭਾਜੀ। ਐਂਡ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜਿਹੜੇ ਪਹਿਲੇ ਸਿੰਗਰ ਆਏ ਮੇਰੇ, ਜਿਹਨਾਂ ਮੈਂ ਗਾਣਾ ਬਣਾਇਆ, ਗਿੱਪੀ ਭਾਜੀ। ਐਂਡ ਲਵ ਯੂ, ਆਲਵੇਜ਼ ਯੂ ਸਪੋਰਟ ਮੀ, ਐਂਡ ਆਈ ਲਵ ਯੂ ਦਿਲੋਂ। ਤੁਹਾਡੇ ਇੰਨੇ ਗਾਣੇ ਬਣਾਏ ਆ, ਹੈ ਨਾ, ਐਂਡ ਤੁਸੀਂ ਕੋਈ ਵੀ ਮਿਊਜ਼ਿਕ ਡਾਇਰੈਕਟਰ ਹਾਇਰ ਕਰ ਸਕਦੇ ਹੋ ਭਾਜੀ। ਐਂਡ ਤੁਸੀਂ ਸ਼ਿੰਦੇ ਦਾ ਗਾਣਾ ਵੀ ਮੇਰੇ ਤੋਂ ਬਣਵਾਇਆ, ਰਿਸਪੈਕਟ। ਐਂਡ ਵਨਸ ਅਗੇਨ ਐਮੀ,
ਰੀਅਲੀ ਤੁਸੀਂ ਕਮੈਂਟ ਕੀਤਾ ਉਦਣ ਹਾਂ ਚੰਗਾ ਲੱਗਾ ਭਾਈ ਭਾਜੀ, ਹੈ ਨਾ। comment ਮੈਨੂੰ ਵੀ ਇਹੀ ਆਇਆ। ਹੁੰਦਾ ਭਾਜੀ ਕਿ ਇਸ ਲੈਵਲ ਤੇ ਜਾ ਕੇ ਵੀ ਕਿਸੇ ਯਾਰ ਦੋਸਤ ਨੂੰ ਕੋਈ ਯਾਰ ਦੋਸਤ ਯਾਦ ਆ ਨਾ, ਬਹੁਤ ਵੱਡੀ ਗੱਲ ਆ ਭਾਜੀ। ਯਾਰ ਦੋਸਤ ਦੀ ਸ਼ਾਬਾਸ਼ੀ ਚਾਹੀਦੀ ਹੁੰਦੀ ਆ। ਮੇਰਾ ਅਗਰ ਖੁਦਗਰਜ਼ ਬੰਦਾ ਆ, ਮੈਂ ਇੱਦਾਂ ਤਾਂ ਮੈਂ ਕਦੇ ਕਰਾਉਣਾ ਹੀ ਨਹੀਂ ਹੈਗਾ। ਆਪਾਂ ਟਰੱਕ ਦਾ ਸਟੀਅਰਿੰਗ ਫੇਰ ਫੜ ਲੈਣਾ, ਬਸ ਮੈਨੂੰ ਹੁੰਦਾ ਕਿ ਯਾਰ ਸ਼ਾਬਾਸ਼ੀ ਦੇਣ ਕਿ ਓਏ ਆਹ ਗਲਤ ਫਿਲਮ ਕਰ ਰਿਹਾ ਪੁੱਤਰਾ, ਇਹਨੂੰ ਇੱਦਾਂ ਕਰ ਲਾ। ਦੈਟਸ ਓਨਲੀ ਵਾਂਟ। ਹੁਣ ਲੋਕਾਂ ਨੇ ਕਹਿਣਾ ਬਟਰਿੰਗ ਕਰਦਾ ਆ, ਮੈਂ ਵੀਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਬਟਰਿੰਗ ਨਹੀਂ ਹੈਗੀ ਵੀਰ, ਅਸੀਂ ਉਦੋਂ ਦੇ ਇਕੱਠੇ ਆ ਜਦੋਂ ਮੈਂ ਕੁਛ ਵੀ ਨਹੀਂ ਹੈਗਾ ਸੀਗਾ, ਤੇ ਇਹਨਾਂ ਸਾਰਿਆਂ ਨੇ ਸੱਜਣਾ ਮਿੱਤਰਾਂ ਨੇ ਮੇਰਾ ਸਾਥ ਦਿੱਤਾ ਹੋਇਆ ਆ। ਸੋ ਇਹ ਮੇਰੇ ਦੋਸਤ ਨੇ, ਮੇਰੀ ਫੈਮਿਲੀ ਆ। ਅਸੀਂ ਇੱਕ ਕੋਲੀਆਂ 'ਚ ਖਾਧਾ ਹੋਇਆ। ਤੇ ਉਸ ਤੋਂ ਬਾਅਦ ਜੀ ਜਿੰਨੇ ਵੀ ਸਿੰਗਰਾਂ ਨੂੰ ਮੈਂ ਕੰਮ ਕੀਤਾ ਆ, ਚਾਹੇ ਰਣਜੀਤ ਬਾਵਾ ਆ, ਹਰਜੋਤ ਆ, ਰੇਸ਼ਮ ਆ, ਕਮਲ ਗਰੇਵਾਲ ਆ, ਹੈ ਨਾ, ਸਾਰੇ ਦੋਸਤ ਨੇ। ਫਿਰ ਭਾਜੀ ਸ਼ੁਰੂ ਹੋ ਜਾਂਦੀ ਹੈ ਜੀ ਫਿਲਮਾਂ ਦੀ ਜਰਨੀ। ਓਬਵੀਅਸ ਧਰਮਵੀਰ ਥਾਂਦੀ ਭਾਜੀ, ਹੈ ਨਾ, ਧਰਮਵੀਰ ਥਾਂਦੀ ਭਾਜੀ, ਜੈਜ਼ੀ ਭਾਜੀ, ਦੇ ਆਲਵੇਜ਼ ਲਵ ਮੀ, ਆਲਵੇਜ਼ ਐਵਰੀ, ਮੈਂ ਸੌਰੀ ਕਿ ਤਾਂ ਨਾਮ ਹੀ ਭੁੱਲ ਜਾਵਾਂ, ਮੇਰਾ ਕੁੱਕ ਬੈਠਾ ਹੈ ਧਰਮਾ ਭਾਜੀ, ਮੇਰੀ ਫੈਮਿਲੀ ਆ। ਇਹ 10 ਸਾਲ ਤੋਂ ਮੈਨੂੰ ਪਿਆਰ ਕਰਦਾ। ਮੇਰੀ ਅੱਖ ਹੰਝੂ ਉਹਦੇ ਤੇ 10 ਵਗ ਜਾਂਦੇ ਆ। ਮਾਈ ਫੈਮਿਲੀ, ਮਾਈ ਮਮ ਐਂਡ ਜਿੰਨੇ ਵੀ ਰਿਸ਼ਤੇ ਆ ਭਾਜੀ, ਤੁਸੀਂ, ਮੇਰੀ ਭੈਣ ਬੈਠੀ ਹੈ ਇੱਥੇ। ਮੈਂ ਪਤਾ ਕਿਉਂ ਕਹਿ ਰਿਹਾ, ਮੈਂ ਗੱਲ ਕਰ ਲਾਂ ਭਾਜੀ। ਬਿਲਕੁਲ ਭਾਜੀ, ਬਿਲਕੁਲ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੈਂ ਨਾਮ ਨਹੀਂ ਲਊਂਗਾ। ਐਂਡ ਜਦੋਂ ਮੇਰਾ ਦੌਰ ਚੱਲਦਾ ਸੀਗਾ, ਉਸ ਤੋਂ ਬਾਅਦ ਚਲੋ ਹੁਣ ਜੋ ਪੋਡਕਾਸਟ ਕੋਈ ਵੀ ਨਵੀਂ ਸਟਾਰਟ ਕਰਦਾ ਆ, ਐਂਡ ਕਾਲਸ ਆਏ ਤੇ ਵੀਰੇ ਪੋਡਕਾਸਟ ਕਰਨੀ ਹੈ ਤੇਰੀ। ਅੱਛਾ, ਮਤਲਬ ਤੁਹਾਨੂੰ ਸਾਡੇ ਤੋਂ ਪਹਿਲੇ? ਹਾਂ, ਜਿਹੜੇ ਵੀਰੇ ਨੂੰ ਮੈਂ ਕਹਿ ਰਿਹਾ, ਇੰਡਾਇਰੈਕਟਲੀ ਨੂੰ ਪਤਾ ਮੈਂ ਜਿਹਦੀ ਗੱਲ ਕਰਦਾ। ਮੈਂ ਵੀਰੇ ਨੂੰ ਇਹ ਕਹਿਣਾ ਚਾਹੁੰਦਾ ਕਿ ਕਈ ਵਾਰੀ ਤੁਸੀਂ ਨਾ ਉਹਦੇ ਇੱਕ ਦੂਜੇ ਨੂੰ ਤੁਸੀਂ ਇੰਨੇ ਪਿਆਰ ਨਾਲ ਗੱਲ ਕਰਦੇ ਹੋ, ਅਸੀਂ ਇਮੋਸ਼ਨਲ ਬੰਦੇ ਦਿਲ ਤੇ ਲੈਣੇ ਵੀ ਸਾਨੂੰ ਵਾਕਿਆ ਕੋਈ ਪਿਆਰ ਕਰਦਾ, ਹੈ ਨਾ। ਤੇ ਮੈਂ ਕਿਹਾ ਵੀਰ ਜ਼ਰੂਰ ਕਰਾਂਗੇ। ਉਸ ਤੋਂ ਬਾਅਦ ਉਹਨਾਂ ਦੀ ਪੋਡਕਾਸਟ ਬਹੁਤ ਹਾਈ ਲੈਵਲ ਤੇ ਚੱਲ ਗਈ, ਤੇ ਮੈਂ ਉਹ ਵੀ ਤਾਂ ਵੀ ਨਹੀਂ ਕੁਛ ਕੀਤਾ, ਮੇਰਾ ਕੋਲ ਕੁਛ ਆ ਰਿਹਾ ਸੀਗਾ। ਮੈਂ ਕਿਹਾ ਵੀਰ ਆਪਾਂ ਕਰਦੇ ਹਾਂ। ਹਾਂਜੀ ਹਾਂਜੀ ਭਾਜੀ ਕਰਦੇ ਹਾਂ। ਉਹਨੇ ਆਫਿਸ 'ਚੋਂ ਫੋਨ ਕਰਾ ਦਿੱਤਾ ਮੈਡਮ ਕੋ ਖੇ ਤੋਂ। ਤੇ ਮੈਂ ਕਿਹਾ ਯਾਰ, ਫਿਰ ਮੈਨੂੰ ਆਪਣੇ ਆਪ ਤੇ ਡਾਊਟ ਹੋ ਗਿਆ। ਮੈਂ ਕਿਹਾ ਭਿੰਦੇ ਵੀ ਤੂੰ ਫੇਲ ਆ ਜਾਂ ਤੇਰਾ ਮਿਊਜ਼ਿਕ ਫੇਲ ਆ, ਵੀ ਤੈਨੂੰ ਪਿਆਰ ਕਰਦੇ ਸੀ ਉਹ ਟੈਗ ਭਿੰਦੇ ਵਾਲੇ ਨੂੰ ਪਿਆਰ ਕਰਦੇ ਸੀ। ਮੈਂ ਤਾਂ ਜ਼ਿੰਦਗੀ ਭਰ ਇਹੀ ਕਨਫਿਊਜ਼ ਰਿਹਾ, ਹੈ ਨਾ। ਐਂਡ ਜਦੋਂ ਮੈਂ ਤੁਹਾਡੇ ਕੋਲ ਆਇਆ ਐਂਡ ਵਾਈਬ ਹੋਈ, ਐਂਡ ਆਹ ਜਿਹੜੀ ਪ੍ਰਮੋਸ਼ਨ ਹੁੰਦੀ ਨਾ ਭਾਜੀ, ਪੋਡਕਾਸਟ ਹੁੰਦੀ ਹੈ ਪਰਸਨਲ ਗੱਲਾਂ, ਰਾਈਟ। ਫਿਲਮ ਦੀ ਪ੍ਰਮੋਸ਼ਨ ਦਾ ਕਿਸੇ ਪੋਡਕਾਸਟ ਨੇ ਠੇਕਾ ਨਹੀਂ ਲਿਆ ਹੁੰਦਾ। ਬਿਲਕੁਲ ਸਹੀ ਗੱਲ ਹੈ। ਉਹ ਹੁੰਦਾ ਪਿਆਰ। ਉਹ ਗੱਲ ਮੇਰੇ ਦਿਲ ਤੇ ਭਾਜੀ ਉਹ ਕਰਦੇ ਆ, ਹੈ ਨਾ। ਤੇ ਹੁਣ ਮੇਰੀ ਯਾਰੀ ਆ, ਹੁਣ ਆਵਾਜ਼ ਮਾਰ ਕੇ ਦੇਖਿਓ, ਹੈ ਨਾ, ਧੌਣ ਲੱਥੀ ਵੀ ਆਵੇ ਤਾਂ ਵੀ ਮੈਂ ਭੱਜੇ ਨਹੀਂ ਹੋਣਾ ਤੁਹਾਡੇ ਵੱਲ। ਮੈਂ ਇੱਦਾਂ ਦਾ ਹੀ ਹਾਂ ਜੀ, ਯਾਰੀ ਲਈ ਇੱਦਾਂ ਦਾ ਹੀ ਹਾਂ। ਸੋ ਚੰਗੀਆਂ ਚੀਜ਼ਾਂ ਨੇ ਉਹ। ਮੇਰੇ ਤਾਂ ਲਾਸਟ ਟਾਈਮ ਵੀ ਆਪਣੀ ਗੱਲ ਹੋਈ ਸੀਗੀ ਨਾ, ਸੋ ਉਹ ਚੀਜ਼ ਸੀ, ਤੇ ਤਾਂ ਕਰਕੇ ਆ ਵੀ ਰਿਸਪੈਕਟ ਭਾਜੀ। ਨਹੀਂ ਭਾਜੀ, ਥੈਂਕ ਯੂ। ਦੇਖੋ ਅਸੀਂ ਤਾਂ ਤੁਹਾਡੇ ਗਾਣੇ ਸੁਣਦੇ ਰਹੇ ਨਾ ਕਾਫੀ ਟਾਈਮ ਤੋਂ, ਠੀਕ ਹੈ। ਸਾਨੂੰ ਤਾਂ ਖੁਸ਼ੀ ਹੁੰਦੀ ਹੈ ਨਾ, ਤੁਹਾਡੇ ਵਰਗੇ ਆਰਟਿਸਟ, ਹੈ ਨਾ। ਮੈਂ ਓਬਵੀਅਸ ਗਾਣੇ ਬਹੁਤ ਸੁਣਿਆ, ਤੇ ਇੰਨਾ ਕੁ ਤਾਂ ਵਿਸ਼ਵਾਸ ਆਈ ਥਿੰਕ ਇੱਕ ਆਰਟਿਸਟ ਤੇ ਰੱਖਣਾ ਚਾਹੀਦਾ ਕਿ ਜੇ ਉਹਨੇ ਉਸ ਟਾਈਮ ਦੇ ਵਿੱਚ ਇੰਨੀ ਵਧੀਆ ਕੰਟੈਂਟ ਤੇ ਇੰਨੀ ਵਧੀਆ ਚੀਜ਼ਾਂ ਦਿੱਤੀ ਹੈ, ਤੇ ਵਿੱਚ ਵਾਲਾ ਟਾਈਮ ਜਿੱਦਾਂ ਮਰਜ਼ੀ ਰਿਹਾ ਹੋਵੇ, ਅੱਗੇ ਜਦੋਂ ਦੁਬਾਰਾ ਟਰਾਈ ਕਰ ਰਿਹਾ ਤਾਂ 100% ਵਧੀਆ ਹੀ ਕਰ ਰਿਹਾ। ਮੈਂ ਉਹੀ ਗੱਲ ਆ ਭਾਜੀ, ਮੈਂ ਇੱਕ ਗੱਲ ਇਹ ਕਹਿਣਾ ਚਾਹੂੰਗਾ ਕਿ ਕੋਈ ਵੀ ਟੈਲੈਂਟਡ ਇਨਸਾਨ ਹੋਵੇ ਨਾ, ਮੈਨੂੰ ਛੱਡ ਦਿਓ ਕਿਸੇ ਵੀ ਫੀਲਡ ਦੇ ਵਿੱਚ, ਕੋਈ ਵੀ ਟੈਲੈਂਟਡ ਬੰਦਾ ਹੋਵੇ, ਅਗਰ ਕਿਸੇ ਰੀਜ਼ਨ ਉਹਦਾ ਡਾਊਨਫਾਲ ਆ ਜਾਏ, ਉਹਦੇ ਕੋਲ ਪੈਸੇ ਨਾ ਹੋਣ ਜਾਂ ਪਰਸਨਲ ਰੀਜ਼ਨਸ ਹੋ ਜਾਏ ਜਾਂ ਫੈਮਿਲੀ ਇਸ਼ੂ ਹੋ ਜਾਏ, ਉਹਨੂੰ ਕਦੇ ਮੂਰਖ ਨਾ ਸਮਝੋ ਭਾਜੀ। ਉਹਦਾ ਟਾਈਮ ਖਰਾਬ ਚੱਲ ਰਿਹਾ, ਟੈਲੈਂਟ ਤੋਂ ਚੁਣਨਾ ਹੀ ਆ, ਸਿਰਫ ਉਹਦਾ ਟਾਈਮ ਖਰਾਬ ਚੱਲ ਰਿਹਾ। ਕਦੇ ਵੀ ਸੂਈ ਅਗਰ ਉਹਦੇ ਕੰਮ ਤੇ ਲੱਗੇ ਹੋ ਨਾ, ਅਗਰ 12 ਤੇ ਆ, ਘੁੰਮ ਫਿਰ ਕੇ ਫਿਰ 12 ਤੇ ਆ ਜਾਣੀ ਹੈ ਭਾਜੀ। ਇਹ ਸੇਮ ਗੱਲ ਹੋਈ ਵੀ ਇੰਡਸਟਰੀ 'ਚ। ਗੁਰੂ ਰੰਧਾਵਾ ਭਾਜੀ ਨੂੰ ਕਹਿਣਾ ਸਟਾਰਟ ਕਰਤਾ ਸੀ ਟੀ ਸੀਰੀਜ਼ ਤੋਂ ਹਟਣ ਤੋਂ ਬਾਅਦ ਕਿ ਉਹਨਾਂ ਨੇ ਨਹੀਂ ਚੱਲਣਾ ਜੀ, ਬਟ ਆ ਗਿਆ ਟਾਈਮ ਦੁਬਾਰਾ। ਹਨੀ ਸਿੰਘ ਬਾਈ ਦਾ ਵੀ ਆ ਗਿਆ। ਐਗਜ਼ੈਕਟਲੀ, ਸਭ ਦਾ ਆਉਂਦਾ ਹੈ। ਉਹ ਟੈਲੈਂਟਡ ਬੰਦੇ ਤਾਂ ਆਊਗਾ ਨਾ, ਕੰਮ ਕਰ ਰਿਹਾ, ਮਿਹਨਤ ਕਰ ਰਿਹਾ। ਲੋਕ ਤੇ ਚਲੋ ਡਿਫਰੈਂਟ ਸਟੋਰੀ ਆ, ਪਰ ਜਿਨ੍ਹਾਂ ਨੇ ਜਿਹੜੇ ਤੁਹਾਡੇ ਨਾਲ ਰਹੇ ਨੇ, ਜਦੋਂ ਤੁਸੀਂ ਅੱਜ ਕੱਲ੍ਹ ਆਪਾਂ ਇੰਨੇ ਸਿਆਣੇ ਹੋ ਗਏ ਹਾਂ ਕਿ ਆਪਾਂ ਨੂੰ ਕੋਈ 1 ਘੰਟਾ ਗੱਲ ਕਰੇ, ਸਾਨੂੰ ਉਹਦੇ ਬਾਰੇ 70% ਪਤਾ ਲੱਗ ਜਾਂਦਾ ਕਿ ਇਨਸਾਨ ਕਿੱਦਾਂ ਦਾ ਹੈ, ਕਿੰਨੇ ਪਾਣੀ 'ਚ ਕੀ ਗੱਲ ਕਰ ਰਿਹਾ, ਹਵਾ 'ਚ ਸੈੱਟ ਰਿਹਾ, ਕਿਤੇ ਪੱਲੇ ਕੁਛ ਹੈ। ਜਿਹਨਾਂ ਤੁਸੀਂ 2-2 3-3 ਸਾਲ ਕੱਢੇ ਹੁੰਦੇ ਆ, ਰਾਈਟ। ਤੁਸੀਂ ਨਹੀਂ ਕੰਮ ਕਰਨਾ, ਮੈਂ ਕੰਮ ਨਹੀਂ ਕਹਿ ਰਿਹਾ ਭਾਜੀ, ਮੈਂ ਇਹ ਕਹਿ ਰਿਹਾ ਕਿ ਹਰੇਕ ਬੰਦੇ ਨੂੰ ਹੱਕ ਆ ਕਿ ਜਦੋਂ ਸਟੈਪ ਚੜ੍ਹਦਾ ਹੈ ਟਰਾਈ ਕਰੇ, ਲੇਕਿਨ ਉਹ ਹੈਲੋ ਹਾਈ 'ਚ ਕੀ ਜਾਂਦਾ, ਕੁਝ ਨਹੀਂ ਜਾਣਾ। ਮੇਰੇ ਹਿਸਾਬ ਤੋਂ ਕੁਝ ਨਹੀਂ ਜਾਂਦਾ। ਸਾਡਾ ਹੁੰਦਾ ਕਿ ਸਾਡਾ ਤਾਂ ਸੰਗ ਸੁੱਕ ਜਾਂਦਾ, ਸਾਡਾ ਭਰਾ ਉੱਤੇ ਆ, ਸਾਡਾ ਭਰਾ ਉੱਤੇ ਚੜਿਆ, ਸਾਡਾ ਭਰਾ ਉਹ ਆ, ਹੈ ਨਾ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜੇ ਤੁਹਾਡੇ ਪੁਰਾਣੇ ਦੋਸਤ ਨੇ ਉਹ ਹੋਣੇ ਚਾਹੀਦੇ ਨੇ ਤੁਹਾਡੇ ਨਾਲ, ਉਹਨੂੰ ਫੜ ਕੇ ਲੈ ਆਓ। ਸੱਚੀ ਤੁਹਾਨੂੰ ਦੁਆ ਮਿਲਣਗੀਆਂ, ਉਹ ਦੁਆਵਾਂ ਦੇਣਗੇ। ਉਹਨੂੰ ਪਹਿਲੇ ਦਿਨ ਵੀ ਦੁਆਵਾਂ ਦਿੱਤੀਆਂ ਸੀ। ਫਿਰ ਭਾਜੀ ਉਹ ਪੋਡਕਾਸਟ ਕੀਤਾ ਨਹੀਂ ਕੀਤਾ? ਨਹੀਂ ਕੀਤਾ ਹੀ ਨਹੀਂ, ਕੀਤਾ ਹੀ ਨਹੀਂ, ਹੈ ਨਾ। ਕਰੋਗੇ? ਉਹੀ ਹੈ ਨਾ, ਮੇਰੇ ਇੱਕ ਗਾਣੇ ਦੀ ਲਾਈਨ ਆ, ਜਿੱਥੇ ਕਦਰ ਨਾ ਹੋਵੇ ਪਿਆਰ ਦੀ,
ਕਿ ਯਾਰ ਬਣਾਉਣਾ ਹੋਵੇ। ਹਮ, ਸੋ ਮੈਂ ਭਾਜੀ ਮੈਨੂੰ ਕਦੇ ਵੀ ਕੋਈ ਨਾ ਉੱਦਾਂ ਨਹੀਂ ਜਗ੍ਹਾ ਬਣਾ ਸਕਦਾ ਕੋਈ ਲਾਲਚ ਦੇ ਕੇ ਪੈਸਾ ਪੂਸਾ ਨਾ ਦਿਲ ਨਾਲ ਹੀ ਜਾ ਸਕਦਾ ਪਿਆਰ ਨਹੀਂ ਉੱਦਾਂ ਨਹੀਂ। ਲੱਖ ਕੋਈ ਕਹੀ ਜਾਵੇ ਵੀ ਦਿਮਾਗ ਲਾ ਕੇ ਕਰ ਲਾ ਮੇਰੇ ਤੋਂ ਮਿਊਜ਼ਿਕ ਨਹੀਂ ਬਣ ਫਲੋਪ ਹੀ ਬਣ ਜਾਣਾ ਗਾਣਾ। ਦਿਲੋਂ ਜੁੜੋਗੇ ਜੋ ਵੀ ਕਲੈਰਿਟੀ ਨਾਲ ਜੁੜੋਗੇ ਦਿਲੋਂ ਜੁੜੋਗੇ ਉਹ ਚੀਜ਼ 100% ਚੱਲਣੀ ਹੀ ਚੱਲਣੀ ਹੈ। ਹੁਣ ਮੈਂ ਤੁਹਾਨੂੰ ਕੋਈ ਗਾਣਾ ਕਰਕੇ ਦਊਂਗਾ ਬਿਨਾਂ ਨਾ ਤੁਸੀਂ ਦੱਸਣਾ ਨਹੀਂ ਹੈਗਾ ਕੋਈ ਵੀ ਗਾਣਾ ਦੇ ਦਿਓ ABCD ਤੁਸੀਂ ਦੱਸਣਾ ਨਹੀਂ ਹੈਗਾ ਕਿ ਤੁਸੀਂ ਕਿਉਂ ABCD ਬਣਾਇਆ ਲੋਕਾਂ ਨੂੰ ਕੋਈ ਨਵਾਂ ਮੁੰਡਾ ਕੋਈ ਵਾਓ ਮੈਨ ਬ੍ਰੋ ਕਲੇ ਫਿਰ ਭਿੰਦੇ ਵਾਲੇ ਬਣਾਇਆ ਹੈ ਜਦੋਂ ਪਹਿਲੇ ਕਹਿੰਦਾ ਭਿੰਦਾ ਵਾਲਾ ਬਣਾ ਉਹ ਨਹੀਂ ਭਾਈ ਇਹ ਤਾਂ ਪੁਰਾਣਾ ਹੈ। ਪੁਰਾਣਾ ਨਹੀਂ ਹੁੰਦਾ ਭਾਜੀ ਮਿਊਜ਼ਿਕ ਕਦੇ ਪੁਰਾਣਾ ਨਹੀਂ ਹੁੰਦਾ। ਸੇਮ ਟੂਲ ਡਿਪੈਂਡ ਕਰਦਾ ਟਾਈਮ ਦੇ ਹਿਸਾਬ ਨਾਲ ਤੁਸੀਂ ਉਹਨੂੰ ਕਿੱਦਾਂ। ਹੁਣ ਤਾਂ ਮਿਊਜ਼ਿਕ ਹੀ ਆਨਲਾਈਨ ਹੋ ਗਿਆ ਰੈਡੀਮੇਡ ਹੋ ਗਿਆ। ਰਾਈਟ ਹੁਣ ਇਹ ਕਿ ਆਨਲਾਈਨ ਸੈਂਪਲਸ ਮਿਲਦੇ ਆ ਤੁਹਾਨੂੰ ਸੁਰ ਦੀ ਨੌਲੇਜ ਆ ਤੁਹਾਨੂੰ ਕੰਪੋਜੀਸ਼ਨ ਦੀ ਨੌਲੇਜ ਆ ਤੁਸੀਂ ਕਿਸੇ ਵੀ ਸਾਈਟ 'ਤੇ ਜਾਓ ਲੋਟ ਆਫ ਸਾਈਟਸ ਦੇਅਰ ਸੁਰ ਦੱਸੋ ਟੈਂਪੋ ਦੱਸੋ ਸਕੇਲ ਦੱਸੋ ਐਂਡ ਰਾਗ ਦੱਸੋ ਮੇਜਰ ਐਂਡ ਮਾਈਨਰ ਦੋ ਹੀ ਰਾਗ ਹੁੰਦੇ ਮੈਕਸਿਮਮ ਗਾਣੇ ਬਣਦੇ ਨੇ ਬਾਕੀ ਤਾਂ ਇੰਡੀਅਨਸ ਹੁੰਦੇ ਨੇ ਸੈਡ ਬਣਦੇ ਮੈਕਸਿਮਮ ਜਿਹੜੇ ਲਰਨਰ ਹੈਗੇ ਨੇ ਤੁਹਾਨੂੰ ਸੈਂਪਲਸ ਦੇ ਦੇਣਗੇ ਉਹਨੂੰ ਜੋੜਨਾ ਤੁਸੀਂ। ਹੁਣ ਤਾਂ ਕੋਈ ਬੁਟੀਕ ਦਾ ਕੰਮ ਆ ਤੁਹਾਡਾ ਕ੍ਰੀਏਸ਼ਨ ਤੇ ਤੁਹਾਡੀ ਹੈ ਨਾ ਸੂਟ ਕਿੱਦਾਂ ਕੱਟਣਾ ਦਰਜੀ ਨੂੰ ਕਹਿਣਾ ਸੀਨਾ ਲਾ ਦੇ। ਹੁਣ ਮਿਊਜ਼ਿਕ ਸੀਨਾ ਲਾਉਣ ਵਾਲਾ ਆ ਗਿਆ ਪਹਿਲੇ ਔਖਾ ਸੀ ਭਾਜੀ ਪਹਿਲੇ ਔਖਾ ਸੀ ਹੁਣ ਸੌਖਾ ਹੋ ਗਿਆ ਹੁਣ ਸੌਖਾ ਹੋ ਗਿਆ। ਸੋ ਮਿਊਜ਼ਿਕ ਕਰਨਾ ਈਜ਼ੀ ਹੋ ਗਿਆ ਬਹੁਤ ਜ਼ਿਆਦਾ। ਮੈਨੂੰ ਹੁਣ 4 ਘੰਟੇ ਮੋਰ ਦੇਨ ਇਨਫ ਅਗਰ ਸਹੀ ਕੰਪੋਜੀਸ਼ਨ ਮਿਲ ਜੇ ਓਕੇ ਸਿੰਗਰ ਸਹੀ ਮਿਲ ਜੇ ਐਂਡ 4 hours ਇਨਫ ਫॉर ਮੀ ਫॉर one song everything's ready just I need a ਸੈਟ ਹੀ ਕਰਨਾ ਜਗਾੜ ਜੇ ਬਸ। that time all time ਉਦੋਂ ਔਖਾ ਹੁੰਦਾ ਸੀ ਭਾਈ ਉਦੋਂ ਮੰਨ ਲਓ ਕਿ ਤੁਸੀਂ ਐਵਰੀਥਿੰਗ ਲਾਈਵ ਕਰਦੇ ਹੋ ਮਤਲਬ ਢੋਲ ਪਰਕਸ਼ਨ ਹੀ ਲਾਈਵ ਕੀਤੀ ਆਪਣੇ ਫੋਕ ਤੇ ਕਦੇ ਪੰਜਾਬ 'ਚੋਂ ਮਰਨਾ ਹੀ ਨਹੀਂ। ਫੋਕ ਸਾਡੀ ਜਾਨ ਆ ਪੰਜਾਬੀਆਂ ਦੀ ਤੇ ਨਾ ਹੀ ਮਰਨ ਦਈਏ ਹੈ ਨਾ। ਉਦੋਂ ਫੋਕ ਜ਼ਿਆਦਾ ਸੀ ਭਾਜੀ ਮਤਲਬ ਅਗਰ ਐਲਬਮ ਵਿੱਚ 8 ਗਾਣੇ ਹੁੰਦੇ ਸੀਗੇ 6 ਗਾਣੇ 5 ਗਾਣੇ ਫੋਕ ਹੁੰਦੇ ਸੀ ਬਾਕੀ ਦੂਸਰੇ ਹੁੰਦੇ ਸੀਗੇ। ਓਕੇ ਮਤਲਬ ਢੋਲ ਰਿਕਾਰਡ ਕੀਤਾ ਭਾਜੀ ਲੈਫਟ ਰਾਈਟ 2 3 ਢੋਲਕੀਆਂ ਰਿਕਾਰਡ ਕਰਦੇ ਸੀ ਵੱਲ ਉਹਨਾਂ ਨੂੰ ਸੈੱਟ ਕਰਨਾ ਪੈਂਦਾ ਸੀ ਉਹਨਾਂ ਨੂੰ EQ ਕਰਨਾ ਪੈਂਦਾ ਸੀ ਉਹਨਾਂ ਨੂੰ ਪ੍ਰੋਸੈਸ ਕਰਨਾ ਪੈਂਦਾ ਸੀ। ਸੈਂਪਲਸ ਜਿਹੜੇ ਹੁੰਦੇ ਸੀਗੇ ਕਿ ਸਨੇਅਰਸ ਪ੍ਰੋਸੈਸ ਸੈਂਪਲ ਨਹੀਂ ਮਿਲਦੇ ਹੁੰਦੇ ਸੀਗੇ ਉਹ ਕੀਬੋਰਡ ਦੇ ਸੈਂਪਲਸ ਹੋ ਗਏ ਜਾਂ ਉੱਦਾਂ ਹੋ ਗਏ ਉਹਨਾਂ ਨੂੰ ਕ੍ਰੀਏਟ ਕਰਨਾ ਪੈਂਦਾ ਸੀ। ਓਕੇ ਦੈਟਸ ਵਾਈ ਦੈਟਸ ਆਲਸੋ ਕਲੀਨ ਬਹੁਤ ਕਲੀਨ ਹੁੰਦਾ ਸੀ ਮਿਊਜ਼ਿਕ ਉਹ। ਸੋ ਉਹ ਤੁਸੀਂ ਸੁਣਦੇ ਸੀ ਤਾਂ ਪੁਰਾਣੇ ਗਾਣੇ ਸੁਣਦੇ ਤੁਹਾਡੇ ਕੰਨ ਡਿਸਟਰਬ ਨਹੀਂ ਹੋਣਗੇ ਯੂ ਨੋ ਰੂਲ ਐਂਡ ਰੈਗੂਲੇਸ਼ਨ ਗੋਟ ਇਟ। ਜਿਹੜੀ ਚੀਜ਼ ਵੀ ਰੂਲ ਐਂਡ ਰੈਗੂਲੇਸ਼ਨ 'ਚ ਕਰੋਗੇ ਨਾ ਚਾਹੇ ਗਾਣੇ ਚਾਹੇ ਰਸਤੇ ਬੈਲੈਂਸਡ ਹੀ ਰਹਿਣਗੇ। ਇੱਕ ਗੱਲ ਨਾ ਹਮੇਸ਼ਾ ਸੁਣੀ ਹੈ ਜੀ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਕਿ ਦੋਸਤੀ ਔਰ ਰਿਸ਼ਤੇਦਾਰੀ 'ਚ ਕਦੇ ਬਿਜ਼ਨਸ ਨਹੀਂ ਕਰਨਾ ਚਾਹੀਦਾ। ਜਿਹੜੇ ਉਹੀ ਫੇਰ ਗੱਲ ਆ ਜਾਂਦੀ ਭਾਜੀ ਕਿ ਈਗੋ ਕਲੈਸ਼ ਹੋ ਜਾਂਦੀ ਕਈ ਵਾਰੀ ਈਗੋ ਕਲੈਸ਼ ਹੋ ਜਾਂਦੀ ਆ ਰਿਸ਼ਤੇਦਾਰੀ ਵਿੱਚ। ਇੱਕ ਰਿਸ਼ਤੇਦਾਰ ਗੁੱਸੇ ਹੋ ਗਿਆ ਨਾ ਉੱਥੋਂ ਦੇ ਨਿਕਲ ਜੋਗੇ ਨਾ ਕੰਮ ਕਰਨ ਜੋਗੇ। ਕੱਲੀ ਪੈਸਾ ਜਿਹੜਾ ਨਾ ਭਾਜੀ ਇਫ ਯੂ ਗੋਟ ਅ ਮਨੀ ਐਂਡ ਯੂ ਸੈਡ ਓਕੇ ਆਈ ਐਮ ਗੋਇੰ ਟੂ ਗਿਵ ਯੂ ਮਨੀ ਐਂਡ ਮੈਂ ਕੀਤਾ ਨੋ ਨਹੀਂ। ਜਿਹੜਾ ਅੱਗੇ ਕੰਮ ਕਰ ਰਿਹਾ ਇਮਾਨਦਾਰ ਬੰਦਾ ਕੰਮ ਉਹਦੀ ਵੀ ਉਨੀ ਮਿਹਨਤ ਲੱਗਦੀ ਹੈ ਬਟ ਉਹ ਹੈਲਪਲੈਸ ਇਸ ਕਰਕੇ ਉਹਦੇ ਕੋਲ ਪੈਸੇ ਨਹੀਂ। ਫਿਲਮ ਸਾਰਿਆਂ ਦੇ ਹੁੰਦੇ ਆ ਗਾਣੇ ਸਾਰਿਆਂ ਦੇ ਹੁੰਦੇ ਆ। ਈਗੋ ਕਲੈਸ਼ ਅਗਰ ਨਹੀਂ ਕਰਦੇ ਕੋਈ ਰਿਸ਼ਤੇਦਾਰ ਉਹਨਾਂ ਨਾਲ ਕਰੋ। ਫਰੈਂਡਸ ਦੇ ਵਿੱਚ ਇਹ ਆ ਕਿ ਤੁਹਾਡੀ ਯਾਰੀ ਜਿਹੜੇ ਚੰਗੇ ਫਰੈਂਡ ਆ ਉੱਥੇ ਮੈਨੂੰ ਲੱਗਦਾ ਕਿ ਤੁਹਾਨੂੰ ਨਾ ਪੈਸੇ ਦਾ ਲੈਣ ਦੇਣ ਮੈਂ ਬਹੁਤ ਘੱਟ ਕਰਦਾ ਭਾਜੀ। ਮੈਨੂੰ ਹੁੰਦਾ ਕਿ ਯਾਰ ਪੈਸਾ ਕਿਹੋ ਜਿਹੀ ਚੀਜ਼ ਆ ਨਾ ਕਿ ਉਹਦੇ ਕਰਕੇ ਜਿਹੜੇ ਤੁਹਾਡੇ ਜਿਗਰੀ ਯਾਰ ਆ ਉਹ ਤੁਹਾਡਾ ਰਸਤਾ ਨਾ ਖਰਾਬ ਹੋ ਜਾਏ। ਰੱਬ ਨਾ ਕਰੇ ਇਹੋ ਜਿਹੀ ਸਿਚੁਏਸ਼ਨ ਆ ਜਾਏ ਭਾਜੀ ਪੈਸਾ ਨਾ ਮੋੜਿਆ ਗਿਆ ਕੀ ਪਤਾ ਮੇਰੇ ਯਾਰ ਦੋਸਤ ਨੂੰ ਲੋੜ ਹੋਵੇ ਇੱਕ ਵਾਰ ਤਾਂ ਆਊਗਾ ਨਾ ਯਾਰ ਮੈਂ ਤੇਰੇ ਔਖੇ ਵੇਲੇ ਹੈਲਪ ਕੀਤੀ ਸੀ ਰਾਈਟ ਇਹੋ ਜਿਹੀ ਮਜਬੂਰੀ ਆ ਜੇ ਫਿਰ ਗਲਤ ਬੰਦਾ ਅਗਰ ਤੁਹਾਡਾ ਦੋਸਤ ਹੈਲਪ ਫਰੈਂਡ ਕਰੂਗਾ ਜੇ ਗਲਤ ਬੰਦੇ ਕੱਢਣੇ ਆ ਜ਼ਿੰਦਗੀ ਜਿਹੜੇ ਰੋਂਗ ਪਰਸਨ ਹੁੰਦੇ ਆ ਉਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਿਓ ਮੰਗ ਲਓ ਉੱਦਾਂ ਭੱਜ ਜਾਣੇ ਆ। ਸਹੀ ਯੂ ਨੋ ਜਿਹੜੇ ਬੰਦੇ ਆ ਕਿ ਤੁਹਾਨੂੰ ਲੱਗਦਾ ਨਾ ਕਿ ਇਹ ਯਾਰ ਬੰਦੇ ਆ 50,000 ਦੇ ਕੇ ਜਾਨ ਛੁੱਟਦੀ ਆ ਦੋਸਤ ਕਈ ਇਹੋ ਜਿਹੇ ਹੁੰਦੇ ਨੇ ਕਿ ਯੂ ਨੋ ਦੈਟ ਪਰਸਨ ਇਜ਼ ਅਨੋਇੰਗ ਯੂ ਹਟਾਓ ਹਜ਼ਾਰੇ ਪੈਸੇ ਦੇ ਦਿਓ ਮੰਗ ਲਓ ਜੌਬ ਡਨ। ਚੰਗੇ ਦੋਸਤ ਆ ਉਹਨਾਂ ਤੋਂ ਮੰਗਣ ਦੀ ਲੋੜ ਨਹੀਂ ਪੈਣੀ। ਜੇ ਤੁਸੀਂ ਕਿਤੇ ਫਸੇ ਉਹਨਾਂ ਨੇ ਤੁਹਾਡੇ ਨਾਲ ਖੜ ਜਾਣਾ। ਉਹਨਾਂ ਨਾਲ ਪਿਆਰ ਰੱਖੋ ਲਾਈਫ ਟਾਈਮ ਜ਼ਿੰਦਗੀ ਰੱਖੋ ਉਹ ਵਾਲੀ ਯਾਰੀ ਰੱਖੋ ਵੀ ਜਦੋਂ ਦੰਦ 4 ਮੂੰਹ ਛੋਣੇ ਆ ਕੁੜਤੇ ਪਜਾਮੇ ਤੇ ਜ਼ਿੰਦਗੀ ਆ ਜਾਣੀ ਆ ਤੁਹਾਡਾ ਦੁੱਖ ਸੁਣਨ ਵਾਲਾ ਕੋਈ ਹੈ। ਹਾਂ ਨੂੰ ਖਾਣ ਪਿਆਰਾ ਲੱਗਦਾ ਬਹੁਤ ਈਜ਼ੀ ਲਾਈਫ ਆ। ਹੁਣ ਤੋਂ ਅਗਰ ਆਪਣੀ ਉਹ ਵਾਲੀ ਪੈਨਸ਼ਨ ਯਾਰੀ ਦੋਸਤ ਦੀ ਇਕੱਠੀ ਕਰਕੇ ਚੱਲੋਗੇ ਨਾ ਬੁਢਾਪੇ 'ਚ ਕੰਮ ਆਉਣੀ ਹੈ। ਬੜੇਪਾ ਇੱਦਾਂ ਨਿਕਲਣਾ ਮਲਾਈ ਵਾਂਗੂ ਨਹੀਂ ਰੱਖੋਗੇ ਬੜੇਪੇ 'ਚ ਕਿਸੇ ਨੇ ਗੱਲ ਨਹੀਂ ਸੁਣੀ ਤੁਹਾਡੀ। ਤੁਸੀਂ ਦੇਖਣਾ ਦੂਸਰਿਆਂ ਵੱਲ ਜਿਹਨਾਂ ਤੁਹਾਡੇ ਵਿਚਾਰ ਨਹੀਂ ਮਿਲਦੇ ਛੋਟੀ ਉਮਰ ਵਾਲੇ ਤੁਹਾਡੇ ਵਿਚਾਰ ਨਹੀਂ ਮਿਲਣੇ ਜਿਹੜੇ ਤੁਹਾਡੇ ਤੋਂ ਵੱਡੇ ਉੱਪਰ ਜਾ ਚੁੱਕੇ ਹੋਣੇ ਆ। ਬਚੇ ਕੌਣ 2-3 ਉਹੀ ਬਚਣੇ ਨੇ
ਜਿਹਨਾਂ ਦੁੱਖ ਸੁੱਖ ਫੋਲ ਲਿਆ ਕਰਾਂਗੇ, ਜਵਾਨੀ ਦੀ ਗੱਲ ਕਦੇ ਕਰ ਲਿਆ ਕਰਾਂਗੇ। ਸੋ ਲਾਈਫ ਈਜ਼ੀ ਨਿਕਲ ਜਾਏਗੀ। ਜਾਣਾ ਤਾਂ ਹੈ ਹੀ ਨਾ ਭਾਜੀ, ਬਿਲਕੁਲ ਵੀ ਹੈਵ ਟੂ ਗੋ ਵਨ ਡੇ। ਰਾਈਟ। ਸੋ ਹੈਲਦੀ ਜੀ ਕੇ ਜਾਓ ਨਾ ਭਾਜੀ। ਮੇਰੇ ਦੋਸਤ ਆ ਥਾਂਦੀ ਭਾਜੀ ਤੋਂ ਇਜ਼ ਲਾਈਕ ਬ੍ਰਦਰ, ਹੈ ਨਾ, ਅਸੀਂ ਕੰਮ ਕਰ ਉਹ ਤੇ ਮੈਂ ਡਿਫਰੈਂਟ ਆ, ਮੇਰੇ ਲਾਈਕ ਫਾਦਰ ਵਾਂਗੂ ਲਾ ਲਓ, ਹੈ ਨਾ। ਜਿਹੜੇ ਉੱਦਾਂ ਜਦ ਮੈਂ ਹਰੇਕ ਗੱਲ ਕਰ ਸਕਦਾ। ਸਮਰਾ ਭਾਜੀ ਆ ਆਸਟ੍ਰੇਲੀਆ ਤੋਂ, ਮੇਰਾ ਦੋਸਤ ਆ, ਠੀਕ ਹੈ। ਤੇ ਉਹਨੇ ਧੱਕੇ ਨਾਲ ਕਹਿਣਾ ਉਹ ਦੱਸ ਦਿਆ ਕਰ ਕਿ ਪੈਸੇ ਲੋੜ। ਮੈਂ ਕਿਹਾ ਨਹੀਂ ਭਾਜੀ, ਲੈਣੇ ਨਹੀਂ। ਉਹ ਆ ਕਿ ਸਮਰਾ ਉਹ ਆ ਕਿ ਜੇ ਕਿਸੇ ਪਾਰਟੀ 'ਤੇ ਗਾਣਾ ਲੱਗਾ ਤੇ ਉਹਨਾਂ ਨੇ ਪਹਿਲੇ ਕਹਿ ਦੇਣਾ ਭਰਾਵਾ ਭਿੰਦੇ ਦਾ ਯਾਰ ਗਲਾਸੀ ਗਾਣਾ ਲਾ ਦਿਓ, ਨਹੀਂ ਸਮਰੇ ਨੇ ਲੜ ਪੈਣਾ। ਜੋ ਦਾਰੂ ਪੀ ਲਈ ਉਹਨੇ ਪਹਿਲੇ ਆਪਣੇ ਗਾਣੇ ਲਵਾ ਲੂ ਕੇ ਨੱਚ ਲੈਣਾ। ਜਦੋਂ ਤੱਕ ਉਹਨੇ ਦਾਰੂ ਨਹੀਂ ਪੀਤਾ, ਦਾਰੂ ਪੀ ਲਈ ਫਿਰ ਭਰਾ ਦਾ ਗਾਣਾ ਲਾਓ। ਉਹਨੇ ਕਹਿਣਾ ਭਾਜੀ 10 ਵਾਰ ਵੱਜ ਚੁੱਕਾ, ਫੇਰ ਲਾਓ, ਨਹੀਂ ਮੈਂ ਘਰ ਨੂੰ ਚੱਲਾਂ। ਇਹੋ ਜਿਹੇ ਦੋਸਤ ਵੀ ਹੁੰਦੇ ਆ, ਲਾਈਕ ਜਿਹੜੇ ਤਾਂ ਹੁੰਦੇ ਆ ਕਿ ਯਾਰ ਉਹਨਾਂ ਨੂੰ ਉਹ ਲਾਈਕ ਇੱਕ ਰਿਸ਼ਤੇ ਹੁੰਦੇ ਨੇ ਪੁਰਾਣੇ ਜਨਮ। ਕਿੱਥੇ ਉਹ ਇਹੋ ਜਿਹੇ ਦੋਸਤ ਨੇ ਮੇਰੇ ਕਿ ਗਾਂਧੀ ਭਾਜੀ ਹੋ ਗਏ, ਦਿਨੇਸ਼ ਭਾਜੀ ਹੋ ਗਏ, ਜਾਂ ਆਪਣਾ ਸਮਰਾ ਭਾਜੀ ਹੋ ਗਏ, ਕਰਮਜੀਤ ਮੇਰਾ ਦੋਸਤ ਆ, ਹੈ ਨਾ। ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹ ਆ ਕਿ ਕੁਛ ਵੀ ਕਰ ਜਾਣਗੇ। ਇੱਥੇ ਖਰੋਚ ਆਈ, ਇਹ ਕੁਛ ਵੀ ਕਰ ਜਾਣਗੇ, ਇਹਨਾਂ ਨੇ ਦੇਖਣਾ ਆਲਾ ਦੁਆਲਾ। ਉਹ ਦੋਸਤ ਨੇ ਨਾ ਇਹਨਾਂ ਨੇ ਗਾਣਾ ਕਰਾਉਣਾ ਮੇਰੇ ਤੋਂ। ਕਰਮਜੀਤ ਆ ਮੇਰਾ ਦੋਸਤ ਆ, ਅਤੇ ਉਹ ਵੀ ਇੱਦਾਂ ਹੀ ਆ। ਉਹਨੂੰ ਮੈਨੂੰ ਡਰ ਹੀ ਹੁੰਦਾ ਵੀ ਇਹ ਮੈਨੂੰ, ਮੈਂ ਕਿਤੇ ਗਿਆ ਹੋਇਆ ਵੀ ਇਹਦੇ ਸਾਹਮਣੇ ਨਾ ਮੈਨੂੰ ਕੁਛ ਕਹਿ ਦੇਵੇ ਵੀ ਉਹਨਾਂ ਨੂੰ ਤਾਂ ਮੈਂ ਸਾਂਭ ਨੂੰ, ਇਹਨੇ ਹੋਰ ਕਲੇਸ਼ ਪਾ ਲੈਣਾ ਉੱਥੇ, ਇਹਨੇ ਗਾਲੀ ਭੈਣ ਉਹਨਾਂ ਦੇ। ਉਹ ਭਾਜੀ ਮੈਂ ਉਹ ਮੈਂ ਕਿਹਾ ਮੁੜ ਕੇ ਇਕੱਠਾ ਵੀ ਕਰਨਾ ਪੈਂਦਾ ਹੁੰਦਾ, ਚੀਜ਼ਾਂ ਉਮਰ ਦੇ ਹਿਸਾਬ ਨਾਲ ਦੇਖਣੀਆਂ ਪੈਂਦੀਆਂ ਨੇ। ਸੋ ਪਿਆਰ ਆ ਉਹਨਾਂ ਦਾ, ਨਹੀਂ ਬਰਦਾਸ਼ਤ ਹੁੰਦਾ ਉਹਨਾਂ ਤੋਂ, ਹੈ ਨਾ। ਸੋ ਅੰਮ੍ਰਿਤ ਮੇਰੀ ਇੱਕ ਫਰੈਂਡ ਆ, ਬਹੁਤ ਪੁਰਾਣੀ ਆ, 16 ਸਾਲ ਤੋਂ ਫਰੈਂਡ ਆ ਆਪਣੀ, ਪੁਰਾਣੀਆਂ ਦੋਸਤ ਨੇ, ਕੁੜੀਆਂ ਦੋਸਤ ਨੇ। ਉਹ ਅਸੀਂ ਕਦੇ ਫਰਕ ਹੀ ਨਹੀਂ ਸਮਝਿਆ, ਕੁੜੀਆਂ ਮੁੰਡੇ, ਉਹ ਆਲਵੇਜ਼ ਦੇ ਸਟੈਂਡ ਫॉर ਮੀ, ਆਲਵੇਜ਼ ਦੇ ਸਟੈਂਡ ਫॉर ਮੀ। ਬਹੁਤ ਨੇ, ਹੈ ਨਾ, ਦੋਸਤ ਜਿਹੜੇ ਪੁਰਾਣੇ ਨੇ। ਮੁੰਡਾ ਮਨਦੀਪ ਧਾਰੀਵਾਲ ਆ ਜਿਹਨੇ ਗਾਣਾ ਲਿਖਿਆ, ਕਿੰਨੇ ਸਾਲ ਹੋ ਗਏ ਦੇ ਲੋ ਗਾਣੇ ਮੇਰੇ ਪਹਿਲੇ ਲਿਖੇ ਹੋਏ ਉਹਨੇ। ਅੱਜ ਵੀ ਉਹਨੇ ਗਾਣਾ ਕਿਸੇ ਨੂੰ ਦੇਣਾ ਤੇ ਮੈਨੂੰ ਪੁੱਛੂਗਾ ਕਿ ਭਾਜੀ ਉਹ ਮੈਂ ਗਾਣਾ ਕਿਉਂ ਦੇ ਦਾਂ। ਉਹ ਮੈਂ ਕਹਿਣਾ ਯਾਰ ਮਨਦੀਪ ਤੂੰ ਕਿਹੜਾ ਮੇਰਾ ਸਾਈਨ ਆ ਯਾਰ, ਵੀ ਦੇ ਦੇ ਗਾਣਾ। ਨਹੀਂ ਭਾਜੀ ਉੱਦਾਂ ਹੀ ਰਿਸਪੈਕਟ। ਹੁਣ ਐਜ਼ ਅ ਸਿੰਗਰ ਮੈਂ ਤਾਂ ਕੌਣ ਹੁੰਦਾ ਹੈਲਪ ਕਰਨ ਵਾਲਾ, ਬਟ ਬਹੁਤ ਵਧੀਆ ਗਾਉਂਦਾ ਆ, ਮੈਂ ਉਹਨੂੰ ਪੁਸ਼ ਕਰ ਰਿਹਾ। ਓਕੇ, ਮੈਂ ਕਿਹਾ ਮੈਂ ਤੁਹਾਨੂੰ ਫਿਲਮਾਂ ਕਰਦਾ, ਮੇਰੇ ਗਲੇ ਦੀ ਸਰਜਰੀ ਦੇ ਕਰਕੇ ਗਾਇਆ ਨਹੀਂ ਜਾਂਦਾ, ਤੂੰ ਗਾ। ਸਰਜਰੀ ਹੋਈ ਹੈ ਮੇਰੀ ਭਾਜੀ ਸਰਜਰੀ ਹੋ ਗਈ ਸੀ ਗਲੇ ਦੀ। ਓਕੇ। ਸੋ ਇਹ ਲਾਸਟ ਵੀ ਮੈਂ ਦੱਸਿਆ ਸੀ, ਖਰੇ ਕਿ ਨਹੀਂ ਦੱਸਿਆ ਸੀ? ਸਰਜਰੀ ਵਾਲੀ ਗੱਲ ਨਹੀਂ। ਇਹ ਸਰਜਰੀ ਇਹ ਹੁੰਦਾ ਕਿ ਆ ਵੋਕਲ ਕਾਰਡ ਨੇ ਨੋਡਿਊਲਸ ਹੁੰਦੇ ਇੱਥੇ ਭਾਜੀ, ਹੈ ਨਾ, ਗਲੇ ਦੇ ਅੰਦਰ ਛੋਟੇ ਛੋਟੇ ਟਿਸ਼ੂ ਹੁੰਦੇ ਆ। ਓਕੇ। ਆਰਮੀ ਅਫਸਰਸ, ਸਿੰਗਰ, ਟੀਚਰ, ਜਦੋਂ ਆਪਾਂ ਬਹੁਤ ਲਾਊਡ ਬੋਲਦੇ ਹਾਂ, ਮੈਂ ਵੀ ਬਹੁਤ ਲਾਊਡ ਬੋਲਦਾ ਘਰੇ, ਫੋਨ 'ਤੇ ਵੀ। ਪਿੰਡ ਵਾਲੇ ਆ, ਪਿੰਡ ਵਾਲਿਆਂ ਨੇ ਉੱਚੀ ਉੱਚੀ ਬੋਲਣਾ, ਉੱਚੀ ਉੱਚੀ ਫੋਨ 'ਤੇ ਗੱਲ ਕਰਕੇ ਕਹੀ ਜਾਣਾ, ਓਏ ਹੌਲੀ ਗੱਲ, ਮੈਂ ਕਿਸੇ ਨੂੰ ਪਤਾ ਨਾ ਲੱਗ ਜੇ ਤੇ ਰੌਲਾ ਸਾਰੇ ਪਿੰਡ 'ਚ ਪਾਇਆ ਹੁੰਦਾ ਉੱਚੀ ਵਾਲੀ ਗੱਲ ਕਰਕੇ ਲਾਊਡ। ਉਹ ਕਾਰਡ ਖਰਾਬ ਹੋ ਜਾਂਦੇ ਭਾਜੀ ਗੱਲ ਕਰ ਕਰਕੇ। ਮੇਰੇ ਨੇ ਕਈ ਡਿਪਰੈਸ਼ਨ 'ਚ ਹੋ ਜਾਂਦੇ ਨੇ। ਇਫ ਯੂ ਡਿਪਰੈਸਡ, ਬ੍ਰੇਕਅਪ, ਡਿਪਰੈਸ, ਯੂ ਕ੍ਰਾਈਂਗ, ਯੂ ਯੂਜ਼ਿੰਗ ਸੋ ਮਚ ਯੂਰ ਵੋਕਲ ਕਾਰਡਸ, ਉਹ ਡੈਮੇਜ ਹੋ ਜਾਂਦੇ ਆ। ਮੇਰੇ ਡੈਮੇਜ ਹੋ ਗਏ ਭਾਜੀ। ਐਂਡ ਇਹ ਪਤਾ ਕਿਵੇਂ ਲੱਗਿਆ ਤੁਹਾਨੂੰ? ਮੇਰੇ ਤੋਂ ਗਾਇਆ ਨਹੀਂ ਜਾਂਦਾ ਭਾਜੀ। ਹੁਣ ਅਗਰ ਮੈਂ ਗਾਊਂਗਾ ਤੇ 2-4 ਗਾਣੇ ਸਟੂਡੀਓ 'ਚ ਗਾ ਸਕਦਾ ਮੈਂ, ਠੀਕ ਹੈ। ਲਾਈਵ ਸਟੇਜ 'ਤੇ ਗਾਊਂਗਾ, 2 ਗਾਣੇ ਤੋਂ ਬਾਅਦ ਮੇਰਾ ਗਲਾ ਦੁਖਣ ਲੱਗ ਪੈਂਦਾ। ਓਕੇ। ਆਈ ਕੈਨ ਸਿੰਗ। ਸੋ ਮੇਰੇ ਪੇਨ ਹੁੰਦੀ ਹੈ ਇੱਥੇ। ਸੋ ਅਗਰ ਜ਼ਿਆਦਾ ਫੋਰਸ ਕਰੂੰਗਾ ਤਾਂ ਉਨਾ ਵੀ ਨਹੀਂ ਗਾਇਆ ਜਾਊਗਾ। ਸੋ ਮੈਨੂੰ ਪਤਾ ਹੀ ਨਹੀਂ ਲੱਗਾ ਬਹੁਤ ਚਿਰ। ਮੈਂ ਕਿਹਾ ਉੱਦੀ ਗਲਾ ਬਹਿ ਗਿਆ ਹੋਣਾ, ਤਾਂ ਆਪਣੇ ਕਹਿੰਦੇ ਹੁੰਦੇ ਪਿੰਡ ਵਾਲੇ ਆਹ ਖਾ ਲਓ। ਜਦੋਂ ਮੈਂ ਚੈੱਕ ਕਰਾਇਆ ਜਾ ਕੇ ਫਿਰ ਕੈਨੇਡਾ, ਉੱਥੇ ਸਾਡੇ ਤਾਂ ਇੱਦਾਂ ਆ ਵੀ ਬੰਦਾ ਜਦੋਂ ਤੱਕ ਪੂਰੇ ਤਹਿ ਤੱਕ ਨਹੀਂ ਜਾਂਦੇ। ਉਹਨੇ ਸਰਜਰੀ ਕੀਤੀ, ਉਹ ਸਕਸੈਸਫੁਲ ਨਹੀਂ ਹੋਈ। ਕਈ ਕਹਿੰਦੇ ਨੇ ਇੱਕਦਮ, ਡਾਕਟਰ ਤਾਂ ਕਹਿੰਦੇ ਨੇ ਚਲੋ ਟਰਾਈ ਕਰਦੇ, ਰੱਬ ਹੀ ਆ ਉਹ, ਪਰ ਐਕੂਰੇਟ ਨਹੀਂ ਹੁੰਦਾ। ਉਹ 'ਚ ਨਾ ਖਰਾਸ਼ ਜਿਹੀ ਆ ਜਾਂਦੀ ਆ। ਤੁਸੀਂ ਅਗਰ ਮੇਰੇ ਪੁਰਾਣੇ ਗਾਣੇ ਸੁਣੋਗੇ ਤੁਹਾਨੂੰ ਕਲੀਨ ਵੋਕਲ ਲੱਗਣੀ ਆ। ਹੁਣ ਵਾਲੇ ਅਗਰ ਮੈਂ ਲਾਊਡ ਗਾਣੇ ਗਾਊਂਗਾ, ਓਕੇ, ਜੱਟਵਾਦ ਵਾਲੇ ਗਾਣੇ ਓਕੇ ਆ, ਪਰ ਪਿਆਰੀ ਪਿਆਰੀ ਅੱਖੀਆਂ ਕਰਕੇ ਗਾਊਂਗਾ ਉਹ ਚੱਕਰ ਨਾ ਡਿਫਰੈਂਟ ਜਿਹੀ ਟੋਨ ਆਉਂਦੀ ਆ। ਓਕੇ। ਸੌ ਉੱਪਰ ਥੱਲੇ ਹੋ ਜਾਂਦੇ ਆ। ਸੋ ਉਹੀ ਆ ਕਿ ਸਿੰਗਰਸ ਜਿੰਨੇ ਵੀ ਜੋ ਆਪਾਂ ਚੀਕਾਂ ਬਿਨਾਂ ਗੱਲ ਤੋਂ ਮਾਰੀ ਜਾਂਦੇ ਆ, ਲਾਊਡ ਬੋਲੀ ਜਾਂਦੇ ਆ, ਉਹ ਵੋਕਲ ਕਾਰਡ ਖਰਾਬ ਹੋ ਜਾਂਦੇ ਭਾਜੀ। ਸੋ ਬੀ ਕੇਅਰਫੁਲ ਰਹਿਣਾ ਚਾਹੀਦਾ ਉਹਦੇ। ਇਹ ਨਵੀਂ ਚੀਜ਼ ਹਾਂਜੀ, ਮੈਂ ਪਤਾ ਸੀ। ਕਿੰਨਾ ਚਿਰ ਤੇ ਲਾਈਕ ਬੋਲਿਆ ਹੀ ਨਹੀਂ ਸੀਗਾ, ਡਿਪਰੈਸ਼ਨ ਚੱਲ ਗਿਆ। ਹੁਣ ਗਾਣਾ ਗਾਣੇ ਹੋਏ? ਮੈਂ ਗਾਣਾ ਮੇਨ ਤਾਂ ਹੀ ਫਿਲਮਾਂ ਕਰ ਰਿਹਾ ਭਾਜੀ। ਅੱਛਾ, ਤਾਂ ਹੀ ਫਿਲਮਾਂ ਕਰ ਰਹੇ? ਆਇਆ ਨਹੀਂ ਜਾਂਦਾ ਮੇਰੀਆਂ ਫਿਲਮਾਂ ਦੇਖ ਲਓ ਯਾਰ। ਕੰਮ ਕਰਨਾ ਚਾਹੁੰਦਾ, ਜਸਟ ਆਈ ਵਾਂਟ ਵਰਕ। ਆਈ ਡੋਂਟ ਨੀਡ ਮਨੀ, ਆਈ ਡੋਂਟ ਨੀਡ ਨਥਿੰਗ, ਜਸਟ ਆਈ ਵਾਂਟ ਟੂ ਗੁੱਡ ਵਰਕ। ਐਂਡ ਮੇਰੇ ਤੋਂ ਤਾਂ ਇੰਨੇ ਫੋਲੋਵਰ ਵੀ ਹੈ ਨਹੀਂ ਭਾਜੀ। ਆ ਦੇਖੋ ਜਿੰਨੇ ਕੁ ਮਾੜੇ ਮੋਟੇ ਹੈਗੇ ਆ, ਕੋਈ ਉਹ ਹੈ ਨਹੀਂ ਕਿ ਮੈਂ ਜੀ ਬਹੁਤ ਮੈਂ ਆਪਾਂ ਝੂਠ ਨਹੀਂ ਬੋਲੀਦਾ ਭਾਜੀ। ਜਿੰਨੇ ਵੀ ਹੈਗੇ ਆ ਲਓ ਜੀ ਭਾਜੀ। 24,400 ਆ ਤੇ ਇਹ 1000 ਉਦੋਂ ਦਾ ਵੱਧ ਗਿਆ ਜਿੱਦਾਂ ਦੀ ਤੁਸੀਂ ਪੋਡਕਾਸਟ ਕੀਤੀ ਸੀ। ਇਹ ਇਮਾਨਦਾਰੀ ਦੀ ਕਮਾਈ ਆ ਭਾਜੀ। ਇਹ ਵਿਚਾਰੇ ਇੰਨੇ ਹੌਸਲਾ ਦਿੰਦੇ 24,000।
ਇਹਨਾਂ ਬਦਲੇ ਮੈਨੂੰ ਪਿਆਰ ਕਰਦੇ ਨੇ, ਹੌਸਲਾ ਦਿੰਦੇ ਮੈਸੇਜ ਕਰਕੇ, ਭਾਜੀ ਕਰੋ ਕੁਛ ਕਰੋ, ਕੋਈ ਟੈਨਸ਼ਨ ਨਹੀਂ। ਮੈਸੇਜ ਕਰਦੇ ਨੇ, ਮੇਰੀ ਸਰਦੀਆਂ ਦੀਆਂ ਵੀਡੀਓ ਦੇਖੀ ਹੋਈਆਂ ਨੇ, ਭਾਜੀ ਵੀ ਵਿਦ ਯੂ, ਜਿੰਨੇ ਮੇਰੇ ਫੈਨਸ ਨੇ ਜਿੰਨੇ ਵੀ ਆ, ਰੱਬ ਇਹਨਾਂ ਚੜ੍ਹਦੀਆਂ ਕਲਾ 'ਚ ਰੱਖੇ ਹੈ ਨਾ। ਸੋ ਜਸਟ ਹੈਵ ਵਰਕ। ਸੋ ਮੇਰਾ ਕੰਟੈਂਟ ਦੇਖ ਲਓ ਟਾਈਮ ਕੱਢ ਕੇ, ਨਹੀਂ ਵੀ ਚੰਗਾ ਲੱਗਾ ਇਟਸ ਨਾਟ ਅ ਪ੍ਰੋਬਲਮ, ਇਹ ਬਣਾਵਾਂਗੇ। ਕਮੀਆਂ ਕੱਢੋ, ਚੰਗੀਆਂ ਨਹੀਂ ਕਮੀਆਂ ਕੱਢੋ, ਮੈਂ ਬੈਸਟ ਕੀ ਕਰਕੇ ਲੈ ਕੇ ਆਉਂ। ਯੂ ਨੋ ਆਈ ਐਮ ਨਥਿੰਗ। ਮੈਂ ਆਪਣੇ ਲਈ ਕੰਮ ਨਹੀਂ ਕਰਦਾ, ਮੈਂ ਫਿਲਮਾਂ ਆਪਣੇ ਲਈ ਨਹੀਂ ਕਰਦਾ। ਮੈਂ ਨਹੀਂ ਕਹਿੰਦਾ ਕਿ ਮੈਂ ਬਣਾਈ ਸਾਡੀ ਫਿਲਮ ਬਹੁਤ, ਨੋ। ਮੇਰੀ ਡਿਊਟੀ ਹੈ, ਮੈਂ ਬਣਾਤੀ ਛੱਡਤੀ, ਤੁਸੀਂ ਡਿਸਾਈਡ ਕਰੋ। ਤਾਂ ਤੁਸੀਂ ਪ੍ਰੋਡਕਟ ਬਣਾ ਲਿਆ, ਇਹ ਪ੍ਰੋਡਕਟ ਵੀ ਮਤਲਬ ਵਿਕ ਜਾਂਦਾ ਮਾਰਕੀਟ 'ਚ? ਵੈਸੇ ਕੰਪਨੀ ਭਾਜੀ ਮੈਂ ਲੈਂਦੀ ਹੈ? ਕੰਪਨੀਆਂ ਲੈਂਦੀਆਂ ਨੇ, ਕੰਪਨੀਆਂ ਜੇ ਅਗਰ ਗੁੱਡ ਕੰਟੈਂਟ ਹੈਗਾ ਆ। ਪਰ ਮੈਂ ਆਲਵੇਜ਼ ਜਿੰਨੀ ਮੇਰੀ ਔਕਾਤ ਆ, ਜਿੰਨੀ ਮੇਰੀ ਚਾਦਰ ਆ ਭਾਜੀ, ਮੈਂ ਉਨੇ ਪੈਰ ਪਸਾਰਦਾ। ਮੈਨੂੰ ਪਤਾ ਕਿ ਮੇਰੇ ਨਾਂ 'ਤੇ ਪੈਸੇ ਕਵਰ ਹੀ ਨਹੀਂ ਹੋਣੇ। ਮੈਂ ਯਾਰ ਦੋਸਤ ਦੇ ਕਰੋੜ ਰੁਪਏ ਲਵਾ ਦੇਵਾਂ, ਹੈਗੇ ਤਾਂ ਮੇਰੇ ਹੀ ਨੇ ਉਹ ਭਰਾ। ਜਦ ਆਂਦੀ ਭਾਜੀ ਨੇ ਬਿਜ਼ਨਸ ਹੀ ਕਰਨਾ ਹੁੰਦਾ ਤਾਂ ਕਈ ਵੀ ਫੇਮਸ 'ਤੇ ਲਾ ਕੇ ਪੈਸੇ ਨਾਲ ਬਿਜ਼ਨਸ ਕਰ ਲੈਂਦਾ। ਉਹਨੇ ਚੌਥੀ ਫਿਲਮ ਮੇਰੇ ਨੇ ਕਿਉਂ ਕੀਤੀ? ਉਹਨੂੰ ਟਰਸਟ ਆ ਮੇਰੇ 'ਤੇ, ਮੇਰੇ ਲਈ ਨਹੀਂ, ਉਹਦੇ ਲਈ। ਮੈਨੂੰ ਬਹੁਤ ਪੇਨ ਹੁੰਦੀ ਉਹ ਯਾਰਾਂ ਦੋਸਤ ਟਰਸਟ ਟੁੱਟਦੇ ਨਾ, ਫਿਰ ਮੈਨੂੰ ਪਿੰਚ ਹੁੰਦਾ ਭਾਜੀ ਕਿ ਮੇਰੇ ਕਰਕੇ ਹੋਰ ਕੋਈ ਸਫਰ ਨਾ ਹੋਵੇ। ਸੋ ਮੈਂ ਦੁੱਗਣੀ ਮਿਹਨਤ ਕਰਦਾ, ਮੈਂ ਸਹੁੰ ਲੱਗੇ ਬਹੁਤ ਮਿਹਨਤ ਕਰਦਾ ਬਰੋ, ਜਿੰਨਾ ਮੈਂ ਕਰ ਸਕਦਾ, ਜਿੰਨੀ ਮੇਰੀ ਬੋਡੀ ਇਜਾਜ਼ਤ ਦਿੰਦੀ ਆ। ਨਹੀਂ ਵੈਸੇ ਕੰਟੈਂਟ ਤੁਸੀਂ ਦਿਖਾਉਂਦੇ ਹੋ ਕੰਪਨੀਆਂ ਨੂੰ? ਕੰਪਨੀ ਲੈਂਦੀਆਂ ਨੇ ਭਾਜੀ। ਚਪਾਲ ਆਲਵੇਜ਼ ਰਿਸਪੈਕਟ ਮੀ। ਚਪਾਲ ਬਹੁਤ ਜ਼ਿਆਦਾ ਕਰਦੇ ਨੇ ਭਾਜੀ। ਚਪਾਲ ਪਲੇਟਫਾਰਮ ਦੀ ਮੈਂ ਇੰਨੀ ਕੁ ਰਿਸਪੈਕਟ ਕਰਦਾ ਕਿ ਉਹ ਘਰ ਘਰ ਵਿੱਚ ਵੜ ਗਿਆ। ਉਹ ਚੰਗਾ ਕੰਟੈਂਟ ਬਣਾਉਂਦੇ ਨੇ ਚਪਾਲ ਵਾਲੇ। ਐਂਡ ਮੇਰੀ ਮੂਵੀ ਚਪਾਲ 'ਤੇ ਹੀ ਆ ਰਹੀ ਹੈ ਨਾ, ਪਹਿਲੀ ਅਲਜ਼ਾਈਮਰ ਪਹਿਲੀ ਵੀ ਚਪਾਲ 'ਤੇ ਸੀ। ਆਲਵੇਜ਼ ਮੈਨੂੰ ਗਾਈਡ ਕਰਦੇ ਆ ਭਰਾਵਾਂ ਵਾਂਗੂ। ਓਕੇ, ਉਹਨਾਂ ਦੀ ਜੌਬ ਨਹੀਂ ਹੈਗੀ ਮੈਨੂੰ ਗਾਈਡ ਕਰਨਾ, ਦੇ ਟਰਸਟ ਮੀ। ਇਹੀ ਬਹੁਤ ਗੱਲ ਹੁੰਦੀ ਹੈ ਭਾਜੀ। ਰਾਈਟ। ਜਿੱਦਾਂ ਮੇਰੇ ਬਾਪੂ ਲਾਸਟ ਟਾਈਮ ਮੇਰਾ ਬਾਪੂ ਕਹਿੰਦਾ ਹੁੰਦਾ ਸੀ, ਓਏ ਯਾਰੀ ਜਿਹੜਾ ਚੰਗਾ ਯਾਰ ਦੋਸਤ ਆ ਨਾ, ਜੇ ਕੋਈ ਇੱਕ ਚੰਗੀ ਸਲਾਹ ਹੀ ਦੇ ਜਾਵੇ ਕਰੋੜਾਂ ਨਾਲ ਦੀ ਹੁੰਦੀ ਆ। ਯਾਰਾਂ ਕੋਲ ਇਕੱਲਾ ਮਤਲਬ ਨਹੀਂ ਭਾਲੀਦਾ ਹੁੰਦਾ, ਚੰਗੇ ਸਿਆਣੇ ਦੋਸਤੋਂ ਕੋਲ ਸਲਾਹ ਹੀ ਲੈ ਲਈ ਦੀ ਹੁੰਦੀ ਆ। ਸੋ ਚਪਾਲ ਇਜ਼ ਵੈਰੀ ਗੁੱਡ। ਉਹ ਹੁੰਦਾ ਕਿ ਭਾਜੀ ਜਿੱਦਾਂ ਕਿ ਮੈਂ ਬਣਾਉਣਾ ਆ, ਅਗਰ ਤੁਹਾਡਾ ਚੰਗਾ ਕੰਟੈਂਟ ਹੈਗਾ ਆ, ਥੋੜ੍ਹੇ ਜਿਹੇ ਪੈਸੇ ਤੁਹਾਡੇ ਸੈਟਲਾਈਟ ਤੋਂ ਆ ਜਾਂਦੇ ਨੇ, ਤੁਹਾਡੀ ਰੈਂਟਲ ਬੇਸ ਆ ਉਹ ਤੋਂ ਆ ਜਾਂਦੇ ਨੇ। ਫਿਰ ਆਪਣਾ ਮਿਊਜ਼ਿਕ ਆ ਥੋੜ੍ਹਾ ਬਹੁਤਾ ਜਿੰਨੀ ਅਕਲ ਹੈਗੀ ਮੈਂ ਕਰ ਲੈਣਾ, ਉਹ ਨਿਕਲ ਜਾਂਦਾ ਆ। ਵੀਰ ਭਾਜੀ ਆ, ਸੱਜਣ ਮਿੱਤਰ ਜੈਜੀ ਭਾਜੀ ਆ, ਅੰਗਰੇਜ਼ ਅਲੀ ਭਾਜੀ ਆ, ਸਪਿੰਦਰ ਵਰਗੇ ਭਰਾ ਨੇ, ਵੈਭਵ ਬਾਜਪਾਈ ਜਿਹਨੇ ਸਟੋਰੀ ਲਿਖੀ ਆ, ਉਹ ਸੱਜਣ ਮਿੱਤਰ ਹੈਲਪ ਕਰ ਜਾਂਦੇ ਨੇ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਚਲੋ ਜਿੰਨਾ ਅਮਾਊਂਟ ਮੇਰੇ ਤੋਂ ਹੁੰਦਾ ਉਹ ਆਲਵੇਜ਼ ਦੇਅਰ ਫॉर ਮੀ, ਉਹ ਬੈਕ ਜਾਂਦਾ। ਕੁੱਲ ਮਿਲਾ ਕੇ ਅਸੀਂ ਪੂਰੇ ਨਹੀਂ ਕਰ ਪਾਉਂਦੇ, ਪਰ ਅਸੀਂ ਲੱਗੇ ਹੋਏ ਹਾਂ ਕਿ ਚਲੋ ਅਗਰ ਸਾਡੀਆਂ 4 ਫਿਲਮਾਂ ਵਿੱਚ ਸਾਡੇ ਉਨੇ ਪੈਸੇ ਨਹੀਂ ਪੂਰੇ ਹੋਣਗੇ, 5ਵੀਂ ਗੁਰੂ ਮਹਾਰਾਜ ਚਲਾ ਦੂਗਾ ਅਤੇ ਮੇਰੇ ਯਾਰਾਂ ਦੋਸਤਾਂ ਦੇ ਪੈਸੇ ਪੂਰੇ ਹੋ ਜਾਣਗੇ। ਮੈਨੂੰ ਬੇਸਿਕ ਜ਼ਿੰਦਗੀ ਜੀਣ ਵਾਸਤੇ ਭਾਜੀ ਪੈਸੇ ਜ਼ਿਆਦਾ ਦੀ ਲੋੜ ਨਹੀਂ ਹੁੰਦੀ ਹੈਗੀ। ਬੇਸਿਕ ਜ਼ਿੰਦਗੀ ਜੀਣੇ ਨਾ ਉਨੇ ਕੀ ਪੈਸੇ ਚਾਹੀਦੇ ਹੁੰਦੇ ਤੁਹਾਨੂੰ ਜ਼ਿੰਦਗੀ ਜੀਣ ਵਾਸਤੇ। ਅਗਰ ਤੁਹਾਡਾ ਦਿਮਾਗ ਟਿਕਾਣੇ ਆ, ਤੁਹਾਡੇ ਧੌਣ 'ਚ ਗੀਲਾ ਨਹੀਂ ਹੈਗਾ। ਇੱਕ ਕੰਫਰਟ ਜ਼ੋਨ ਵਾਸਤੇ ਕੋਈ ਵੀ ਗੱਡੀ ਆ ਜਾਂ ਚੱਕ AC ਲੱਗਾ ਹੋਵੇ, ਟਾਇਰ ਵਧੀਆ ਹੋਣ, ਸੇਫ ਹੋਵੇ, ਉਹ ਚਾਹੀਦੀ ਹੁੰਦੀ ਹੈ ਤੁਹਾਨੂੰ। ਅੱਜ ਕੱਲ੍ਹ ਤਾਂ ਉਹ ਜਿੱਦਾਂ ਦੇ ਹਾਲਾਤ ਹੋ ਗਏ ਨੇ, ਜੋ ਇਨਵਾਇਰਮੈਂਟ ਹੋ ਗਿਆ ਆ, ਦਾਲ ਫੁਲਕਾ ਜਿੰਨਾ ਆਪਾਂ ਸਿੰਪਲ ਘਰ ਦਾ ਖਾਂਦੇ ਹਾਂ ਤਾਂ ਬੈਸਟ। ਰੈਸਟੋਰੈਂਟਸ ਮੈਨੂੰ ਨਹੀਂ ਲੱਗਦਾ ਵੀ ਆਪਾਂ ਸਾਰੇ ਕੋਈ ਵੀ ਜ਼ਿਆਦਾ ਜਾਂਦੇ ਹੋਈਏ, ਤਲਿਆ ਆਪਾਂ ਨਹੀਂ ਖਾਂਦੇ। ਇੱਕ ਜਿੱਦਾਂ ਮੈਂ ਤਾਂ ਜਿੰਮ ਵਾਲਾ, ਚਲੋ ਬਰਾਊਨ ਰਾਈਸ ਹੋ ਗਏ ਜਾਂ ਬੋਇਲਡ ਹੋ ਗਿਆ, ਕਿੰਨੇ ਕੁ ਪੈਸੇ ਲੱਗਦੇ ਭਾਜੀ? ਛੱਤ ਗੁਰੂ ਮਹਾਰਾਜ ਨੇ ਦਿੱਤੀ, ਉਹਦਾ ਲੈਂਟਰ ਨਹੀਂ ਚੋਂਦਾ। ਅਸੀਂ ਤਾਂ ਉਹ ਵੀ ਦਿਨ ਦੇਖੇ ਪੱਤੇ ਖਾ ਕੇ ਬਾਰਡਰ ਲੰਘੇ ਸੀ। ਛੱਤ ਹੈਗੀ ਨਾ ਭਾਜੀ, TV ਆ, ਬਟਨ ਨੱਪਦੇ ਆ, ਫਿਲਮ ਚੱਲ ਪੈਂਦੀ ਹੈ, ਬੋਰ ਹੋ ਰਹੇ ਆ, ਰੱਬੂ ਕੰਪਲੇਨ ਮੈਂ ਕਿਆ ਕਰੂੰ? ਉਹ ਕਹਿੰਦਾ TV ਦਾ ਰਿਮੋਟ ਚੱਕ ਦੇਖ ਲਾ, ਇਹ ਤੋਂ ਜ਼ਿਆਦਾ ਸੁੱਖ ਤੈਨੂੰ ਕੀ ਦੇਵਾਂ? ਇੰਨੇ ਕੀ ਪੈਸੇ ਚਾਹੀਦੇ ਨੇ। ਉਸ ਤੋਂ ਬਾਅਦ ਚੱਲਦਾ ਤੁਹਾਡਾ ਘਮੰਡ ਕਿ ਹੈਲੋ ਮੇਰੇ ਕੋਲ ਮਰਸਡੀ ਆ, ਡਰਾਈਵਰ ਕਿੱਥੇ ਆ, ਉਹ ਕਿੱਥੇ ਆ? ਉਸ ਤੋਂ ਬਾਅਦ ਤੁਹਾਡਾ ਘਮੰਡ ਆ। ਜ਼ਿੰਦਗੀ ਜੀਣ ਵਾਸਤੇ ਉਨੇ ਕੀ ਪੈਸੇ ਚਾਹੀਦੇ ਹੁੰਦੇ ਆ ਭਾਜੀ। ਐਂਡ ਟਰਸਟ ਮੀ ਭਾਜੀ, ਤੁਹਾਨੂੰ ਜਿੰਨਾ ਮਰਜ਼ੀ ਪੈਸਾ ਆ ਜਾਏ ਨਾ, ਪੈਸਾ ਤੁਹਾਨੂੰ ਸਕੂਨ ਨਹੀਂ ਦੇ ਸਕਦਾ। ਆਈ ਐਮ ਸਵੇਅਰ ਟੂ ਗੋਡ, ਤੁਹਾਡਾ ਮਨ ਕਦੇ ਸ਼ਾਂਤ ਨਹੀਂ ਹੁੰਦਾ। ਉਸ ਤੋਂ ਬਾਅਦ ਤੁਹਾਡੇ ਬ੍ਰੇਨ ਨੇ ਪਤਾ ਕੀ ਕਮਾਂਡ ਦੇਣੀ ਆ, ਤੇਰੇ ਕੋਲ ਸਾਰਾ ਕੁਝ ਹੀ ਸੋਚਣਾ ਕਿ ਯਾਰ ਪੈਸੇ ਆ, ਮੇਰੇ ਬੱਚਿਆਂ ਲਈ ਵੀ ਇਨਫ ਹੋ ਗਏ, ਉਹ ਵੀ ਇਨਫ ਹੋ ਗਏ, ਯਾਰ ਮੈਂ ਹੁਣ ਕੀ ਕਰਾਂ? ਤੁਸੀਂ ਬੇਚੈਨ ਹੋਣਾ ਸ਼ੁਰੂ ਹੋ ਜਾਂਦੇ ਨੇ, ਬੇਚੈਨ। Money is not richness. I don't think money is richness. I believe 8 hours good sleep, no stress, good work, good health. That's a richness. ਮੇਰੇ ਅਕੋਰਡਿੰਗਲੀ ਇਹ richness ਆ। ਸੋ ਉਨੇ ਕੁ ਪੈਸੇ ਬਾਬਾ ਦੇਈ ਜਾਵੇ, ਰੋਟੀ ਤਾਂ ਉਹਨੇ ਉਹ ਕੀੜੇ ਮਕੌੜੇ ਨੂੰ ਖਿਲਾ ਲੈਂਦਾ। ਇਹ ਦੁਆ ਰਹਿੰਦੀ ਹੈ ਰੱਬ ਕੋ। ਇਹ ਕਹਿਣਾ ਕਿ ਹਰੇਕ ਵਾਰੀ ਇਮੋਸ਼ਨਲ ਜੀ ਇੰਟਰਵਿਊ ਕਰ ਜਾਂਦਾ, ਪਰ ਭਾਜੀ ਮੈਂ ਸੱਚੀ ਮੇਰੇ ਤੋਂ ਹੋ ਜਾਂਦਾ। ਮੈਂ ਉਹ ਬੇਸ਼ੁਕਰਾ ਨਹੀਂ ਹੈਗਾ, ਸੈਲਫਿਸ਼ ਨਹੀਂ ਹੈਗਾ। ਮੇਰੇ ਤੋਂ ਯਾਰ ਉਹਨਾਂ ਦੇ ਨਾਮ ਨਿਕਲਦੇ ਨੇ ਜਿਹੜੇ ਮੇਰੇ ਖੜੇ ਆ, ਮੈਨੂੰ ਕੋਈ ਪ੍ਰੋਬਲਮ ਨਹੀਂ। ਅਗਰ ਮੈਨੂੰ 100 ਵਾਰ ਉਹਨਾਂ ਨੂੰ ਸਕਰੀਨ 'ਤੇ ਆਈ ਲਵ ਯੂ ਕਹਿਣਾ ਪਵੇ ਆਪਣੇ ਭਰਾਵਾਂ ਨੂੰ,
ਹੋਰ ਕਈ ਮੈਂ ਯਾਰ ਦੋਸਤ ਦੇ ਨਾਂ ਭੁੱਲ ਜਾਂਦਾ। ਕਈ ਯਾਰ ਦੋਸਤ ਇਹੋ ਜਿਹੇ ਵੀ ਆ ਭਾਜੀ। ਸਾਬੀ ਭਾਜੀ ਆ, ਸਾਬੀ ਦਿਵਲ ਭਾਜੀ ਆ ਇੱਕ ਮੇਰਾ, ਸਰੀ ਤੋਂ ਹੀ ਆ। ਗੌਰਵ ਆ ਮੇਰਾ ਦੋਸਤ, ਐਂਡ ਉਹ ਜੋਬ ਕਰਦੇ ਹੋਣਗੇ ਟਰੱਕ ਵਾਲੇ ਹੀ ਆ ਸੀ ਭਾਜੀ, ਪੇਂਡੂ ਬੰਦੇ। 11ਵੀਂ ਤੋਂ ਬਾਅਦ ਤੇ ਪੜ੍ਹੇ ਨਹੀਂ ਭਾਜੀ, ਬੜੇ ਹੋਏ ਤਾਂ ਕਈ ਪੜ੍ਹੇ ਵੀ ਨੇ। ਸੌਰੀ ਮੈਂ ਆਪਣੇ ਬਾਰੇ ਕਹਿ ਰਿਹਾ। ਹੋਰ ਕੱਲ ਡਾਂਗਾ ਚੱਕੀਆਂ ਹੁਣ ਮਾਮਾ, ਤੂੰ ਨਹੀਂ ਪੜ੍ਹਿਆ ਤਾਂ ਅਸੀਂ ਵੀ ਨਹੀਂ ਪੜ੍ਹੇ। ਸੋ ਉਹ ਭਾਜੀ ਟਰਾਈਪੋਡ ਚੱਕ ਕੇ ਤੁਰੇ ਫਿਰਨਗੇ, ਫੂਡ ਲਿਆ ਰਹੇ ਹੋਣਗੇ। ਅਸੀਂ ਅਲਜ਼ਾਈਮਰ ਕੀਤੀ। ਮੈਂ ਸੀ ਸਵਾਮੀ ਆ, DOP ਜਿਹੜਾ ਮੇਰਾ ਦੋਸਤ ਆ, ਹੈ ਨਾ। ਅਤੇ ਮੈਂ ਕਿਹਾ ਸਵਾਮੀ ਇਹ ਬੰਦੇ ਆਪਾਂ 5 ਆ। ਅਤੇ ਉਹ ਕਹਿੰਦਾ ਭਾਜੀ ਨਾ ਮੈਨੂੰ ਫੋਕਸ ਪੁੱਲਰ ਚਾਹੀਦਾ, ਜੇ ਟੈਲੈਂਟਡ ਬੰਦੇ ਨੇ। ਕਹਿੰਦਾ ਨਾ ਮੈਨੂੰ ਫੋਕਸ ਪੁੱਲਰ ਚਾਹੀਦਾ, ਲਾਈਟ ਮੈਂ ਆਪੇ ਕਰ ਲੂੰਗਾ। ਮੈਂ ਕਿਹਾ ਸਵਾਮੀ ਕਰਾਂਗੇ ਕਿੱਦਾਂ? ਕਹਿੰਦਾ ਹੌਸਲਾ ਹੈਗਾ ਮੇਰੇ 'ਤੇ, ਟਰਸਟ ਆ। ਮੈਂ ਕਿਹਾ ਹੈਗਾ ਭਾਜੀ। ਅਸੀਂ ਨਾ 5-6 ਬੰਦੇ ਜਿਹੜੇ ਟੈਕਨੀਕਲ, ਬਾਕੀ ਸਾਰੇ ਯਾਰ ਦੋਸਤ, ਬੱਚੇ ਹੀ ਥਾਂਦੀ ਭਾਜੀ, ਸਾਬੀ ਭਾਜੀ ਪਿੱਕੇ ਸਮਾਨ ਲੱਦਿਆ। ਕਿੰਨੀ ਦੂਰ ਲੋਕੇਸ਼ਨਸ ਆ ਉੱਥੇ। ਇਹ ਪੁਰਨਾ ਦੇ ਬੈਕਗਰਾਉਂਡ ਦਾ ਨਹੀਂ ਭਾਜੀ, ਅਲਜ਼ਾਈਮਰ ਦਾ ਅਸੀਂ ਸ਼ੂਟ ਕੀਤਾ। ਹੁਣ ਜੇ ਉੱਥੇ ਸਾਨੂੰ ਆਹ ਚੀਜ਼ਾਂ ਹਾਇਰ ਕਰਨੀਆਂ ਪੈ ਜਾਂਦੀਆਂ, ਕਿੱਦਾਂ ਚੀਜ਼ਾਂ ਹੋਣੀਆਂ ਨੇ ਮੇਰੀ ਲਾਈਫ 'ਚ ਨਾ, ਤਾਂ ਮੈਂ ਉਹਨਾਂ ਦਾ ਨਾਮ ਲੈਣਾ ਆ। ਤੇ ਸਾਡੇ ਕੋਲ ਕਿੱਥੇ 20-30 ਲੱਖ 40 ਲੱਖ ਰੁਪਇਆ ਖਰਚ ਹੋਣਾ, ਮੇਰੇ ਕੋਲ ਆਤੀ ਹੈ ਨਹੀਂ ਇੰਨੀ, ਹੈ ਨਾ। ਪਰ ਉਨੇ ਵਿੱਚ ਕੰਟੈਂਟ ਵਧੀਆ ਬਣਾ ਲਈਦਾ ਕਿ ਹੱਥੀਂ ਕੰਮ ਬਹੁਤ ਹੁੰਦਾ ਹੈ। ਇਹ ਕਾਰਨ ਆ ਭਾਜੀ। ਸੋ ਮੈਂ ਇਹੀ ਕਹਿਣਾ ਚਾਹੁੰਦਾ ਆ ਤੁਹਾਡੇ ਇਸ ਇੰਟਰਵਿਊ ਦੇ ਮਾਧਿਅਮ ਨਾਲ ਕਿ ਗਿਵ ਅਪ ਨਾ ਕਰਿਆ ਕਰੋ ਯਾਰ। ਤੁਸੀਂ ਬਹਾਨੇ ਨਾ ਲੱਭਿਆ ਕਰੋ, ਰੱਬ ਦੇ ਨਾ ਛੱਡਿਆ ਕਰੋ। ਹਾਏ ਮੇਰਾ ਕੁਛ ਨਹੀਂ ਹੋ ਗਿਆ, ਹਾਏ ਮੈਂ ਮਰ ਗਿਆ, ਹਾਏ ਮੈਂ ਲੁੱਟਿਆ ਗਿਆ, ਨਾ ਕਰਿਆ ਕਰੋ ਯਾਰ। ਤੁਹਾਨੂੰ ਇੱਕ ਦਿਨ ਦਾ ਹੋਰ ਸਾਹ ਮਿਲਿਆ, ਥੈਂਕ ਯੂ ਕਰਿਆ ਕਰੋ ਰੱਬ ਦਾ। ਥੈਂਕਸ ਕਰੋ ਕਿ ਯਾਰ ਇੱਕ ਦਿਨ ਹੋਰ ਦੇ ਦਿੱਤਾ। ਸੁਪਨੇ ਪੂਰੇ ਕਰਨ ਆਪਣੇ ਭੇਜਿਆ, ਜੀ ਲਓ ਜ਼ਿੰਦਗੀ। ਤੁਸੀਂ ਬੈਠੇ ਰਹੋਗੇ ਘਰੇ, ਉੱਠੋ ਸਵੇਰ ਨੂੰ, ਦਿਮਾਗ ਲੜਾਓ ਕਿ ਯਾਰ ਮੇਰੇ ਤੋਂ ਸਰ 50,000 ਰੁਪਈਆ ਆਇਆ, ਆਈ ਜਸਟ ਵਾਂਟ ਟੂ ਡੂ ਸਮਥਿੰਗ। ਨਾ ਚੱਕੋ ਜੀ ਸਕ੍ਰਿਪਟ, ਖੁਦ ਨੂੰ ਇੰਨਾ ਵੱਡਾ ਕਰੋ, ਇੱਦਾਂ ਦੀ ਐਕਟ ਕਰੋ। ਉਹਨਾਂ ਯਾਰਾਂ ਦੋਸਤਾਂ ਨੂੰ ਚਾਂਸ ਦਿਓ, ਉਹਨਾਂ ਬੰਦਿਆਂ ਨੂੰ ਚਾਂਸ ਦਿਓ ਜਿਹੜੇ ਕਿ ਉਹਨਾਂ ਨੂੰ ਚਾਂਸ ਨਹੀਂ ਮਿਲਦਾ, ਕੁਛ ਕਰਨਾ ਚਾਹੁੰਦੇ ਨੇ। ਕ੍ਰੀਏਟੀਵਿਟੀ ਇਕੱਠੇ ਕਰੋ, ਉਹਨੂੰ ਬਣਾਓ। ਨਹੀਂ ਬਣਦਾ 1.5 ਘੰਟੇ ਦਾ ਨਾ ਬਣਾਓ, 1 ਘੰਟੇ ਦਾ ਬਣਾ ਲਓ। ਨਹੀਂ ਕੋਈ OTT ਦਾ ਨਾ ਕਰੋ, YouTube ਫ੍ਰੀ ਆ, YouTube ਤੇ ਪਾ ਦਿਓ। ਬਿਲਕੁਲ ਸਹੀ ਗੱਲ ਹੈ। ਬੈਠੋ ਨਾ ਹੱਥ ਰੱਖ ਕੇ, ਡੂ ਸਮਥਿੰਗ। ਅੱਛਾ ਭਾਜੀ, ਜਿੱਦਾਂ ਤੁਸੀਂ ਐਕਟਿੰਗ ਵੀ ਕਰ ਰਹੇ ਹੋ, ਡਾਇਰੈਕਸ਼ਨ ਵੀ ਕਰ ਰਹੇ ਹੋ ਤੇ ਰਾਈਟਿੰਗ ਵੀ ਕਰ ਰਹੇ ਹੋ ਜੀ, ਪੰਜਾਬ ਦੇ ਕਿਸੇ ਹੋਰ ਆਰਟਿਸਟ ਲਈ ਕੁਝ ਲਿਖਿਆ ਹੈ, ਕੁਝ ਬਣਾਇਆ ਹੈ? ਮੈਂ ਭਾਜੀ ਮੈਂ ਹੈ ਨਾ ਸਭ ਤੋਂ ਪਹਿਲੇ ਮੈਂ ਕੀ ਕਰਾਂ ਯਾਰ, ਉਹੀ ਗੱਲਾਂ ਫਿਰ ਆਉਂਦੀ। ਮੈਂ ਨਾ ਕਿ ਜਿੱਦਾਂ ਹੁਣ ਐਮੀ ਨੂੰ ਰਿਕਮੈਂਡ ਕੀਤਾ ਸੀਗਾ, ਮੇਰੇ ਜਿਹੜੇ ਸਾਰੇ ਪੁਰਾਣੇ ਦੋਸਤ ਨੇ, ਕਿਉਂਕਿ ਮੋਸਟਲੀ ਕੀ ਹੁੰਦਾ ਕਿ ਜਦੋਂ ਮੈਂ ਤਾਂ ਬਹੁਤ ਛੋਟਾ ਆ, ਵੱਡਾ ਤਾਂ ਉਸ ਮਾਲਕ ਨੇ ਪਤਾ ਨਹੀਂ ਲੋਕਾਂ ਨੇ ਬਣਾਉਣਾ ਨਹੀਂ, ਜਦੋਂ ਮੇਰੀ ਫਿਲਮਾਂ ਚੱਲ ਗਈਆਂ, ਵੱਡਾ ਉਹਦੇ ਭਾਵ ਕੰਮ ਦੇ ਭਾਵ। ਮੋਸਟਲੀ ਕੀ ਕਰਦੇ ਆ ਲੋਕ ਕਿ ਜਦੋਂ ਵੱਡੇ ਹੋ ਜਾਂਦੇ, ਉਹ ਕਹਿੰਦੇ ਮੈਂ ਉਹਨਾਂ ਕਰੂੰਗਾ। ਮੈਂ ਫਿਲਮ ਲਿਖੀ ਆ ਐਮੀ ਲਈ, ਮੈਂ ਨਹੀਂ ਲਿਖੀ ਹੈਗੀ, ਥਾਂਦੀ ਭਾਈ ਦੀ ਲਿਖੀ ਹੋਈ ਹੈ। ਓਕੇ, ਜਿਹਨੂੰ ਮੈਂ ਡਾਇਰੈਕਟ ਕਰਨਾ ਤਾਂ ਮੈਂ ਐਮੀ ਨਹੀਂ ਕਰਨੀ ਹੈ। ਐਂਡ ਉਹ ਮੈਂ ਉਦੋਂ ਕਰਨੀ ਆ ਕਿ ਜਦੋਂ ਮੇਰੀ ਔਕਾਤ ਮਾੜੀ ਜਿਹੀ ਹੋ ਜਾਊਗੀ ਉਸ ਲੈਵਲ 'ਤੇ, ਮੈਂ ਐਮੀ ਨੂੰ ਸੁਣਾਉਣੀ ਆ। ਐਂਡ ਮੈਂ ਉੱਤੇ ਨਾ ਜਾਨ ਝੋਕ ਦੇਣੀ ਆਪਣੀ, ਜਿੱਦਾਂ ਮੈਂ ਝੋਕੇ ਹੀ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ 'ਚ ਮੈਂ ਜਾਨ ਲਾ ਦੇਣੀ। ਇਟਸ ਅ ਵੈਰੀ ਇਮੋਸ਼ਨਲ ਸਟੋਰੀ ਹੈ ਭਾਜੀ, ਟਰੂ ਆ। ਐਂਡ ਹੱਡ ਬੀਤੀ ਆ, ਥਾਂਦੀ ਭਾਈ ਦੀ ਸਟੋਰੀ ਆ। ਐਂਡ ਮੈਂ ਚਾਹੁੰਦਾ ਮੈਂ ਐਮੀ ਨਾ ਕਰਾਂ। ਮੈਨੂੰ ਨਹੀਂ ਪਤਾ ਕਿੱਦਾਂ ਹੋਣੀ, ਗੁਰੂ ਮਹਾਰਾਜ ਨੇ ਬਣਾਉਣਾ ਹੈ ਮੈਨੂੰ, ਉਹਦੇ ਲਈ 20 ਘੰਟੇ ਵੀ ਕੰਮ ਕਰਨਾ ਪਊਗਾ ਨਾ, ਮੈਂ ਕਰੂੰਗਾ। ਕੋਈ ਐਮੀ ਨੇ 20 ਘੰਟੇ ਕੰਮ ਕੀਤਾ ਜੋ ਮੈਂ ਮਿਊਜ਼ਿਕ ਕਰਦਾ ਹੁੰਦਾ ਸੀ। ਭਾਜੀ ਇੱਥੇ ਸ਼ੋਅ ਲਾ ਲਈਏ, ਭਾਜੀ ਮੈਂ ਇੱਥੇ ਉਹਨੂੰ ਮੈਂ ਦੇਖਿਆ ਸਟਰਗਲ ਕਰਦਾ, ਪਰ ਹੁਣ ਮੈਂ ਵਨਸ ਅਗੇਨ ਮੈਂ ਓਨਲੀ ਕਰੂੰਗਾ। ਮੈਨੂੰ ਪਤਾ ਜੇ ਮੈਂ ਓਨਲੀ ਕਰੂੰਗਾ, ਹੀ ਰਿਸਪੈਕਟ ਮੀ। ਮੈਂ ਹਰੇਕ ਉਸ ਆਪਣੇ ਦੋਸਤ ਨਾਲ ਕੰਮ ਕਰੂੰਗਾ। ਪਹਿਲੇ ਐਮੀ ਨਾਲ ਕਰੂੰਗਾ ਜਿਨ੍ਹਾਂ ਨਾਲ ਮੈਂ ਕੰਮ ਕੀਤਾ, ਸਭ ਤੋਂ ਪਹਿਲੇ ਉਹਨਾਂ। ਉਸ ਤੋਂ ਬਾਅਦ ਜਿੱਥੇ ਗੁਰੂ ਮਹਾਰਾਜ ਨੇ ਲਿਖਿਆ, ਜਿੱਥੇ ਤੇ ਸੇਵਾ ਕਰਾਈ ਜਾਵੇ। ਪਰ ਯਾਰਾਂ ਦੋਸਤਾਂ ਨੂੰ ਪ੍ਰਾਇਓਰਟੀ, ਜਿਹੜੇ ਮੇਰੇ ਸੁੱਖਣਾ ਸੁੱਖ ਕੇ ਮੇਰੇ ਦੁਆਵਾਂ ਕੀਤੀਆਂ ਹੋਈਆਂ ਨੇ, ਮੈਂ ਉਹਨਾਂ ਨਾਲ ਸਭ ਤੋਂ ਪਹਿਲੇ ਕੰਮ ਕਰਨਾ ਚਾਹੁੰਦਾ ਭਾਜੀ। ਅੱਛਾ, ਵੈਸੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਮੂਵੀ ਇੰਡਸਟਰੀ ਦੀ, ਅੱਜ ਵੈਸੇ ਤੁਹਾਡੇ ਸਾਹਮਣੇ ਕੋਈ ਵਧੀਆ ਕੰਟੈਂਟ ਬਣਾ ਰਿਹਾ ਪੰਜਾਬ 'ਚ? ਮੇਕਰਸ ਜੇ ਗੱਲ ਕਰੀਏ, ਕਿਸੇ ਮੇਕਰਸ ਨੂੰ ਸ਼ਾਊਟ ਆਊਟ ਦੇਣਾ ਚਾਹੁੰਦੇ ਹੋ? ਭਾਜੀ ਹੁਣ ਜਦੋਂ ਨਾਨਕਾ ਜਹਾਜ਼ ਆਈ ਸੀ ਪਿੱਛੇ ਜਿਹੀ ਫਿਲਮ, ਆਪਣੇ ਭਾਜੀ ਨੇ ਕਿੰਨੀ ਸੋਹਣੀ ਫਿਲਮ ਬਣਾਈ ਆ। ਉਹ ਮੈਂ ਮੇਰੀ ਬੇਨਤੀ ਹੱਥ ਜੋੜ ਕੇ ਕਿ ਜੇ ਕੋਈ ਚੰਗਾ ਬਣਾਉਂਦਾ ਉਹਨੂੰ ਐਪਰੀਸ਼ੀਏਟ ਤੇ ਕਰੀਏ, ਹੈ ਨਾ। ਆਪਾਂ ਐਪਰੀਸ਼ੀਏਟ ਨਹੀਂ ਕਰਦੇ, ਫਿਰ ਅਗਲਾ ਬੰਦੇ ਦਾ ਹੌਸਲਾ ਟੁੱਟ ਜਾਂਦਾ। ਹੁਣ ਗਿੱਪੀ ਭਾਈ ਨੇ ਤਾਂ ਕਿੰਨੇ ਵਧੀਆ ਕੰਟੈਂਟ ਬਣਾਏ ਨੇ, ਅਰਦਾਸ ਬਣਾਈ ਨਹੀਂ ਭਾਜੀ ਨੇ, ਬਣਾਈ ਹੈ, ਐਪਰੀਸ਼ੀਏਟ ਵੀ ਹੋਈ ਆ, ਹੈ ਨਾ। ਸੋ ਉਹ ਭਾਜੀ ਬਣਾ ਸਕਦੇ ਨੇ, ਕਰ ਸਕਦੇ ਨੇ, ਪਰ ਕਈ ਵਾਰੀ ਭਾਜੀ ਦੀਆਂ ਵੀ ਮਜਬੂਰੀਆਂ ਹੋ ਜਾਂਦੀਆਂ ਹੋਣਗੀਆਂ ਸ਼ਾਇਦ। ਹੁਣ ਤੁਸੀਂ ਪ੍ਰੋਡਿਊਸਰ ਹੋ, ਹੁਣ ਤੁਸੀਂ ਭਾਜੀ ਐਂਡ ਆਫ ਦ ਡੇ ਬਿਜ਼ਨਸ ਵੀ ਤੇ ਰੋਟੀ ਵੀ ਤਾਂ ਖਾਣੀ ਆ ਨਾ। ਬਿਲਕੁਲ ਖਾਣੀ ਹੈ। ਹੁਣ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਨਾ ਭਾਜੀ, ਉਹਦਾ ਖਰਚੇ ਉਨੇ ਹੋ ਜਾਂਦੇ ਆ। ਸ਼ਾਇਦ ਉਹ ਪ੍ਰੋਡਿਊਸਰ ਕਹਿੰਦਾ ਹੋਵੇ ਕਿ ਨਹੀਂ ਯਾਰ ਮੈਂ ਤਾਂ ਆਹੀ ਕਰਨੀ ਆ, ਸ਼ਾਇਦ ਉਹ ਨਾਮ ਹੁੰਦੇ। ਹੁਣ ਐਮੀ ਆ, ਹੋਰ ਅੱਜ ਜਿਹੜੇ ਸਾਡੇ ਆਰਟਿਸਟ ਆ, ਐਂਡ ਆਫ ਦਾ ਡੇ
ਅਗਰ ਉਹ ਇਸੇ ਗਰਾਰੀ 'ਤੇ ਫਸੇ ਰਹਿਣਗੇ ਕਿ ਮੈਂ ਤੇ ਯੂਨੀਕ ਕਰਨਾ, ਜਾਂ ਤਾਂ ਰੱਬ ਉਹਨਾਂ ਨੂੰ ਇੱਕ ਪੈਸਾ ਦੇ ਦੇਵੇ, ਨਹੀਂ ਤਾਂ ਰੋਟੀ ਕਿੱਥੋਂ ਖਾਊਗਾ ਭਾਜੀ, ਕਿਹੜੀ ਪੈਨਸ਼ਨ ਲੱਗਣੀ ਹੈ ਸਾਡੀ। ਰਾਈਟ। ਸੋ ਤਾਂ ਕਰਕੇ ਆ, ਲੇਕਿਨ ਪੰਜਾਬ 'ਚ ਕੋਸ਼ਿਸ਼ ਹੋ ਰਹੀ ਆ। ਮੇਰੇ ਵਰਗੇ ਜਿਹੜੇ ਨਵੇਂ ਆ ਉਹ ਵਧੀਆ ਕਰ ਰਹੇ ਨੇ। ਕਿੰਨੇ ਮੁੰਡੇ ਭਾਜੀ, ਹੁਣ ਮੈਂ ਆਦਮਖੋਰ ਕਰਕੇ ਆਇਆ, ਕਿੰਨੇ ਮੁੰਡੇ ਨਵੇਂ ਮੁੰਡੇ ਸੋਹਣਾ ਕੰਮ ਕਰਦੇ ਆ, ਕਿੰਨੇ ਭੱਜ ਕੇ ਕੰਮ ਕਰਦੇ ਆ, ਹੈ ਨਾ। ਸਾਰੇ ਥੀਏਟਰ ਦੇ ਆਰਟਿਸਟ ਆ, ਬਹੁਤ ਪੰਜਾਬ 'ਚ ਟੈਲੈਂਟ ਆ। ਪੰਜਾਬ 'ਤੇ ਟੈਲੈਂਟ ਨਾਲ ਭਰਿਆ ਹੋਇਆ ਭਾਜੀ। ਥੋੜ੍ਹਾ ਟਾਈਮ ਲੱਗੂਗਾ। ਕੋਈ ਇੱਕ ਦੌਰ ਆਇਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਇਹ ਛੋਟੇ ਸੀਗੇ ਅਤੇ ਆਪਣੇ ਪਹਿਲੀਆਂ ਫਿਲਮਾਂ ਹੁੰਦੀਆਂ ਸੀ, ਗੁੱਗੂ ਭਾਜੀ, ਯੋਗਰਾਜ ਭਾਜੀ, ਹੈ ਨਾ, ਫਿਲਮਾਂ ਹੁੰਦੀਆਂ ਸੀ ਵਿੱਚ, ਜਿਹੜਾ ਇੱਕ ਦੌਰ ਬੰਦ ਹੋ ਗਿਆ ਸੀ ਫਿਲਮਾਂ ਦਾ ਪੰਜਾਬੀਆਂ ਦਾ। ਸੇਮ ਫਿਰ ਜੀ ਆਇਆਂ ਨੂੰ ਸਾਨੂੰ ਮਾਣ ਮਤਨਾ ਦਾ ਇੱਕਦਮ ਜੰਪ ਮਾਰਿਆ, ਫਿਰ ਡਾਊਨ ਹੋ ਗਿਆ, ਫਿਰ ਗਿੱਪੀ ਭਾਈ ਨੇ ਫਿਰ ਤਖਤਾ ਪਲਟਿਆ, ਫਿਰ ਸਿਨੇਮੇ 'ਚ ਲੋਕੀ ਚੱਲ ਗਏ, ਫਿਰ ਸਲੋ ਹੋਇਆ, ਉਹ ਫਿਰ ਦੌਰ ਚੇਂਜ ਹੋ ਜਾਣਾ ਭਾਜੀ। ਲੈਂਗੁਏਜ ਨੇ ਫਿਲਮ ਨਹੀਂ ਚਲਾਉਣੀ, ਲੈਂਗੁਏਜ ਕਦੇ ਫਿਲਮ ਨੂੰ ਕੰਟੈਂਟ ਨੇ ਚੱਲਣਾ ਹੁੰਦਾ ਜੀ। ਹੁਣ ਆਪਾਂ ਕੋਈ ਵਧੀਆ ਇੰਗਲਿਸ਼ ਫਿਲਮ ਹੁੰਦੀ, ਆਪਾਂ ਬਹਿਨੇ ਕੁਛ ਨਹੀਂ ਸਮਝ ਆ ਰਿਹਾ ਹੁੰਦਾ, ਆਪਾਂ ਨਾ ਦਿਮਾਗ ਜਿਹਾ ਲਾ ਕੇ ਹੁਣ ਦੇਖਦੇ ਰਹਿੰਦੇ ਹਾਂ। ਮੈਂ ਇੱਕ ਮੂਵੀ ਦੇਖੀ ਸੀ ਪੁਰਾਣੀ, ਦ ਕਾਸਟਅਵੇ, ਟੌਮ ਹੈਂਕ ਦੀ ਮੂਵੀ ਹੈ, ਦ ਟਰਮੀਨਲ, ਦ ਕਾਸਟਅਵੇ। ਭਾਜੀ ਯਾਰ ਉਸ ਫਿਲਮ ਦੇ ਵਿੱਚ ਇੱਕ ਫੁੱਟਬਾਲ ਨਾਲ ਬੰਦਾ ਗੱਲ ਕਰ ਰਿਹਾ, ਹੀ ਇਜ਼ ਅ ਸੋ ਗੁੱਡ ਐਕਟਰ, ਸੋ ਇਮੋਸ਼ਨਸ। ਇੱਕ ਫੁੱਟਬਾਲ ਨਾਲ ਇੱਕ ਟਾਪੂ 'ਤੇ ਫਸ ਜਾਂਦਾ, ਉਹ ਜਹਾਜ਼ ਕਰੈਸ਼ ਹੋ ਜਾਂਦਾ। ਯੂਨੀਕ, ਜ਼ਰੂਰ ਦੇਖਿਓ ਭਾਜੀ। ਓਕੇ, ਇੰਟਰਸਟਿੰਗ ਲੱਗ ਰਿਹਾ। ਬਹੁਤ ਸੋਹਣੀ ਫਿਲਮ ਆ। ਉੱਥੇ ਪਤਾ ਨਹੀਂ ਕਿੰਨੇ ਸਾਲ ਰਹਿੰਦਾ, ਫਿਰ ਪਤਾ ਨਹੀਂ ਕੋਈ ਜਹਾਜ਼ ਜਾਂਦਾ ਉਹਨਾਂ ਸਮਿਆਂ ਦੇ ਵਿੱਚ, ਉਹਨੂੰ ਲੈ ਕੇ ਆਉਂਦੇ ਆ, ਜੇ ਵਾਪਸ ਹੁੰਦਾ ਉਹਦੀ ਵਾਈਫ ਹੋਰ ਕਿਤੇ ਵਿਆਹ ਕਰਾ ਲੈਂਦੀ ਆ। ਅਤੇ ਇੱਕ ਫੁੱਟਬਾਲ ਹੁੰਦਾ, ਉਹਦਾ ਨਾਮ ਹੁੰਦਾ ਵਿਲਸਨ, ਉਹਦੇ ਨਾਲ ਗੱਲਾਂ ਕਰਦਾ ਰਹਿੰਦਾ, ਉਹ ਆ ਸੀ ਕੋਈ ਨਹੀਂ। ਕਿਆ ਮੂਵੀ ਹੈ ਭਾਜੀ। ਕਿਆ ਹੁੰਦਾ ਫੁੱਟਬਾਲ? ਫੁੱਟਬਾਲ ਨਾਲ ਗੱਲ ਕਰਦਾ, ਉਹਦਾ ਨਾਂ ਰੱਖਿਆ ਹੁੰਦਾ ਵਿਲਸਨ ਉਹਨੇ। ਦ ਮੂਵੀ ਦਾ ਨਾਮ ਦਾ ਦ ਕਾਸਟਅਵੇ। ਇੱਕ ਟਰਮੀਨਲ ਮੂਵੀ ਬਹੁਤ ਸੋਹਣੀ ਆ, ਓਕੇ, ਇੰਗਲਿਸ਼ ਹਾਲੀਵੁੱਡ ਦੀ ਮੂਵੀ ਆ। ਸੋ ਬਹੁਤ ਸੋਹਣੀਆਂ ਮੂਵੀਆਂ ਨੇ ਭਾਜੀ, ਪੰਜਾਬ 'ਚ ਵੀ ਬਣਦੀਆਂ ਆ। ਪਰ ਉਹ ਆ ਕਿ ਮੈਂ ਤਾਂ ਰਿਕੁਐਸਟ ਹੀ ਕਰ ਸਕਦਾ ਜੀ, ਮੈਂ ਕੰਮ 'ਚ ਸਾਰੇ ਮੇਰੇ ਤੋਂ ਵੱਡੇ ਨੇ, ਮੈਂ ਇਹ ਨਹੀਂ ਕਹਿ ਸਕਦਾ ਇੱਦਾਂ ਉੱਦਾਂ ਕਰੋ। ਮੈਂ ਇਹ ਕਹਿੰਦਾ ਕਿ ਜਿਹੜੇ ਮੇਰੇ ਯਾਰ ਦੋਸਤ ਕੋਲ ਪੈਸਾ ਆ, ਉਹ ਯੂਨੀਕ ਬਣਾ ਸਕਦੇ ਨੇ। ਫਿਰ ਕੀ ਹੋ ਗਿਆ, ਇਸੇ ਇੰਡਸਟਰੀ ਨੇ, ਗੁਰੂ ਮਹਾਰਾਜ ਨੇ ਆਪਾਂ ਨੂੰ ਦਿੱਤਾ ਆ। ਨਹੀਂ ਹੋਊਗੀ ਤਾਂ ਨਾ ਸਹੀ, ਲੋਕਾਂ ਦੀ ਕਚਹਿਰੀ 'ਚ ਹਾਜ਼ਰੀ ਲੱਗ ਗਈ ਸੀ। ਮੈਂ ਵੀ ਤਾਂ ਰਿਸਕ ਲੈ ਰਿਹਾ, ਮੇਰੇ ਤੋਂ ਹੈ ਹੀ ਇੰਨੇ ਕੁ ਪੈਸੇ ਆ। ਜਦੋਂ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਤੇਰੇ ਗਾਣੇ ਤਾਂ ਬਹੁਤ ਵੱਡੇ ਹੋ ਗਏ, ਪਰ ਤੂੰ ਨਹੀਂ ਕਦੇ ਵੱਡਾ ਹੋਇਆ। ਐਂਡ ਮੈਨੂੰ ਹਰੇਕ ਗੱਲ 'ਚੋਂ ਕਿੱਕ ਮਿਲਦੀ ਹੈ ਭਾਜੀ। ਮੈਂ ਫੇਰ ਘਰੇ ਆ ਗਿਆ, ਮੈਂ ਹੋਰ ਦੁੱਗਣੀ ਮਿਹਨਤ ਕਰਦੀ। ਅਤੇ ਇੱਕ ਹੋਰ ਚੀਜ਼ ਸੀਗੀ ਕਿ ਮਤਲਬ ਬੇਸਿਕਲੀ ਕਹਿਣ ਦਾ ਮਤਲਬ ਹੈ, ਜਦੋਂ ਪਿਆਰੀ ਪਿਆਰੀ 2 ਅੱਖੀਆਂ ਵੱਡਾ ਹੋਇਆ, ਉਦੋਂ ਕਮਰਸ਼ਲੀ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਇਆ? ਭਾਜੀ ਮੈਂ ਤਾਂ ਦੇ ਦਿੱਤਾ ਸੀ ਗਾਣਾ, ਨਹੀਂ ਸ਼ੋਜ਼ ਵਗੈਰਾ, Shows ਆਏ, ਕਨੈਕਸ਼ਨਸ ਵਗੈਰਾ, ਥੋੜ੍ਹੇ ਆਏ, ਮਿਊਜ਼ਿਕ ਵਗੈਰਾ ਉਦੋਂ ਆਏ ਭਾਜੀ। ਪਰ ਜੇ ਇਸ ਲੈਵਲ ਦਾ ਪਿਆਰੀ ਪਿਆਰੀ ਅੱਖੀਆਂ ਗਾਣਾ ਸੀ, ਆਈ ਨੀਡ ਅ ਮਨੀ ਫॉर ਮੇਕ ਅ ਗੁੱਡ ਵੀਡੀਓਜ਼। ਪਤਾ ਅਸੀਂ ਤਾਂ ਪਿੱਛੇ ਜਿੱਦਾਂ ਅਸੀਂ ਮਿਊਜ਼ਿਕ ਸੁਣਦੇ ਹਾਂ, ਕੰਜ਼ਿਊਮ ਕਰਦੇ ਹਾਂ, ਅਸੀਂ ਤਾਂ ਪਿੱਛੇ ਬੈਠੇ ਸੋਚਦੇ ਰਹੇ, ਜਿੱਦਾਂ ਮੈਂ ਆਪ ਦਾ ਵੀ ਦੱਸ ਰਿਹਾ POV ਜੀ, ਯਾਰ ਗਾਣਾ ਚੱਲ ਗਿਆ ਭਾਜੀ ਦਾ, ਹੈ ਨਾ, ਮੈਂ ਕਿਹਾ ਸਵਾਦ ਹੀ ਆ ਗਿਆ ਹੋਣਾ, ਮਤਲਬ ਪੂਰਾ ਰਿਵਾਈਵ ਹੋ ਗਿਆ, ਕਮਬੈਕ ਹੋ ਗਿਆ, ਨਾਲੇ ਵਾਵਾ ਸ਼ੋਅ, ਵਾਵਾ ਪੈਸੇ, ਵਾਵਾ ਬਿਜ਼ਨਸ ਆ ਗਿਆ ਹੋਣਾ। ਬਟ ਇਹ ਤਾਂ ਰਿਐਲਿਟੀ ਕੁਝ ਹੋ ਰਹੀ ਉਹੀ ਹੈ ਭਾਜੀ। ਕਈ ਉਹੀ ਮੈਂ ਕਹਿ ਰਿਹਾ ਨਾ, ਕਈਆਂ ਦੀ ਲਾਈਫ ਬੜੀ ਉਹ ਰਹਿੰਦੀ ਆ। ਜਦੋਂ ਗਾਣਾ ਚੱਲਿਆ, ਸ਼ੋਅ ਲੱਗਣ ਲੱਗ ਪਏ, ਗਲਾ ਖਰਾਬ ਹੋ ਗਿਆ। I was depression that time. I told you the last podcast. I was in depression and just always thinking and taking wrong medicines and all stuff. Taking a medicine, taking alcohol and all. I was drunk all the time. And ਉਸ ਤੋਂ ਬਾਅਦ ਗਲਾ ਹੀ ਚਲ ਗਿਆ ਮੇਰਾ। ਕਿੱਥੇ ਗਾਵਾਂ? ਲੋਕਾਂ ਨੂੰ ਨਹੀਂ ਪਤਾ ਹੁੰਦਾ ਕਈ ਗੱਲਾਂ ਦਾ ਭਾਜੀ। ਆਪਣੇ ਕੋਲੇ ਕਮੈਂਟ ਕਰ ਦਿੰਦੇ ਨੇ, ਆਪਣੇ ਕੋਲੋਂ ਕਰਦੇ ਰਹਿੰਦੇ ਨੇ, ਕਿਸੇ ਦੀ ਪਰਸਨਲ ਲਾਈਫ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ। ਆਪਾਂ ਨਹੀਂ ਜੱਜ ਕਰ ਸਕਦੇ ਕਿਸੇ ਨੂੰ ਬਿਨਾਂ ਬਿਲਾਂ ਦੇਖੇ। ਤੁਸੀਂ ਗਾਲਾਂ ਕੱਢੀ ਜਾਓ ਯਾਰ ਮੈਸੇਜਾਂ ਵਿੱਚ, ਤੁਸੀਂ ਤਾਂ ਮੈਨੂੰ ਕਦੇ ਮਿਲੇ ਵੀ ਨਹੀਂ ਹੈਗੇ। ਐਂਡ ਸਾਡੀ ਇੰਡਸਟਰੀ ਦਾ ਉਹ ਆ ਕਿ ਪਤਾ ਨਹੀਂ ਕਿਉਂ ਇਸ ਦੁਨੀਆ 'ਤੇ ਰਹਿਣਾ ਹੀ ਨਹੀਂ ਹੈਗਾ। ਮੈਨੂੰ ਇੰਨਾ ਦੁੱਖ ਹੋਇਆ ਭਾਜੀ। ਕਈ ਆਰਟਿਸਟ ਜਿਹੜੇ ਯੰਗ ਚੱਲ ਗਏ ਆ, ਜਵੰਦਾ ਵੀਰਾ ਚੱਲ ਗਿਆ, ਸਿੱਧੂ ਚੱਲ ਗਿਆ, ਉਹ ਵੀ ਸਲਾਹਾਂ ਕਰਦੇ ਹੀ ਹੋਣਗੇ ਕਿ ਅਸੀਂ ਆਹ ਗਾਣੇ ਕਰਨੇ ਆ, ਉਹ ਗਾਣੇ ਕਰਦੇ ਆ। ਨਾਓ ਓਨਲੀ ਸਫਰਿੰਗ ਪੇਨ ਉਹਨਾਂ ਦੀ ਵਾਈਫ, ਉਹਨਾਂ ਦੇ ਪੈਰੈਂਟਸ, ਉਹਨਾਂ ਦੇ ਬੱਚੇ। ਉਹਨਾਂ ਨੂੰ ਫਾਦਰ ਕਦੇ ਨਹੀਂ ਦੱਸਣਾ ਭਾਜੀ, ਯੂ ਨੋ। ਸੋ ਇਸ ਗੱਲ ਤੋਂ ਭਾਵ ਇਹੀ ਆ ਕਿ ਅਸੀਂ ਕੁਛ ਨਹੀਂ ਕਰ ਸਕਦੇ ਕਿਸੇ ਲਈ। ਮੇਰੇ ਲਈ ਨਾ ਕਰੋ, ਇਟਸ ਨੋਟ ਅ ਪ੍ਰੋਬਲਮ। ਸ਼ਾਇਦ ਮੈਂ ਕਈ ਸੱਜਣਾ ਮਿੱਤਰਾਂ ਨੂੰ ਨਹੀਂ ਮੈਨੂੰ ਪਸੰਦ ਕਰਦੇ ਹੋਣਗੇ ਪਰਸਨਲੀ, ਕਈ ਯਾਰ ਪਰ ਉੱਦਾਂ ਨਹੀਂ ਬੰਦਾ ਪਸੰਦ ਹੁੰਦਾ, ਯਾਰ ਆਹ ਤਾਂ ਮੈਨੂੰ ਜਮਾਂ ਹੀ ਨਹੀਂ ਬੰਦਾ ਪਸੰਦ, ਨਾ ਕਰੋ। ਲੇਕਿਨ ਆਹ ਉਂਗਲ ਫੋਨ ਦੇ ਇੰਸਟਾਗ੍ਰਾਮ ਜਾਣ ਤੱਕ, ਸ਼ੇਅਰ ਵਾਲਾ ਬਟਨ ਦੱਬਣ ਤੱਕ, ਇੱਥੋਂ ਲੈ ਕੇ ਇੱਥੋਂ ਉਂਗਲ ਜਾਣ ਤੱਕ ਸਾਡੇ 100 ਸਵਾਲ ਆ ਜਾਂਦੇ ਆ ਕਿ ਮੈਂ ਸ਼ੇਅਰ 'ਤੇ ਪ੍ਰੈਸ ਕਰਾਂ ਕਿ ਨਾ ਕਰਾਂ, ਕਿ ਇਹ ਫਿਲਮ ਫਲਾਣੇ ਦੀ ਆ। ਮੈਂ ਕਰੂੰਗਾ, ਅਗਰ ਇਹ ਵਾਇਰਲ ਹੋ ਗਈ, ਇੱਕ ਹੋਰ ਆ ਗਿਆ। ਅਰੇ ਪਾਗਲੋ, ਤੁਹਾਨੂੰ ਤਾਂ ਪ੍ਰਾਊਡ ਹੋਣਾ ਚਾਹੀਦਾ। ਇਹ ਪੰਜਾਬ ਦੀ ਮਿੱਟੀ ਤੋਂ ਆ। ਇੱਕ ਨਹੀਂ ਤੁਸੀਂ 100 ਖੜੇ ਕਰੋ, ਤੁਹਾਨੂੰ ਪ੍ਰਾਊਡ ਹੋਣਾ ਆ ਕਿ ਤੁਹਾਡੇ ਪੰਜਾਬ 'ਚੋਂ ਇੰਨੇ
ਨਿਕਲ ਰਹੇ ਨੇ, ਆਰਟਿਸਟ ਨਿਕਲ ਰਹੇ ਨੇ, ਪਲੇਅਰਸ ਨਿਕਲ ਰਹੇ ਨੇ। ਦੇਖੋ ਬਾਲੀਵੁੱਡ ਭਾਜੀ ਪ੍ਰਾਊਡ ਆਪਾਂ ਨੂੰ ਗੱਲ ਹੈ, ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ, ਮੈਂ ਕਿੰਨਾ ਚਿਰ ਭਾਜੀ ਕਲਰ ਤੇ ਹੁੰਦਾ ਸੀ ਕਪਿਲ ਭਾਈ ਦਾ ਸ਼ੋਅ, ਓਕੇ ਜਿਹੜਾ ਪਹਿਲਾਂ ਨਹੀਂ ਹੁੰਦਾ ਜੀ ਕਲਰ ਤੇ ਹੁੰਦਾ ਸੀ ਹੈ ਨਾ। ਮੈਂ ਟੀਵੀ ਨਹੀਂ, ਮੈਂ ਚੈਨਲ ਨਹੀਂ ਦੇਖਦਾ ਹੁੰਦਾ ਸੀ ਉਹ, ਸਾਡੇ ਭਾਈ ਦਾ ਸ਼ੋਅ ਬੰਦ ਕਰਤਾ ਇਹਨਾਂ ਨੇ। ਇੱਦਾਂ ਦੇ ਫੈਨ ਹੁੰਦੇ ਨੇ। ਸੋ ਸਾਡੇ ਲਈ ਪ੍ਰਾਊਡ ਵਾਲੀ ਗੱਲ ਆ ਜੀ। ਪੰਜਾਬ ਮਤਲਬ, ਪੰਜਾਬ ਦਾ ਮਤਲਬ ਇਹ ਹੈ ਕਿ ਜਿਸ ਇਨਸਾਨ ਨੇ, ਉਹ ਪੰਜਾਬੀ, ਜਿਹੜੇ ਇਨਸਾਨ ਨੇ ਵੀ ਇਸ ਧਰਤੀ 'ਤੇ ਜਨਮ ਲਿਆ, ਉਹ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਆਈ ਡੋਂਟ ਕੇਅਰ, ਹੀ ਇਜ਼ ਅ ਪੰਜਾਬੀ। ਉਹਦਾ ਉਨਾ ਹੀ ਫਰਜ਼ ਬਣਦਾ ਹਰੇਕ ਸਾਡੇ ਪੰਜਾਬੀ ਦਾ ਜਿਹਨੇ ਇਸ ਧਰਤੀ 'ਤੇ ਜਨਮ ਲਿਆ। ਇਹ ਨਹੀਂ ਕਿ ਇੱਕ ਦਾ ਪੰਜਾਬ ਆ ਜੀ ਇਹ ਸਾਡੇ ਸਾਰਿਆਂ ਦਾ ਉਹ ਆ ਕਿ ਸਾਡਾ ਫਰਜ਼ ਆ ਇਸ ਧਰਤੀ ਤੋਂ ਹੋਰ ਆਰਟਿਸਟ ਕੱਢਣੇ ਜੋ ਸਾਡੇ ਬਲੱਡ 'ਚ ਸਾਰੇ ਲਿਖਿਆ ਹੋਇਆ ਆਪਣੇ, ਹੈ ਨਾ। ਸੋ ਇਹ ਚੀਜ਼ਾਂ ਨੇ ਭਾਜੀ। ਅੱਛਾ ਭਾਜੀ, ਇੱਕ ਨਿਊ ਕਮਰਸ ਦੀ ਨਾ ਸ਼ਿਕਾਇਤ ਰਹਿੰਦੀ ਹੈ ਹਮੇਸ਼ਾ ਹੀ, ਮਤਲਬ ਆਰਟਿਸਟਾਂ ਦਾ ਮਜ਼ਾਕ ਉਡਾਇਆ ਜਾਂਦਾ ਜੀ, ਜਿਹੜੇ ਨਵੇਂ ਹੁੰਦੇ ਸਪੈਸ਼ਲੀ ਉਹਨਾਂ ਦਾ ਤਾਂ ਜੀ ਉਡਾਉਣਾ ਚਾਹੀਦਾ ਨਹੀਂ ਭਾਜੀ। ਯਾਰ ਨਵਾਂ ਅੜਾ ਲਓਗੇ, ਅੜਾ ਲਓ, ਉਹਨੇ ਬੋਲਣਾ ਹੀ ਨਹੀਂ। ਇਟ ਮੀਨਸ ਤੁਸੀਂ ਉਸ ਮਜਬੂਰ ਬੰਦੇ ਦਾ ਮਜ਼ਾਕ ਉਡਾ ਰਹੇ ਹੋ ਐਂਡ ਉਹਦੇ ਦਿਲ 'ਤੇ ਗੱਲ ਹੈ। ਅਗਰ ਤੁਸੀਂ ਕਿ ਮਜਬੂਰ ਨਵੇਂ ਆਰਟਿਸਟ ਦਾ ਮਜ਼ਾਕ ਉਡਾਓਗੇ ਨਾ, ਅਗਰ ਉਹਦੇ ਦਿਲ 'ਚੋਂ ਹੰਝੂ ਨਿਕਲ ਗਿਆ, ਅੱਖ 'ਚੋਂ ਨਿਕਲ ਗਿਆ, ਉਹ ਭੁਗਤਣਾ ਪਊਗਾ, ਕਨਫਰਮ ਆ। ਕਦੇ ਨਾ ਮਜ਼ਾਕ ਉਡਾਓ ਭਾਜੀ। ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਅਤੇ ਮਾੜਾ ਕਹਿਣ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਹੋਇਆ। ਇਹ ਨਹੀਂ ਉਡਾਉਣਾ ਚਾਹੀਦਾ ਭਾਜੀ ਮਜ਼ਾਕ, ਹੈ ਨਾ। ਇਹ ਤਾਂ ਤਾਜ ਚੜ੍ਹਾਓ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ। ਕਈ ਵਾਰੀ ਸੰਗੀਤ 'ਚ ਹੋ ਗਿਆ, ਕਈ ਪਰਸਨਲ ਰੀਜ਼ਨ ਹੋ ਗਏ, ਹੈ ਨਾ। ਸੋ ਮੈਂ ਆਪਣੇ ਜਿੰਨੇ ਵੀ ਹੈਗੇ ਨੇ ਦੇਖਣ ਵਾਲੇ ਵੀ, ਸਾਡੇ ਲੋਕ ਹੈਗੇ ਨੇ, ਸਾਡੇ ਪਿਆਰੇ ਆਡੀਅੰਸ ਹੈਗੇ ਨੇ, ਵਿਊਅਰਸ ਹੈਗੇ ਨੇ, ਉਹਨਾਂ ਨੂੰ ਮੈਂ ਕਹੂੰਗਾ ਕਈ ਆਰਟਿਸਟ, ਕਈ ਵਿਚਾਰਿਆਂ ਕੋਲ ਭਾਵੁਕ ਹੋ ਕੇ ਗਲਤੀ ਹੋ ਜਾਂਦੀ ਹੈ, ਮਾਫ਼ ਕਰ ਦਿਓ ਨਾ। AK ਵੀਰ ਸਿੰਗਰ ਹੈਗੇ ਸਨ, ਮੈਨੂੰ ਉਹਨਾਂ ਦੀ ਵੋਕਲ ਬੜੀ ਪਸੰਦ ਹੁੰਦੀ, ਚੰਗਾ ਮੁੰਡਾ ਹੈ ਉਹ। ਉਹਨੇ ਵਿਚਾਰੇ ਕੋਲ ਕੋਈ ਨਿਕਲ ਗਿਆ ਹੋਊਗਾ ਮੂੰਹ, ਹੈ ਨਾ, ਅਤੇ ਉਹ ਨਿਕਲ ਜਾਂਦਾ ਕਈ ਵਾਰੀ। ਮਾਫ਼ ਕਰਨ ਵਾਲਾ ਬੰਦਾ ਹੀ ਵੱਡਾ ਹੁੰਦਾ। ਛੋਟਾ ਭਰਾ ਵੱਡਾ ਭਰਾ ਸਮਝ ਕੇ ਮਾਫ਼ ਕਰ ਦਿਆ ਕਰ। ਕੋਈ ਨਹੀਂ ਵੱਡਾ ਹੋ ਜਾਂਦਾ, ਹੈ ਨਾ। ਆਰਟਿਸਟ ਟੈਲੈਂਟਡ ਹੈ, ਕਈ ਵਾਰੀ ਨਹੀਂ ਪਤਾ ਲੱਗਦਾ। ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸੋ ਮਜ਼ਾਕ ਨਾ ਉਡਾਓ ਕਿਸੇ ਦਾ ਵੀ। ਨਹੀਂ ਚੰਗਾ ਕਹਿ ਸਕਦੇ, ਕੋਈ ਪ੍ਰੋਬਲਮ ਨਹੀਂ ਚੰਗਾ ਲੱਗਾ, ਉਹ ਤੁਹਾਡਾ ਵਿਊ ਆ, ਪੁਆਇੰਟ ਆਫ ਵਿਊ ਆ। ਹਾਂ, ਲੇਕਿਨ ਮਾੜਾ ਵੀ ਇੰਨਾ ਵੀ ਮਾੜਾ ਨਾ ਕਹੋ। ਇੱਕ ਗੱਲ ਕਰਦਾ ਇੱਕ ਸਟਾਈਲ ਹੁੰਦਾ ਭਾਜੀ। ਇਹ ਜ਼ਰੂਰੀ ਤਾਂ ਹੁੰਦਾ ਕਿ ਪੰਜਾਬੀ ਆਦਤ ਹੈ ਕਿ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢ ਕੇ ਗੱਲ ਕਰਨੀ ਆ, ਔਰ ਤੁਸੀਂ ਆਪ ਛੋਟੇ ਹੋ ਜਾਂਦੇ ਹੋ। ਨਹੀਂ ਭਾਜੀ, ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ, ਕਿਉਂਕਿ ਬਿਕੋਜ਼ ਅਸੀਂ ਕੱਲ ਵੀ ਨਾ ਆਫ ਦਾ ਇੰਟਰਵਿਊ ਇਹ ਗੱਲ ਕੀਤੀ ਸੀ AK ਬਾਈ ਬਾਰੇ, ਇੱਕ ਆਰਟਿਸਟ ਨਾ ਜੀ, ਉਹ ਕਹਿ ਰਹੇ ਸੀ ਕਿ ਮਤਲਬ ਬਹੁਤ ਡਿਪਰੈਸ਼ਨ 'ਚ ਚੱਲ ਗਏ ਉਸ ਇੰਟਰਵਿਊ ਕਰਕੇ। ਹਾਂਜੀ, ਕਹਿੰਦੇ ਏਡੀ ਗੱਲ ਨਹੀਂ ਸੀਗੀ ਵੈਸੇ। ਹਾਂਜੀ, ਬਸ ਲੋਕਾਂ ਨੇ ਕੱਟ ਕੇ ਔਰ ਮੈਨੂੰ ਲੱਗਦਾ ਉਹਦਾ ਟਾਈਮ ਉਸ ਟਾਈਮ 'ਤੇ ਗਲਤ ਸੀ। ਜੇ ਅੱਜ ਦੇ ਟਾਈਮ 'ਚ ਕੋਈ ਆਡੀਅੰਸ ਨੂੰ ਗਲਤ ਵੀ ਕਹਿੰਦਾ ਨਾ, ਕਿਸੇ ਪਰਟੀਕੁਲਰ ਆਡੀਅੰਸ ਨੂੰ ਜੋ ਨੈਗੇਟਿਵਿਟੀ ਫੈਲਾਉਂਦੇ ਆ, ਨੈਗੇਟਿਵ ਕਮੈਂਟਸ, ਤਾਂ ਅੱਜ ਦੇ ਟਾਈਮ 'ਚ ਨਹੀਂ ਲੋਕ ਇੰਨਾ ਮਾਈਂਡ ਕਰਦੇ, ਕਿਉਂਕਿ ਲੋਕ ਸਮਝਦਾਰ ਵੀ ਹੋ ਗਏ, ਮੈਚਿਓਰ ਵੀ ਹੋ ਗਏ, ਪੜ੍ਹੇ ਲਿਖੇ ਹੈ। ਤਾਂ ਅੱਜ ਉਹਨਾਂ ਨੂੰ ਪਤਾ ਹੈ ਕਿ ਕੌਣ ਸੱਚ ਬੋਲ ਰਿਹਾ, ਕੌਣ ਕਿਸ ਇੰਟੈਂਸ਼ਨ ਨਾਲ ਗੱਲ ਕਰ ਰਿਹਾ। ਉਹ ਉਸ ਟਾਈਮ 'ਤੇ ਆਡੀਅੰਸ ਉਹ ਨਹੀਂ ਸੀ, ਬਟ ਉਹਦਾ ਇੰਪੈਕਟ ਉਹਦੇ ਲਾਈਫ 'ਤੇ, ਉਹਦੀ ਫੈਮਿਲੀ 'ਤੇ ਕਿੰਨਾ ਟਾਈਮ ਪਿਆ, ਹੁਣ ਵੀ ਪਿਆ ਹੋਇਆ ਹੈ। ਉਹ ਤਾਂ ਗੱਲ ਆ, ਤਾਂ ਉਹ ਗਲਤ ਗੱਲ ਹੈ। ਜਾਂ ਫਿਰ ਆਪਾਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ। ਜੇ ਆਪਾਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਆਪਾਂ ਬਾਬੇ ਨਾਨਕ ਨੂੰ ਮੰਨਦੇ ਹਾਂ, ਉਹਦੀ ਫਿਲੋਸਫੀ 'ਤੇ ਚੱਲੀ ਤਾਂ ਸਹੀ। ਅਸੀਂ ਕਹਿੰਦੇ ਪੰਜਾਬੀ ਉੱਦਾਂ ਨਹੀਂ ਹੁੰਦੇ, ਫਿਰ ਪੰਜਾਬੀ ਉੱਦਾਂ ਵੀ ਨਹੀਂ ਹੁੰਦੇ। ਅਸੀਂ ਤਾਂ ਹੈਲਪ ਲਈ ਬਣੇ ਨਾ ਭਾਜੀ। ਰਾਈਟ। ਸਾਡੇ ਜਿਹੜੇ ਪੰਜਾਬ ਦਾ ਕਿਰਦਾਰ ਆ, ਉਹ ਤਾਂ ਆਪਾਂ ਕਹਿੰਦੇ ਹਾਂ ਕਿ ਲੰਗਰ ਲਾਉਣ ਦੀ ਪ੍ਰਥਾ ਆ, ਉਹ ਪਤਾ ਆ। ਫਿਰ ਜੋ ਇੱਕ ਗੁਰੂ ਮਹਾਰਾਜ ਨੇ ਤੁਹਾਡੇ ਕਰਮਾਂ 'ਚ ਚੰਗੀ ਚੀਜ਼ ਲਿਖੀ ਆ, ਤੁਸੀਂ ਉਹ ਕਰਕੇ ਫਿਰ ਉਹਨੂੰ ਨੈਗੇਟਿਵ ਕਿਉਂ ਕਰਦੇ ਹੋ? ਨੰਬਰ ਵਧਾਓ ਆਪਣੇ। ਸਹੀ ਗੱਲ ਹੈ। ਸੋ ਗੁਰੂ ਬਾਬੇ ਨਾਨਕ ਨੇ ਇਹ ਵੀ ਨਹੀਂ ਕਿਹਾ ਕਿ ਤੁਸੀਂ ਐਵੇਂ ਜਾਣੇ ਕਿ ਉਹਨੂੰ ਮਾਫ਼ ਹੀ ਨਾ ਕਰੋ। ਬਾਬੇ ਨੇ ਤਾਂ ਇਹ ਵੀ ਕਿਹਾ ਵੀ ਤੁਸੀਂ ਸਭ ਨੂੰ ਮਾਫ਼ ਕਰਨ ਦੀ, ਜਿਹੜਾ ਬੰਦਾ ਮਾਫ਼ ਕਰਨ ਵਾਲਾ ਹੁੰਦਾ ਵੱਡਾ ਹੁੰਦਾ ਜੀ, ਹੈ ਨਾ। ਗਲਤੀ ਕਰ, ਚਲੋ ਹੋ ਗਈ ਗਲਤੀ, ਮਾਫ਼ ਕਰਨ ਵਾਲਾ ਵੱਡਾ ਹੈ ਭਾਜੀ। ਉਹ ਗੁਰੂ ਮਹਾਰਾਜ ਨੇ ਤੁਹਾਨੂੰ ਡਬਲ ਕਰਕੇ ਦੇਣਾ ਜਦੋਂ ਤੁਸੀਂ ਮਾਫ਼ ਕਰੋਗੇ। ਰਾਈਟ ਜੀ ਭਾਜੀ। ਵੈਸੇ ਅੱਜ ਬੜੇ ਸੋਹਣੇ ਲੱਗ ਰਹੇ ਹੋ। ਇਹ ਮੈਂ ਸਟਾਰਟਿੰਗ 'ਚ ਕਹਿਣਾ ਸੀ, ਬਾਅਦ 'ਚ ਕਹਿ ਰਹੇ ਭਾਜੀ। ਅੱਜ ਤੁਸੀਂ ਹੈ ਨਾ ਮੇਰੀ ਜ਼ਿੰਦਗੀ ਦੇ ਵਿੱਚ ਤੀਜੇ ਇਨਸਾਨ ਹੋ ਜਿਹਨੇ ਮੈਨੂੰ ਸੋਹਣਾ ਕਿਹਾ। ਇੱਕ ਮੇਰੀ ਮਾਤਾ ਕਹਿੰਦੀ ਹੁੰਦੀ ਆ, ਇੱਕ ਧਰਮਾ ਬੈਠਾ ਹੁੰਦਾ, ਕਹਿੰਦਾ ਭਾਜੀ ਆਪ ਬੜੇ ਅੱਛੇ ਲੱਗ ਰਹੇ ਹੋ। ਤਾਂ ਮੇਰਾ ਨਾ ਉਦੋਂ ਸਾਰੇ ਦਿਨ ਮੇਰੀ ਸਮਾਈਲ ਇੱਦਾਂ ਰਹਿੰਦੀ ਆ। ਅੱਜ ਤੁਸੀਂ ਕਿਹਾ ਭਾਜੀ ਥੈਂਕ ਯੂ। ਕੋਈ ਸਪੈਸ਼ਲ ਕਾਰਨ ਹੈ? ਪੂਰਨਾ ਦਾ ਚਾਅ ਚੜਿਆ ਹੋਇਆ? ਪੂਰਨਾ ਦਾ ਭਾਜੀ ਚਾਅ ਚੜਿਆ ਹੋਇਆ, ਤੁਹਾਡੀ ਪੋਡਕਾਸਟ 'ਤੇ ਦੁਬਾਰਾ ਆਇਆ, ਮੈਨੂੰ ਚਾਅ ਚੜਿਆ ਹੋਇਆ। ਤੁਸੀਂ ਆ ਮੇਰੀ ਭੈਣ ਆ, ਪੋਜ਼ਿਟਿਵ ਬੈਠੀ ਆ ਵੀਰ, ਤੁਸੀਂ ਪੋਜ਼ਿਟਿਵ ਇਨਸਾਨ ਤੁਹਾਨੂੰ ਦੇਖੋ ਤੇ ਭਾਜੀ ਚੰਗੇ ਬੰਦਿਆਂ ਨਾਲ ਗੱਲ ਕਰਦੇ ਚੰਗਾ ਲੱਗਦਾ ਨਾ। ਕਿਸੇ ਟਾਈਮ 'ਚ ਕੋਈ ਕ੍ਰੇਜ਼ੀ ਚੀਜ਼ ਕੀਤੀ ਹੈ ਪਿਆਰ? ਮੈਂ ਜਿੰਨਾ ਕਰੇਜ਼ ਕੀਤਾ ਜੀ, ਉਹ ਕਰੇਜ਼ ਦਾ ਦੱਬਿਆ ਤਾਂ ਅੱਜ ਤੱਕ ਨਹੀਂ ਉੱਠ ਹੋਇਆ। ਮੇਰੇ ਵਰਗਾ, ਮੈਂ ਤੁਹਾਨੂੰ ਲਾਸਟ ਇੰਟਰਵਿਊ ਦੱਸੀ ਸੀ ਵੀ ਇੱਕ ਏਜ ਦਾ ਪਾਰ ਹੁੰਦਾ। ਮੈਂ ਜਿਹੜੀ ਚੀਜ਼ ਕੀਤੀ ਆ ਨਾ, ਮੈਂ ਪਾਗਲਪਨ ਨਾਲ ਕਰਦਾ, ਫਿਰ ਮਿਲਾਵਟ ਨਹੀਂ। ਸੋ ਜਿਹੜੀ ਰਿਸਪੋਂਸੀਬਿਲਿਟੀ ਤੋਂ ਭੱਜਦਾ ਨਹੀਂ ਹੈਗਾ ਮੈਂ, ਚਾਹੇ ਉਹ ਕੰਮ ਆ, ਚਾਹੇ ਮੇਰੇ ਯਾਰਾਂ ਦੋਸਤਾਂ ਦੀ ਯਾਰੀ ਆ, ਹੈ ਨਾ। ਮੈਂ ਕੁਛ ਨਹੀਂ ਯਾਰਾਂ ਦੋਸਤ ਲਈ ਕਰ ਸਕਦਾ ਨਾ। ਇਹ ਗੱਲ ਬਹੁਤ ਵੱਡੀ ਹੋ ਜਾਣੀ ਹੈ, ਫੁਕਰੀ ਵੱਜ ਜਾਣੀ ਉੱਦਾਂ। ਬਟ ਮੈਂ ਸੱਚੀ ਕਹਿ ਰਿਹਾ, ਮੈਂ ਇਮੋਸ਼ਨਸ ਕਹਿ ਰਿਹਾ
ਕਿ ਮੇਰੇ ਕੋਲ ਕੁਛ ਵੀ ਨਹੀਂ ਹੈ ਨਾ, ਜਿਹੜੇ ਮੇਰੇ ਯਾਰ ਦੋਸਤ ਨੇ ਮੈਨੂੰ ਮੇਰੀ ਇੱਦਾਂ ਦਾ ਆ ਕਿ ਜੇ ਮੇਰੇ ਕੋਈ ਵੀ ਮੇਰੀ ਬੋਡੀ ਦਾ ਅੰਗ ਵੀ ਉਹਨਾਂ ਨੂੰ ਕਦੇ ਦੇਣਾ ਪਵੇ ਨਾ, ਜਿਹੜੇ ਇੰਨਾ ਮੇਰੇ ਕਰਦੇ ਆ, ਮੈਂ ਉੱਥੇ ਵੀ ਰੈਡੀ ਹੋ ਜਾਊਂਗਾ ਭਾਜੀ। ਅਬ ਕੁਛ ਨਹੀਂ ਦੇ ਸਕਦਾ ਨਾ, ਮੇਰੇ ਪੱਲੇ ਹੈ ਨਹੀਂ ਕੁਛ ਪੈਸੇ, ਅਗਰ ਮੈਨੂੰ ਲੱਗਾ ਕਿ ਇਹ ਮੇਰਾ ਯਾਰ ਦੋਸਤ ਜਾ ਰਿਹਾ, ਮੇਰੇ ਇੱਕ ਪਾਰ ਦੇਣਾ ਉਹ ਬਚ ਸਕਦਾ, ਮੈਂ ਬਚਾ ਲੂੰਗਾ। ਇਹ ਫੈਕਟ ਆ ਭਾਜੀ, ਮੈਂ ਕੈਮਰੇ 'ਤੇ ਬੋਲਿਆ, ਫੁਕਰੀ ਨਹੀਂ ਹੈਗੀ, ਇਹ ਪਿਆਰ ਆ। ਕਿਉਂਕਿ ਉਹਨਾਂ ਨੇ ਆਪਣੇ ਮੂੰਹ ਦੀਆਂ ਬੁਰਕੀਆਂ ਕੱਢ ਕੱਢ ਕੇ ਮੇਰੇ ਮੂੰਹ 'ਚ ਪਾਈਆਂ ਨੇ, ਜਿਹੜਾ ਮੈਂ ਆਹ ਫਿਲਮਾਂ ਕਰ ਰਿਹਾ, ਮੇਰਾ ਸੁਪਨਾ ਪੂਰਾ ਕਰ ਰਹੇ ਨੇ। ਭਾਜੀ ਘੁੰਮ ਫਿਰ ਕੇ ਕਈ ਵਾਰੀ ਨਾ ਵਿੱਚ ਗੱਲ ਰਿਸ਼ਤੇਦਾਰੀ ਤੇ ਆਈ ਹੈ ਹਾਂਜੀ, ਹੈ ਨਾ, ਮਤਲਬ ਹਾਂਜੀ। ਰਿਲੇਸ਼ਨਸ਼ਿਪ ਤੇ ਆਈ ਹੈ। ਹਾਂਜੀ। ਤੁਹਾਨੂੰ ਇਹ ਦੱਸੋ ਮਤਲਬ ਕਿ ਇੰਡਸਟਰੀ ਦੇ ਵਿੱਚ ਰਿਲੇਸ਼ਨ ਬਣਾਉਣੇ ਚਾਹੀਦੇ, ਬੇਸਿਕਲੀ ਰਿਸ਼ਤੇ ਅੱਗੇ ਤੱਕ ਲੈ ਕੇ ਜਾਣੇ ਚਾਹੀਦੇ, ਮੈਰਿਜ ਤੱਕ ਲੈ ਕੇ ਜਾਣੇ ਚਾਹੀਦੇ? ਮੈਨੂੰ ਲੱਗਦਾ ਕਿ 80% ਨਹੀਂ ਹੋਣੇ ਚਾਹੀਦੇ। 20% ਉਹੀ ਕਾਮਯਾਬ ਹੋਣਗੇ ਜਿਨ੍ਹਾਂ ਨੂੰ ਐਕਚੁਅਲ, ਜਿਹੜਾ ਮੈਂ ਪਹਿਲੇ ਗੱਲ ਕਹੀ, ਆਈ ਲਵ ਯੂ ਵਾਲਾ ਪਿਆਰ ਹੋ ਜਾਊਗਾ, ਜਿੱਥੇ ਸਵਾਰਥ ਨਹੀਂ ਹੋਊਗਾ। ਕਿਉਂਕਿ ਸਾਡੇ ਰਿਸ਼ਤਿਆਂ ਦੇ ਵਿੱਚ ਕੀ ਹੁੰਦਾ ਕਿ ਈਗੋ ਆ ਜਾਂਦੀ ਭਾਜੀ, ਜਿੰਨਾ ਮਰਜ਼ੀ ਮੁੰਡਾ ਕਹੀ ਜਾਵੇ, ਜਿੰਨੀ ਮਰਜ਼ੀ ਕੁੜੀ ਕਹੀ ਜਾਵੇ। ਮੈਂ ਦੋਨਾਂ 'ਚ ਕਦੇ ਫਰਕ ਨਹੀਂ ਸਮਝਿਆ ਕਿ ਮੈਂ ਮੁੰਡਿਆਂ ਨੂੰ ਵੱਡਾ ਕਰਾਂ। ਅਗਰ ਦੋ ਕਪਲ ਨੇ, ਚਾਹੇ ਗਰਲਫ੍ਰੈਂਡ ਬॉयਫ੍ਰੈਂਡ ਆ, ਹਸਬੈਂਡ ਵਾਈਫ ਆ, ਅਗਰ ਕੁੜੀ ਚੱਲ ਗਈ ਤੇ ਮੁੰਡੇ ਨੂੰ ਕਿਤੇ ਨਾ ਕਿਤੇ ਈਗੋ ਆਉਣੀ ਹੈ। ਅੱਛਾ ਇਹ ਚੱਲੀ ਜਾਂਦੀ ਆ, ਡੋਮੀਨੇਟ ਕਰਨਾ ਸ਼ੁਰੂ ਕਰੂਗਾ, ਹੈਗੀ ਤੇ ਮੇਰੀ ਘਰ ਵਾਲੀ ਆ, ਉਹਨੇ ਇਹ ਨਹੀਂ ਦੇਖਣਾ ਕਿ ਮੇਰੀ ਘਰ ਵਾਲੀ ਮੈਨੂੰ ਸਪੋਰਟ ਕਰਨੀ ਚਾਹੀਦੀ ਆ। ਈਗੋ ਆ ਗਈ, ਤੁਹਾਡੀ ਪਰਸਨਲ ਲਾਈਫ ਭਾਜੀ ਖਰਾਬ ਹੋ ਜਾਂਦੀ ਆ। ਪਰਸਨਲ ਲਾਈਫ ਉਹੀ ਆ ਜਿਹੜਾ ਸਕੂਨ ਹੋਵੇ। ਐਂਡ ਆਫ ਦਾ ਡੇ ਇੱਕ ਵਾਈਫ ਜਿਹੜੀ ਆ ਭਾਜੀ, ਉਹਨੇ ਐਂਡ ਤੱਕ ਜਾਣਾ ਤੁਹਾਡੇ। ਉਹਨਾਂ ਹੀ ਤੁਸੀਂ ਸਕੂਨ 'ਚ ਹੈ ਨਹੀਂ ਗਏ ਤੇ ਫਿਰ ਵਿਆਹ ਦੇ ਗੇੜੇ ਕੱਢਣ ਦਾ ਕੀ ਫਾਇਦਾ? 7 ਦੀ ਜਗ੍ਹਾ ਭਾਵੇਂ 14 ਕੱਢ ਲਓ, ਫਾਇਦਾ ਹੈ? ਨਹੀਂ ਹੋਣਾ ਚਾਹੀਦਾ। ਈਗੋ ਕਲੈਸ਼ ਹੁੰਦੀਆਂ ਨੇ। ਦੂਸਰਾ ਭਾਜੀ, ਆਮ ਸੌਰੀ ਬਟ ਇਸ ਇੰਡਸਟਰੀ ਦੇ ਵਿੱਚ ਨਾ ਟਰਸਟ ਨਹੀਂ ਹੈਗਾ। ਰਸਤਿਆਂ ਦੇ ਵਿੱਚ ਟਰਸਟ ਨਹੀਂ ਹੈਗਾ। ਓਨੈਸਟਲੀ ਆਮ ਟੈਲਿੰਗ, ਮੈਂ ਤਾਂ ਕੁਛ ਵੀ ਨਹੀਂ ਨਾ ਹੈਗਾ। ਜਿਹੜੇ ਆਰਟਿਸਟ ਨੇ, ਮੈਨੂੰ ਲੱਗਦਾ ਕਿ ਉਹ ਕੋਈ ਸਮਾਂ ਇਹੋ ਜਿਹਾ ਹੋਊਗਾ ਭਾਜੀ ਕਿ ਆਰਟਿਸਟ ਕੁੜੀਆਂ ਜਾਂ ਮੁੰਡੇ ਜਿਹੜੇ ਫੇਮਸ ਨੇ, ਉਹ ਕਿਸੇ ਮੁੰਡੇ ਕੁੜੀਆਂ ਨਾਲ ਗੱਲ ਹੀ ਨਹੀਂ ਕਰਨਗੇ। ਫੇਮਸ ਆਪਸ ਨਹੀਂ, ਜਿਹੜੇ ਲਾਈਕ ਕੋਈ ਮੰਨ ਲਓ ਰੈਂਡਮਲੀ ਕੋਈ ਕੁੜੀ ਆ ਗਈ, ਸਾਡੇ ਫੀਲਡ ਦੀ ਆ ਗਈ, ਜਾਂ ਉਹ ਕਹਿੰਦੀ ਕਿ ਓਕੇ ਆਈ ਰੀਅਲੀ ਲਵਸ ਯੂ, ਜਾਂ ਮੁੰਡਾ ਕਿ ਰੀਅਲੀ ਲਵਸ ਯੂ, ਹੈ ਨਾ। ਉਹ ਈਗੋ ਕਲੈਸ਼ ਹੁੰਦੀ ਹੈ ਭਾਜੀ। ਦੇ ਜੋ ਈਗੋ ਕਲੈਸ਼ ਹੁੰਦੀ ਹੈ, ਫਿਰ ਉਹੀ ਤੁਹਾਡੇ ਇੱਕ ਦੂਜੇ ਦੀ ਦੁਸ਼ਮਣ ਬਣ ਜਾਂਦੇ ਹੋ, ਤੁਸੀਂ ਲੜਦੇ ਹੋ। ਤੁਸੀਂ ਉਹ ਟਾਈਮ ਨਹੀਂ ਯਾਦ ਕਰਦੇ ਜੋ ਚੰਗਾ ਗੁਜ਼ਾਰਿਆ ਸੀ, ਤੁਸੀਂ ਮਾੜੇ ਟਾਈਮ ਨੂੰ ਭੰਨਣਾ ਸ਼ੁਰੂ ਕਰ ਦਿੰਦੇ ਹੋ। ਅਗਰ ਪਾਗਲ ਲੋਕੋ ਉਸ ਚੰਗੇ ਟਾਈਮ 'ਚ ਨਹੀਂ, ਜਿਹੜੇ ਇਨਸਾਨ ਨੇ ਬੁਰਾ ਕੀਤਾ, ਤੁਸੀਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਹੁਣ ਤੁਹਾਡਾ ਮਾੜਾ ਕਰੂਗਾ। ਉਹ ਤੁਹਾਡੇ ਵੱਲ ਹੀ ਆ। ਤੁਹਾਡਾ ਟਾਈਮ ਥੋੜ੍ਹਾ ਖਰਾਬ ਚੱਲਦਾ ਹੈ, ਇੱਦਾਂ ਨਾ ਸੋਚੋ। ਹੀ ਇਜ਼ ਆਲਰੇਡੀ ਯੋਰ ਸਾਈਡ। ਅੱਜ ਵੀ ਉਹ ਇਨਸਾਨ ਤੁਹਾਡੇ ਲਈ ਦੁਆ ਹੀ ਮੰਗਦਾ ਹੋਊਗਾ ਕਿ ਚੱਲ ਕੋਈ ਨਹੀਂ। ਤਾਂ ਕਰਕੇ ਆ ਭਾਜੀ, ਇਸ ਲਾਈਨ 'ਚ ਰਸਤੇ ਨਹੀਂ ਹੋਣੇ ਚਾਹੀਦੇ। ਜੇ ਐਂਡ ਦਾ ਹੀ ਹੋ ਗਿਆ, ਜਿੱਥੇ ਬੰਦਾ ਇੱਕ ਵਾਰ ਹੁੰਦਾ ਨਾ, ਹੱਥ ਹੀ ਖੜੇ ਹੋ ਜਾਂਦੇ ਨੇ, ਤਾਂ ਮੇਰੇ ਹੋਏ ਸੀ ਕਿ ਆਮ ਡਨ। ਫਿਰ ਤੁਸੀਂ ਭੁੱਲ ਜਾਓ ਕਿ ਕਰੀਅਰ ਵਰੀਅਰ ਇਹ ਉਹ, ਹੈ ਨਾ। ਲੇਕਿਨ ਈਗੋ ਕਲੈਸ਼ ਹੋ ਜਾਂਦੀ ਭਾਜੀ, ਬਹੁਤ ਈਗੋ ਕਲੈਸ਼ ਹੋ ਜਾਂਦੀ। ਫਿਰ ਜਦੋਂ ਆਪਣੀ ਇੰਡੀਅਨ ਮੈਂਟੈਲਿਟੀ ਹੈਗੀ ਆ ਮੈਕਸੀਮਮ, ਚਾਹੇ ਆਪਾਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋ ਜਾਈਏ, ਅਤੇ ਅਗਰ ਸਾਡੀ ਵਾਈਫ ਆ, ਜਦੋਂ ਹੁਣ ਆਪਾਂ ਜਿੱਥੇ ਮਰਜ਼ੀ ਜਾਈਏ ਜਾਂ ਪਾਰਟੀ ਜਾ ਰਹੇ, ਅਗਰ ਉਹ ਇੰਨਾ ਓਪਨ ਲਿਖਦੇ ਜਾਂਦੀ ਹੈ, ਕਿਤੇ ਨਾ ਕਿਤੇ ਸਾਨੂੰ ਹੋ ਜਾਂਦਾ, ਸਾਡੇ ਦਿਮਾਗ 'ਚ ਉਹ ਆ ਹੀ ਜਾਣਾ, ਹਸਬੈਂਡ ਵਾਲਾ ਕੁਐਸਚਨ ਆ ਜਾਂਦਾ ਭਾਜੀ। ਘਰੋਂ ਆਣਾ, ਅੱਛਾ ਠੀਕ ਹੈ, ਭਾਵੇਂ नॉर्मली कहिए पर गुस्से ना कहिए, अच्छा वैसे तो सब ठीक है, बड़ी हंस के बात कर रही थी, अरे भाई हंसी है वो, आप भी तो साथ में ही थे। ਜਿਹੜੇ ਬੰਦੇ ਨੇ ਗਲਤ ਹੋਣਾ ਨਾ ਭਾਜੀ, ਉਹਨੂੰ ਡਿਸਟੈਂਸ ਦੀ ਲੋੜ ਹੈ ਨਹੀਂ ਗੀ। ਮੁੰਡਾ ਆ, ਉਹਨੇ ਕਹਿਣਾ ਕਿ ਮੈਂ ਯਾਰ ਜਸਟ ਹੁਣ ਕਿਤੇ ਡਿਨਰ ਕਰਕੇ ਆਇਆ, ਉਹ ਗਲਤ ਹੋ ਕੇ ਆ ਜਾਊਗਾ। ਕੁੜੀ ਨੇ ਗਲਤ ਹੋਣਾ, ਗਲਤ ਹੋ ਕੇ ਆ ਜਾਊਗੀ। ਉਹਨੂੰ ਉਹ ਨਹੀਂ ਰੋਕ ਸਕਦੀ। ਇਫ ਇਟਸ ਰਿਲੇਸ਼ਨ ਦੈਨ ਯੂ ਸ਼ੁਡ ਟਰਸਟ। ਇਫ ਇਜ਼ ਨੋਟ ਟਰਸਟ ਦੈਨ ਉਹਨੂੰ ਆਈ ਲਵ ਯੂ ਦਾ ਟੈਗ ਨਾ ਦਿਓ, ਰਸਤੇ ਦਾ ਟੈਗ ਨਾ ਦਿਓ। ਓਕੇ ਇਸ ਓਪਨ ਰਿਲੇਸ਼ਨਸ਼ਿਪ, ਜਿੱਦਾਂ ਬਾਹਰਲੇ ਕਹਿੰਦੇ ਨੇ ਇੱਕ ਓਪਨ ਰਿਲੇਸ਼ਨਸ਼ਿਪ ਹੁੰਦਾ, ਕਿੰਨੇ 3-4 ਹੁੰਦੇ, ਸਾਨੂੰ ਤਾਂ ਪਤਾ ਵੀ ਨਹੀਂ ਨਾ ਗੱਲਾਂ ਦਾ, ਯੂ ਨੋ। ਲਾਈਫ ਜਿੱਦਾਂ ਤੁਸੀਂ ਦੱਸ ਰਹੇ ਹੋ ਨਾ, ਜਿੱਦਾਂ ਦੀ ਆ ਰਹੀ ਹੈ ਉੱਦਾਂ ਦੀ ਮੂਵੀ ਬਣਾ ਰਹੇ ਹੋ। ਦੇਖੋ ਐਲਜ਼ਾਈਮਰ ਬਿਮਾਰੀਆਂ, ਠੀਕ ਹੈ, ਪੁਰਨਾ ਫਾਦਰ ਡਾਟਰ ਦਾ ਰਿਲੇਸ਼ਨ ਜਿਹੜਾ ਤੁਹਾਡੇ ਆਪ ਦਾ ਚੱਲ ਰਿਹਾ, ਆਦਮਖੋਰ ਜਿੱਦਾਂ ਹੁਣ। ਮੈਂ ਤੁਹਾਨੂੰ ਦੱਸਦਾ, ਅੰਮ੍ਰਿਤ ਹੈ ਨਾ, ਉਹ ਕਾਰਡ ਜਿਹਾ ਨਹੀਂ ਅੱਜ ਕੱਲ੍ਹ ਚੱਲਿਆ, ਕਿ ਕਾਰਡ ਜਿਹਾ ਦੇਖ ਕੇ ਰੀਡਿੰਗ ਕਰ ਦਿੰਦੇ ਆ। ਹਾਂਜੀ, ਟੈਰੋ ਕਾਰਡ ਰੀਡਰ। हाँ, ਮੈਨੂੰ ਕਹਿੰਦੀ कि अप्रैल में तेरे लाइफ में कोई नई एंट्री होने वाली है। मैं क्या अमृत है ना, मेरे है ना, मैं अपनी राशि भी देखता हूँ, उसमें किसी का मर्डर लिखा हुआ है, मेरे को तेरा ही होना चाहिए तुम्हारे। तो काम यार, ਤੁਹਾਨੂੰ ਇੰਨਾ ਸਟਰੋਂਗ ਬਿਲੀਵ ਹੈ ਕਿ ਕੋਈ ਨਹੀਂ ਆ ਸਕਦਾ ਹੁਣ ਦੁਬਾਰਾ ਲਾਈਫ 'ਚ? नहीं भाई, लव इज नॉट फॉर मी, लव इज नॉट फॉर मी, इज वर्क फॉर मी। प्यार है यार दोस्तों, प्यार है। ਇੱਕ ਮੈਂ ਅੱਜ ਇੰਸਟਾਗ੍ਰਾਮ ਤੇ ਲਾਈਨ ਪੜ੍ਹੀ ਕਿ ਜਿਵੇਂ ਇੱਕ ਤਾਂ ਕੋਈ ਕੰਮ 'ਚ ਸਕੂਨ ਲੱਭ ਲੈਂਦਾ ਹੈ ਨਾ,
ਵੈਲੈਂਟਾਈਨਸ ਤੇ ਹੀ ਸੀਗੀ। ਬੜੀ ਸੋਹਣੀ ਉਹਨੇ ਲਾਈਨ ਲਿਖੀ ਹੋਈ ਸੀ, ਕਹਿੰਦੇ ਕੁਛ ਲੋग गुलाब का ही इंतजार करते रह गए और हमने एक बेलपत्र चढ़ाकर सुकून ले लिया। ਤੇ ਕੋਈ ਕੰਮ ਵਿੱਚ ਸਕੂਨ ਲੱਭ ਲੈਂਦਾ, ਕੋਈ ਰੱਬ 'ਚ ਲੱਭ ਲੈਂਦਾ। ਸਕੂਨ ਤਾਂ ਮਿਲ ਹੀ ਜਾਂਦਾ, ਲੱਭਣ ਦੀ ਗੱਲ ਹੈ। ਐਗਜ਼ੈਕਟਲੀ। ਕਿੰਨੀ ਸੋਹਣੀ ਲਾਈਨ ਹੈ ਨਾ। ਤੁਸੀਂ ਏਦਾਂ ਲਿਖ ਸਕਦੇ ਹੋ ਨਾ ਕਿ ਹਮ ਕੁਛ ਲੋग गुलाब का इंतजार करते रह गए, हमने मूवी रिलीज करके हमने पॉपकॉर्न खा के सुकून ढूंढ लिया, पॉपकॉर्न खिला के सुकून ढूंढ ਸਹੀ लिया। ਗੱਲ ਹੈ ਜੀ। ਨਹੀਂ ਨਹੀਂ, ਕੰਮ ਭਾਜੀ ਕੰਮ ਵਾਲਾ ਜਦੋਂ ਨਾ ਤੁਹਾਨੂੰ ਇੱਕ ਵਾਰੀ ਕੰਮ ਦਾ ਉਹ ਲੱਗ ਜਾਂਦੀ ਆ, ਲੱਤ ਲੱਗ ਜਾਂਦੀ ਆ ਭਾਜੀ, ਤੁਹਾਡਾ ਧਿਆਨ ਹੀ ਨਹੀਂ ਜਾਂਦਾ ਵੈਸੇ ਜਿਵੇਂ ਤੁਸੀਂ ਇੰਨਾ ਸਾਰਾ ਟਾਈਮ ਕੰਮ 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 ਕਰਦੇ ਹੋ, ਜੀ। ਮੰਨ ਲਓ ਕੰਮ ਨਹੀਂ ਕਰ ਰਹੇ, ਉਦੋਂ ਸਕੂਨ ਹੈ? ਨਹੀਂ, ਉਦੋਂ ਤਾਂ ਮੈਂ ਬੇਸਕੂਨਾ ਹੋ ਜਾਂਦਾ ਜੀ। ਮੈਂ ਬ੍ਰੇਨ ਨੂੰ ਨਾ ਵਿਹਲਾ ਨਹੀਂ ਰਹਿਣ ਦਿੰਦਾ ਕਿ ਸਮ ਪਾਸਟ ਥਿੰਗਸ ਡਿਸਟਰਬ ਮੀ। ਸੋ ਮੈਂ ਕੰਮ 'ਚ ਇੰਨਾ ਬਿਜ਼ੀ ਕਰਤਾ ਕਿ ਮੈਨੂੰ ਵੇਲ ਹੀ ਨਾ ਮਿਲੇ। ਦੂਸਰਾ, ਮੈਂ ਪਿਆਰ ਬਹੁਤ ਕਰਦਾ ਕਿ ਜਿੰਨੇ ਸਾਲ ਮੈਂ ਕੰਮ ਨਹੀਂ ਕੀਤਾ ਉਹ ਮੈਂ ਸਭ ਕੰਮ ਕਰੀ ਜਾਂਦਾ। ਮੈਂ ਵਿਹਲਾ ਹੁੰਦਾ, ਮੈਨੂੰ ਇੱਦਾਂ ਲੱਗਣ ਲੱਗ ਪੈਂਦਾ ਕਿ ਜ਼ਿੰਦਗੀ ਅੱਜ ਮੈਂ ਕੁਛ ਨਹੀਂ ਕੀਤਾ ਦਿਨ 'ਚ। ਮੈਨੂੰ ਇਹ ਹੁੰਦਾ ਕਿ ਯਾਰ ਮੈਂ ਰੋਟੀ ਵੀ ਖਾ ਰਿਹਾ ਐਂਡ ਮੈਂ ਅੱਜ ਕੀਤਾ ਤਾਂ ਕੁਛ ਹੈ ਨਹੀਂ। ਇਫ ਆਈ ਐਮ ਨਾਟ ਡੂਇੰਗ ਐਕਟਿੰਗ, ਮੈਂ ਕੁਛ ਲਿਖਾਂ, ਮੈਂ ਮਿਊਜ਼ਿਕ ਕਰਾਂ, ਪਰ ਮੈਂ ਕੁਛ ਕਰਾਂ। 24 ਘੰਟੇ ਕੀ ਕਰੋਗੇ ਭਾਜੀ? ਬੈੱਡ 'ਤੇ ਪੈ ਕੇ ਕੀ ਕਰੋਗੇ? ਵਾਟ ਯੂ ਗੋਇੰਗ ਟੂ ਡੂ? ਤੁਸੀਂ ਮੂਵੀ ਦੇਖ ਲਓਗੇ, 1 ਦੇਖ ਸਕਦੇ ਹੋ, 2 ਦੇਖ ਸਕਦੇ ਹੋ, ਫਿਰ ਵੀ ਕਿੰਨਾ ਟਾਈਮ ਹੈ ਤੁਹਾਡੇ ਕੋਲ? ਸੋ ਕੰਮ ਹੀ ਕਰ, ਮੈਂ ਪੂਜਾ ਹੀ ਆ ਇਹ। ਫੋਰ ਐਗਜ਼ਾਮਪਲ ਤੁਹਾਨੂੰ ਲਾਈਫ ਦੇ ਅੰਦਰ ਪਿੱਛੇ ਜਾਣ ਦਾ ਮੌਕਾ ਮਿਲੇ ਦੁਬਾਰਾ, ਹਾਂਜੀ, ਕਿਆ ਚੀਜ਼ ਚੇਂਜ ਕਰਨਾ ਚਾਹੋਗੇ? ਮੈਂ ਤੁਹਾਨੂੰ ਲਾਸਟ ਟਾਈਮ ਇਹੀ ਕਿਹਾ ਸੀ ਹੈ ਨਾ ਕਿ ਮੈਂ ਉਹ ਜਿਹੜਾ ਟਾਈਮ ਵੇਸਟ ਕੀਤਾ ਉਹ ਨਹੀਂ ਕਰੂੰਗਾ। ਟਾਈਮ ਜਿਹੜਾ ਮੈਂ ਵੇਸਟ ਕੀਤਾ ਐਂਡ ਜਾਣੇ ਅਣਜਾਣੇ 'ਚ ਗਲਤੀ ਜਿਹਦੀ ਮਰਜ਼ੀ ਹੋਵੇ, ਜਿਵੇਂ ਕਿ ਇਹਨੂੰ ਹਰਟ ਕੀਤਾ, ਮੈਨੂੰ ਸੌਰੀ ਕਹਿਣਾ ਚਾਹੁੰਦਾ ਕਿ ਕਿਸੇ ਐਂਡ 'ਤੇ ਆ ਕੇ ਜਿਹੜੀਆਂ ਚੀਜ਼ਾਂ ਵਾਈਂਡ ਅਪ ਹੋਈਆਂ ਉਹ ਗਲਤ ਤਰੀਕੇ ਨਾਲ ਹੋਈਆਂ ਹੋਣਗੀਆਂ, ਉਹਨਾਂ ਨੂੰ ਮੈਂ ਕਲੀਨ ਵੇ ਨਾਲ ਸੈਪਰੇਟ ਕਰਕੇ ਸ਼ਾਂਤ ਕਰਨਾ ਚਾਹੁੰਦਾ। ਕੋਈ ਵੀ ਰਿਸ਼ਤਾ ਭਾਜੀ ਜ਼ਿੰਦਗੀ ਦੇ ਵਿੱਚ ਇੱਦਾਂ ਤੋੜੋ ਕਿ ਕਈ ਵਾਰ ਆਪਾਂ ਰਿਸ਼ਤੇ 'ਚ ਹੋਈ ਜਾ, ਉਸ ਤੋਂ ਬਾਅਦ ਅਗਰ ਆਪਾਂ ਕਿਸੇ ਨਾਲ ਗੱਲ ਕਰਦੇ ਹੋ, ਪਾਪ ਨਹੀਂ ਹੈਗਾ। ਕਿ ਕਹਿੰਦੇ ਨਾ ਕਿ ਆਪਾਂ ਫਰੈਂਡ ਹੀ ਨਹੀਂ ਬਣ ਸਕਦੇ ਦੁਬਾਰਾ ਜੀ, ਅਗਰ ਪਿਆਰ ਖਤਮ ਹੋ ਗਿਆ ਫਰੈਂਡ ਹੀ ਨਹੀਂ ਬਣ ਸਕਦੇ। ਲੇਕਿਨ ਅਗਰ ਤੁਸੀਂ ਉਹ ਇਨਸਾਨ ਦੀ ਪਰਖਿਆ ਹੁੰਦਾ, ਉਹ ਤੁਹਾਡਾ ਕਦੇ ਬੁਰਾ ਨਹੀਂ ਸੋਚੂਗਾ, ਉਹ ਤੁਹਾਨੂੰ ਸਹੀ ਸਲਾਹ ਹੀ ਦੇਊਗਾ। ਕੋਈ ਚੀਜ਼ਾਂ ਪਾਸ ਦੀਆਂ ਅਗਰ ਮੈਂ ਕੀਤਾ, ਪਹਿਲੀ ਗੱਲ ਤਾਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਮੈਂ ਸੱਚ ਬੋਲਦਾ, ਮੈਂ ਝੂਠ ਨਹੀਂ ਬੋਲਦਾ ਕਦੇ, ਮੈਂ ਫੇਕ ਪ੍ਰੋਮਿਸ ਨਹੀਂ ਕਰਦਾ ਕਿ ਉਹ ਮੈਂ ਕਲੀਅਰ ਹੁੰਦੀ ਮੇਰੀ ਲਾਈਫ। ਸੋ ਆਈ ਵਾਂਟ ਟੂ ਸੇ ਸੌਰੀ, ਹੈ ਨਾ, ਆਈ ਵਾਂਟ ਟੂ ਫਿਕਸ ਇਟ ਦੈਟ। ਜਿਹੜਾ ਟਾਈਮ ਵੇਸਟ ਹੋਇਆ ਆ ਜਿਹੜੇ ਅੱਜ ਆਪਾਂ ਗੱਲ ਕਰ ਰਹੇ ਹਾਂ, ਉਹ ਆਪਾਂ ਫਿਲਮਾਂ ਉਦੋਂ ਦੇ ਅਗਰ ਕਰਦੇ ਹੁੰਦੇ, ਉਹਨੂੰ ਕਿੰਨੀਆਂ ਵੱਖਰੀਆਂ ਫਿਲਮਾਂ ਲੈ ਕੇ ਆ ਜਾਣੀਆਂ ਸੀ। ਉਹ ਚੀਜ਼ਾਂ ਮੈਂ ਫਿਕਸ ਕਰਨਾ ਚਾਹੁੰਦਾ, ਮੈਂ ਟਾਈਮ ਵੇਸਟ ਕੀਤਾ ਅਤੇ ਜਾਂ ਮੈਂ ਜਾਣੇ ਕਿਸੇ ਨੂੰ ਵੀ ਹਰਟ ਕੀਤਾ ਭਾਜੀ, ਆਮ ਸੌਰੀ। ਭਾਜੀ ਜਿਵੇਂ ਤੁਸੀਂ ਕਿਹਾ ਕਿ ਜਦੋਂ ਕੰਮ ਨਹੀਂ ਹੈ ਉਦੋਂ ਤੁਹਾਨੂੰ ਚੀਜ਼ਾਂ ਹਰਟ ਕਰਦੀਆਂ ਜਾਂ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ, ਤਾਂ ਇਹ ਤਾਂ ਇੱਕ ਉਹ ਹੈ ਕਿ ਐਸਕੇਪ। ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਆਪਣੇ ਆਪ 'ਤੇ ਵਰਕ ਕਰਨਾ ਚਾਹੀਦਾ ਕਿ ਕੰਮ ਹੋਵੇ ਨਾ ਹੋਵੇ, ਦਿਸ ਥਿੰਗ ਮਤਲਬ ਕੋਈ ਵੀ ਚੀਜ਼ ਹੋਵੇ ਨਾ ਹੋਵੇ, ਐਜ਼ ਅ ਹਿਊਮਨ ਆਪਣਾ ਨੇਚਰ ਤਾਂ ਇਹੀ ਹੋਣਾ ਚਾਹੀਦਾ ਨਾ ਕਿ ਆਪਾਂ ਨੂੰ ਖੁਸ਼ ਹੀ ਹੋਣਾ ਚਾਹੀਦਾ ਆਪਾਂ ਨੂੰ। ਹੁਣ ਜਿਵੇਂ ਛੋਟੇ ਬੱਚੇ ਹੁੰਦੇ, ਉਹਨਾਂ ਕੋਲ ਤਾਂ ਕੁਛ ਵੀ ਨਹੀਂ ਹੁੰਦਾ, ਕਿੰਨੇ ਟਾਈਮ ਤੱਕ, ਕੁਛ ਏਜ ਤੱਕ ਉਹਨਾਂ ਨੂੰ ਬਸ ਰੋਟੀ ਮਿਲੀ ਜਾਂਦੀ ਹੈ, ਉਹ ਖੁਸ਼ ਹੈ। ਕਿਸੇ ਨੇ ਹਰਟ ਵੀ ਕਰਤਾ, ਅਸੀਂ ਵੀ ਮਾਂ ਬਾਪ ਵੀ ਥੱਪੜ ਲਾ ਦਿੰਦੇ ਹਾਂ, ਯਾਰ ਦੋਸਤ ਵੀ, ਫਿਰ ਉੱਦਾਂ ਦੀ ਕੋਈ ਚੀਜ਼ ਨਹੀਂ। ਤਾਂ ਉਹ ਆਪਣਾ ਬੇਸਿਕ ਨੇਚਰ ਹੈ, ਉਹ ਆਪਾਂ ਵਿਦ ਟਾਈਮ ਭੁੱਲ ਜਾਂਦੇ ਹਾਂ। ਤੇ ਤੁਹਾਨੂੰ ਕਦੇ ਇੱਦਾਂ ਲੱਗਿਆ ਕਿ ਆਪਣੇ ਆਪ 'ਤੇ ਵਰਕ ਕਰਨਾ ਚਾਹੀਦਾ ਹੈ? ਹਾਂਜੀ, ਕਿਉਂਕਿ ਜਿਹੜਾ ਬੱਚਾ ਹੈ ਨਾ ਉਹ ਰੱਬ ਦਾ ਰੂਪ ਆ। ਉਹਦੇ ਬ੍ਰੇਨ 'ਚ ਇੰਨੀ ਉਹ ਤੱਕ ਕੁਛ ਨਹੀਂ ਹੁੰਦਾ, ਨਾ ਅਹੰਕਾਰ, ਪਮੰਡ, ਹੇਰਾ ਫੇਰੀ, ਲਾਲਚ, ਕੁਛ ਨਹੀਂ ਹੁੰਦਾ। ਉਹ ਐਨ ਕਲੀਨ ਆ, ਹੈਪੀ ਆ, ਨਾ ਤਾਂ ਉਹਨੇ ਕਿਸੇ ਦਾ ਬੁਰਾ ਕੀਤਾ ਨਾ ਉਹਨੇ। ਲੇਕਿਨ ਇਹ ਚੀਜ਼ 100% ਆ ਕਿ 24 ਘੰਟੇ ਕੰਮ ਆ, ਬੰਦਾ ਸਕੂਨ ਆ ਕਿ ਇਕੱਲਾ ਵੀ ਬੈਠਾ। ਕਈ ਵਾਰ ਇਹ ਵੀ ਹੁੰਦਾ ਕਿ ਤੁਸੀਂ ਇਕੱਲਾ 1 ਘੰਟੇ ਬੈਠੇ ਹੋ ਐਂਡ ਯੂ ਡੋਂਟ ਵਾਂਟ ਟੂ ਟਾਕ ਟੂ ਐਨੀਬਡੀ, ਜਸਟ ਯੂ ਸ਼ੁਡ ਬੀ ਹੈਪੀ। ਆਈ ਐਮ ਵਰਕਿੰਗ ਔਨ ਇਟ। ਕਈ ਵਾਰੀ ਨਾ ਮੈਨੂੰ ਲੱਗਦਾ ਹੁੰਦਾ ਕਿ ਲਾਈਕ ਸਮ ਟਾਈਮ ਮੈਂ ਇੰਨਾ ਕੰਮ ਕਰਦਾ, ਮੈਂ ਵੀ ਅਗਰੈਸਿਵ, ਮੈਂ ਕਾਹਲਾ ਬਹੁਤ ਪੈਂਦਾ। ਮੇਰੀ ਪ੍ਰੋਬਲਮ ਆ। ਮੇਰਾ ਯਾਰ ਦੋਸਤ ਆ ਥਾਂਦੀ ਭਾਜੀ ਸਵਾਮੀ, ਇਹ ਮੈਨੂੰ ਕਹਿੰਦੇ ਹੁੰਦੇ ਕਿ ਭਾਜੀ ਤੂੰ ਕਾਹਲਾ ਬਹੁਤ ਪੈਂਦਾ। ਹੁਣ ਉਹਨਾਂ ਨੂੰ ਮੇਰਾ ਕਾਲਾ ਪੈਣ ਦਾ ਇਹ ਮਤਲਬ ਹੁੰਦਾ ਕਿ ਆਈ ਡੋਂਟ ਵਾਂਟ ਟੂ ਵੇਸਟ ਅ ਟਾਈਮ, ਮੇਰੇ ਗੇੜੇ ਬਹੁਤ ਫਾਸਟ ਆ। ਉਹਨਾਂ ਦਾ ਹੁੰਦਾ ਕਿ ਹੌਲੀ ਕਰੋ, ਪੁਆਇੰਟ ਆਫ ਦੋਨੋਂ ਹੀ ਸਹੀ ਆ। ਮੇਰੀ ਨੇਚਰ ਜਿਹੜੀ ਹੈਗੀ ਆ, ਅਗਰ ਤੁਸੀਂ ਮੈਨੂੰ ਕੰਟਰੋਲ ਕਰੋਗੇ ਮੈਂ ਭੱਜ ਜਾਣਾ। ਮੇਰੇ ਨੈਗੇਟਿਵ ਥੋਟਸ ਚੱਲਣੇ ਸ਼ੁਰੂ ਹੋ ਜਾਂਦੇ ਆ ਕਿ ਇਹ ਬੰਦਾ ਮੈਨੂੰ ਅੰਡਰਸਟੈਂਡ ਨਹੀਂ ਕਰ ਰਿਹਾ। ਉਹ ਗਲਤ ਨਹੀਂ ਹੈਗੀ, ਮੈਨੂੰ ਆਪਣੀਆਂ ਕਮੀਆਂ ਨਹੀਂ ਦੱਸਦੀਆਂ। ਹਮੇਸ਼ਾ ਇਨਸਾਨ ਨੂੰ ਆਪਣਾ ਲੱਗਦਾ ਕਿ ਮੈਂ ਤੇ ਬਹੁਤ ਵਧੀਆ ਆ। ਯਾਰ ਦੋਸਤ ਦੇ ਸਕਦਾ ਵੀ ਕੀ ਆ, ਉਹ ਕਿਹੜਾ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ। ਉਹ ਮੈਂ ਆਪਣੀ ਨੇਚਰ ਦੱਸਦਾ ਕਿ ਮੈਂ ਇੰਨਾ ਟਰਾਮਾ ਬੈਠ ਰਹੇ ਨੇ ਕਿ ਆਈ ਐਮ ਸਕੇਅਰਡ,
ਜਦੋਂ ਮੇਰੀ ਕੋਈ ਗੱਲ ਹੁੰਦੀ ਕਿ ਮੈਂ ਕੋਈ ਐਕਸਪਲੇਨ ਕਰਨਾ ਚਾਹੁੰਦਾ, ਮੈਨੂੰ ਹੁੰਦਾ ਕਿ ਯਾਰ ਇਹਨੂੰ ਫੇਕ ਕਹਿਣਾ ਨੇ ਫੇਰ ਲੜ ਪੈਣਾ। ਮੇਰੀ ਨੇਚਰ ਫਾਸਟ ਆ, ਮੈਂ ਹਟ ਹੋਇਆ, ਉਹ ਮੈਂ ਚੇਂਜ ਕਰਨਾ ਚਾਹੁੰਦਾ ਇੱਕ, ਕਿ ਥੋੜਾ ਸਲੋ ਸੋਚੋ ਸਮਝੋ ਟਾਈਮ ਦਿਓ। ਮੈਨੂੰ ਹੁੰਦਾ ਕਿ ਹੁਣ ਗੱਲ ਕੀਤੀ ਆ ਦੇ ਤੇਰੇ ਦੀ ਫੋਨ ਤੇ ਫੋਨ, ਆਹ ਕਰ ਦੋ ਆਹ ਕਰ ਦੋ ਆਹ ਕਰ ਦੋ, ਹੋ ਜਾਣਾ। ਫਿਰ ਵੀ ਉਹ ਸਹਿੰਦੇ ਨੇ ਮੈਨੂੰ। ਆਈ ਵਾਂਟ ਟੂ ਚੇਂਜ, ਲਿਟਲ ਬਿਟ ਰਿਲੈਕਸ, ਪੇਸ਼ੈਂਸ, ਹੈ ਨਾ। ਸੋ ਮੈਨੂੰ ਪਤਾ ਜਿਹੜੀਆਂ ਮੇਰੀਆਂ ਕਮੀਆਂ ਹੈ ਉਹ ਦੂਰ ਕਰਨਾ ਚਾਹੁੰਦਾ ਮੈਂ ਨੇਚਰ ਵਾਈਜ਼। ਪੂਰੀ ਮੂਵੀਜ਼ ਸ਼ੂਟ ਦੇ ਦੌਰਾਨ ਦਾ ਤੁਹਾਨੂੰ ਕੋਈ ਇਮੋਸ਼ਨਲ ਜਾਂ ਹੈ ਫਨੀ ਸੀਨ ਯਾਦ ਹੈ? ਸੋ ਪੂਰਨਾ ਮੂਵੀ ਦਾ ਇੱਕ ਜਿਹੜੀ ਮੇਰੀ ਡਾਟਰ ਬਣੀ ਆ, ਮੈਂ ਥੋੜ੍ਹਾ ਜਿਹਾ ਆਰਟਿਸਟ ਬਾਰੇ ਵੀ ਦੱਸਦਾ ਵੀ ਉਹਨਾਂ ਨੇ ਸਭ ਨੇ ਬਹੁਤ ਮਿਹਨਤ ਕੀਤੀ। ਸਿਮਰਨ ਜਿਨ੍ਹਾਂ ਨੇ ਮੇਰੀ ਡਾਟਰ ਦਾ ਰੋਲ ਕੀਤਾ ਹੈ, ਮੇਰੀ ਡਾਟਰ ਬਣੇ ਹੋਏ ਨੇ ਇਹਦੇ ਵਿੱਚ, ਅਤੇ ਅੰਮ੍ਰਿਤ ਉਹਨੇ ਮੇਰੀ ਗਰਲਫ੍ਰੈਂਡ ਦਾ ਰੋਲ ਕੀਤਾ ਹੋਇਆ ਆ। ਨੈਨਾ ਜੀ ਨੇ ਉਹਨਾਂ ਨੇ ਮੇਰੀ ਵਾਈਫ ਦਾ ਰੋਲ ਕੀਤਾ ਹੋਇਆ ਆ। ਕੁੱਕੂ ਭਾਜੀ ਨੇ ਉਹਨਾਂ ਨੇ ਅੰਟੂ ਭਈਆ ਦਾ ਰੋਲ ਕੀਤਾ ਹੋਇਆ ਆ। ਸੋ ਇਹ ਸਾਰੇ ਆਰਟਿਸਟ ਜਿਹੜੇ ਆ, ਇੱਕ ਡਾਕਟਰ ਨੇ, ਇੱਕ ਪ੍ਰਿੰਸ ਆ। ਸੋ ਇੱਕ ਸੀਨ ਦੱਸਦਾ ਮੈਂ, ਸਾਰੇ ਆਰਟਿਸਟ ਨੇ ਬਹੁਤ ਚੰਗਾ ਕੰਮ ਕੀਤਾ, ਬਹੁਤ ਚੰਗਾ। ਉਹ ਦਿਖ ਰਿਹਾ ਭਾਜੀ ਟ੍ਰੇਲਰ 'ਚ ਵੀ, ਟ੍ਰੇਲਰ ਤੁਸੀਂ ਦੇਖ ਲਿਆ ਨਾ ਭਾਜੀ। ਟ੍ਰੇਲਰ ਤੋਂ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੁੰਦਾ, ਮਤਲਬ ਜਿਹੜੀ ਪ੍ਰੋਡਕਸ਼ਨ ਕੁਆਲਿਟੀ ਹੈ ਨਾ, ਹਾਂਜੀ ਬਹੁਤ ਜ਼ਿਆਦਾ ਘੈਂਟ ਹੈ। ਤੁਸੀਂ ਮੈਨੂੰ ਹੁਣੀ BTS ਚੀਜ਼ ਵੀ ਦਿਖਾਈ ਸੀ, ਹੈ ਨਾ, ਆਈ ਥਿੰਕ FX6 ਤੇ ਕੀਤਾ। ਇਹ ਨਹੀਂ ਜੀ, ਇਹ ਐਰੀ ਤੇ ਹੋਇਆ, ਐਰੀ ਤੋਂ ਉਹਦਾ ਕ੍ਰੈਡਿਟ ਜਾਂਦਾ ਸਵਾਮੀ ਨੂੰ ਜੀ, ਜਿਹੜਾ ਮੇਰਾ DOP ਸਵਾਮੀ ਆ। ਬਟ ਬਹੁਤ ਵਧੀਆ ਲੜ ਪੈਂਦਾ ਉੱਥੇ ਮੇਰੇ ਨਾਲ, ਮੈਂ ਇੱਦਾਂ ਹੀ ਕਰੂੰਗਾ, ਉਹ ਆਪਣਾ ਟਿਕਾ ਕੇ ਕਰਦਾ। ਸੋ ਜਿੰਨੀ ਵੀ ਕੁਆਲਿਟੀ ਲਾ ਲਓ, ਲਾਈਟਿੰਗ ਲਾ ਲਓ, ਉਹ ਸਵਾਮੀ ਨੇ ਕੀਤੀ ਹੋਈ ਆ। ਸੋ ਸਾਰਿਆਂ ਨੇ ਦਿਲੋਂ ਕੰਮ ਕੀਤਾ ਜੀ ਇਸ ਫਿਲਮ ਦੇ ਵਿੱਚ। ਇਮੋਸ਼ਨਲ ਇੱਕ ਫਿਲਮ ਆ, ਹੈ ਨਾ। ਐਂਡ ਉਹਦੇ ਵਿੱਚ ਹੈ ਨਾ ਇੱਕ ਸੀਨ ਸੀਗਾ, ਉਹਦੇ 'ਤੇ ਕਾਫੀ ਸੀਨ ਨੇ। ਅਤੇ ਮੇਰੀ ਡਾਟਰ ਆ ਜਿਹੜੀ, ਉਹ ਡਿੱਗ ਪੈਂਦੀ ਹੈ ਅਤੇ ਹਸਪੀਟਲ 'ਚ ਹੁੰਦੀ ਹੈ ਨਾ, ਅਤੇ ਮੇਰੇ ਤੋਂ ਦੇਖਿਆ ਨਹੀਂ ਗਿਆ। ਅਤੇ ਉਹ ਇੱਕ ਸੀਨ ਹੈ ਕਿ ਪਾਪਾ ਰੋਣਾ ਨਹੀਂ, ਅਤੇ ਲੈ ਵੀ ਸਾਡੇ ਹੰਝੂ ਨਹੀਂ ਰੁਕੇ, ਐਂਡ ਸਾਰਾ ਕਰੂ ਰੋ ਰਿਹਾ ਸੀ ਉੱਤੇ, ਕਿਉਂਕਿ ਚੁੱਪ ਹੀ ਨਹੀਂ ਹੋ ਰਿਹਾ ਸੀਗਾ ਕਿ ਜੋ ਮਰਜ਼ੀ ਹੋ ਜੇ। ਮਤਲਬ ਫਾਦਰ ਨੂੰ ਇਹ ਹੁੰਦਾ ਕਿ ਮੈਨੂੰ ਹੋ ਜੇ। ਫਾਦਰ ਹੈ ਨਾ ਜਿਹੜਾ, ਉਹ ਬੋਲ ਬੋਲ ਕੇ ਦੱਸਦਾ ਨਹੀਂ ਹੈਗਾ, ਮੈਂ ਤੇਰੇ ਲਈ ਆਹ ਕੀਤਾ, ਮੈਂ ਉਹ ਕੀਤਾ। ਹੀ ਸਾਇਲੈਂਸ, ਬਟ ਉਹ ਬਹੁਤ ਪਿਆਰ ਕਰਦਾ ਹੈ। ਉਹਦਾ ਬਸ ਚੱਲੇ, ਉਹਨੇ ਕਹਿਣਾ ਕਿ ਰੱਬਾ ਮੈਨੂੰ ਚੱਕ ਲਾ, ਮੈਂ ਆਪਣੀ ਧੀ ਤੇ ਖਰੋਚ ਵੀ ਨਹੀਂ ਦੇਖ ਸਕਦਾ, ਨਹੀਂ ਦੇਖ ਸਕਦਾ। ਉਹ ਸੀਨ ਆ। ਫਿਰ ਉਹ ਸੀਨ ਆ ਕਿ ਜਦੋਂ ਉਹ ਕਹਿੰਦਾ ਕਿ ਆਖਰੀ ਵਾਰ ਮਰਨ ਜਾਂਦਾ, ਆਪਣੀ ਬੇਟੀ ਨੂੰ ਸਟਰੋਂਗ ਕਰਦਾ ਹੈ ਕਿ ਕਹਿੰਦਾ ਬੇਟਾ ਦੇਖ, ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਹੁੰਦਾ। ਦੁਨੀਆ 'ਚ ਬਹੁਤ ਲੋਕੀ ਆਉਣਗੇ, ਬਹੁਤ ਲੋਕ ਹੁੰਦੇ ਆ, ਬਹੁਤ ਰਿਸ਼ਤੇ ਹੁੰਦੇ ਆ, ਪਰ ਉਹ ਰਿਸ਼ਤਿਆਂ ਦੀ ਤੁਹਾਨੂੰ ਪਰਖ ਹੋਣੀ ਚਾਹੀਦੀ ਹੈ। ਕਿਹੜੇ ਰਿਸ਼ਤੇ ਤੁਹਾਡੇ ਲਈ ਚੰਗੇ ਆ, ਕਿਹੜੇ ਮਾੜੇ ਆ, ਹੈ ਨਾ। ਫਿਰ ਇੱਕ ਡਾਇਲੋਗ ਆ ਕਿ ਜਦੋਂ ਉਹ ਕੋਲ ਪੈਸੇ ਕੋਈ ਨਹੀਂ ਬਚਦੇ, ਅਤੇ ਉਹ ਕਹਿੰਦੀ ਪਾਪਾ ਤੁਸੀਂ ਹੀਰੋ ਹੋ। ਕਹਿੰਦੇ ਵੀ ਤੇਰੇ ਪੇ ਨੂੰ ਤੇ ਗਰੀਬੀ ਨੇ ਮਾਰ ਲਿਆ ਪੁੱਤ, ਤੇਰਾ ਹੀਰੋ ਹਾਰ ਗਿਆ। ਉਹ ਕਹਿੰਦੇ ਨਹੀਂ ਪਾਪਾ, ਧੀਆਂ ਦੇ ਹੀਰੋ ਕਦੇ ਨਹੀਂ ਹਾਰਦੇ। ਸੋ ਵੈਰੀ ਇਮੋਸ਼ਨਲ ਮੂਵੀ ਹੈ ਨਾ। ਐਂਡ ਐਨੀ ਅਭੀ ਆਪਾਂ ਸਾਰੇ ਹੀ ਹਾਂ, ਭੈਣ ਬੈਠੀ ਆ, ਫਾਦਰ ਸਾਹਿਬ ਨੂੰ ਅਟੈਚਮੈਂਟ ਤੁਹਾਡੀ ਬਹੁਤ ਹੋਣੀ ਹੈ, ਹੈ ਨਾ। ਬਿਲਕੁਲ। ਐਂਡ ਤੁਹਾਡੀ ਸਿਸਟਰਸ ਹੋਣੀਆਂ ਨੇ, ਉਹ ਜ਼ਿਆਦਾ ਕਰਦੀਆਂ ਨੇ। ਐਨੀ ਡਾਟਰਸ ਉਹਨਾਂ ਲਈ ਬਹੁਤ ਆ, ਜਿਹੜੇ ਡਾਟਰਸ ਨੇ। ਆਮ ਮੂਵੀ ਆ, ਇਹ ਨਹੀਂ ਕਿ ਮੈਂ ਰਿਚ ਕਰਦਾ ਹੋ ਨਾ, ਆਮ ਐਂਡ ਗਰਾਊਂਡ ਲੈਵਲ ਦੀ ਮੈਂ ਦਿਖਾਇਆ ਕਿ ਫਾਦਰ ਸਾਰਿਆਂ ਲਈ ਆ। ਇਹ ਨਹੀਂ ਕਿ ਤੁਹਾਡੇ ਕੋਲ ਬਹੁਤ ਪੈਸਾ ਆਇਆ ਅਤੇ ਉਹਨਾਂ ਦਾ ਫਾਦਰ ਹੀ ਬਹੁਤ ਕਰਦਾ, ਨਹੀਂ। ਐਵਰੀਬਡੀਜ਼, ਇੱਕ ਮਜ਼ਦੂਰ ਵੀ ਆ, ਉਹਦੇ ਲਈ ਵੀ ਉਹਦੀ ਧੀ ਦਾ ਹੀਰੋ ਹੀ ਆ। ਸੋ ਫਾਦਰ ਦੇ ਐਫਰਟ ਨੇ ਭਾਜੀ, ਉਹਦੀ ਧੀ ਦੀ ਬੌਂਡਿੰਗ ਦਿਖਾਈ ਆ। ਐਂਡ ਇੱਕ ਦਿਖਾਇਆ ਉਹਦੀ ਮੋਟੀਵੇਸ਼ਨ, ਕੁਛ ਵੀ ਦੁਨੀਆ 'ਤੇ ਹੋ ਜੇ, ਨੈਵਰ ਗਿਵ ਅਪ। ਭਾਜੀ ਤੁਸੀਂ ਵਿੱਚ ਇੱਕ ਸਟਾਰਟਿੰਗ 'ਚ ਗੱਲ ਕਹਿ ਰਹੇ ਸੀ ਇਸ ਵਿੱਚ ਕਿ ਬਸ ਇੱਕ ਲਾਸਟ ਤੁਹਾਡਾ ਥੋਟ ਜਾਣਨਾ ਚਾਹ ਰਹੀ ਹਾਂ। ਹਾਂਜੀ। ਕਿ ਫਾਦਰ ਉਹ ਬਹੁਤ ਪਿਆਰ ਕਰਦਾ, ਬਟ ਉਹ ਐਕਸਪ੍ਰੈਸ ਨਹੀਂ ਕਰ ਪਾਉਂਦਾ। ਮੇਲ ਜਨਰਲੀ ਪਿਆਰ ਐਕਸਪ੍ਰੈਸ ਕਰ ਹੀ ਨਹੀਂ ਪਾਉਂਦੇ, ਵੈਦਰ ਇਟਸ ਡਾਟਰ ਔਰ ਸਿਸਟਰ ਔਰ ਵਾਈਫ, ਜ਼ਿਆਦਾ ਇੱਦਾਂ ਕਿਉਂ ਹੈ? ਇਹ ਪਤਾ ਨਹੀਂ, ਮਤਲਬ ਆਈ ਡੋਂਟ ਨੋ, ਆਈ ਡੋਂਟ ਨੋ। ਇਹ ਮੈਨੂੰ ਨਹੀਂ ਸਮਝ ਕਿ ਫਾਦਰ ਕਿਉਂ ਨਹੀਂ ਬੋਲਦਾ, ਅੰਦਰ ਅੰਦਰ ਕਿਉਂ ਪੀ ਜਾਂਦਾ ਆ। ਮਾਂ ਬੋਲ ਦਿੰਦੀ ਨਾ, ਮੰਮੀ ਦਾ ਆਲਰੇਡੀ ਹੁੰਦਾ ਨਾ ਕਿ ਬਹਿ ਧੀਏ ਇੱਧਰ ਰਾਤ ਤੇਰੇ ਪੇ ਨੇ ਆਹ ਕੀਤਾ, ਪਰ ਫਾਦਰ ਦਾ ਆਲਵੇਜ਼ ਹੁੰਦਾ ਕਿ ਬੇਟਾ ਕੋਈ ਨਹੀਂ, ਮੈਂ ਹੂੰ ਨਾ, ਮੈਂ ਹੈਗਾ, ਮੈਂ ਖੜਾ ਤੇਰੇ ਲਈ। ਅੱਜ ਫਿਲਮ ਸੀਨ ਆ, ਬਾਹਰ ਅੰਦਰ ਨਹੀਂ ਵੜਨ ਦਿੰਦੇ ਉਹਦਾ ਹੁਲੀਆ ਦੇਖ ਕੇ, ਕਹਿੰਦਾ ਬੇਟਾ ਮੈਂ ਬਾਹਰ ਖੜਾ ਨਾ, ਕਹਿੰਦੇ ਪਾਪਾ ਬੋਲਤੇ ਕਿਉਂ ਨਹੀਂ ਹੋ ਕभी ਵੀ? ਕਹਿੰਦਾ ਪੁੱਤ ਹਰੇਕ ਚੀਜ਼ ਬੋਲ ਕੇ ਥੋੜ੍ਹੀ ਹੁੰਦੀ ਆ। ਸੋ ਫਾਦਰ ਨਹੀਂ ਐਕਸਪ੍ਰੈਸ ਕਰਦੇ, ਉਹਨਾਂ ਦੇ ਇਮੋਸ਼ਨ। ਧੀਆਂ ਨੂੰ ਇੰਨਾ ਕੁ ਜ਼ਿਆਦਾ ਪਾਵਰ ਦਿੱਤੀ ਹੈ ਰੱਬ ਨੇ। ਜਿਹੜੀ ਧੀ ਆ ਨਾ, ਉਹਨੂੰ ਪਤਾ ਹੁੰਦਾ, ਉਹ ਬਹੁਤ ਬੌਂਡਿੰਗ ਹੁੰਦੀ ਹੈ ਧੀਆਂ ਦੀ। ਐਂਡ ਆ ਵੀ ਇੱਕ ਫਰਕ ਸਮਾਜ ਤੋਂ ਜਾਣਾ ਜ਼ਰੂਰ ਚਾਹੀਦਾ ਭੈਣੇ, ਕਿ ਬਹੁਤ ਆਪਣੇ ਆ ਕਿ ਮੁੰਡਾ ਹੀ ਕਰੂਗਾ ਜੀ,
ਫਾਦਰ ਦਾ ਮੁੰਡੇ ਦੀ ਡਿਊਟੀ ਆ ਜੀ ਹੁਣ ਇਸ ਘਰ ਚੋਂ ਧੀ ਵਿਆਹ ਕੇ ਚੱਲ ਗਈ ਆ ਬਸ ਜੀ ਆਪਣੇ ਸਹੁਰੇ ਘਰ ਜਾਵੇ ਕਿਉਂ ਉਹ ਕੁੜੀ ਕਰਕੇ ਸਾਹਮਣੇ ਤੇ ਧੀਆਂ ਆ ਮਾਂ ਪਿਓ ਨੂੰ ਹੱਕ ਲੈਣ ਲਈ ਮੁੰਡੇ ਆ ਜਾਂਦੇ ਨੇ ਰੋਂਗ ਆ ਭਾਜੀ ਧੀਆਂ ਜ਼ਿਆਦਾ ਕਰਦੀਆਂ ਨੇ ਹੱਕ ਨਹੀਂ ਮੰਗਦੀਆਂ ਵਿਚਾਰੀਆਂ ਉਹ ਲੇਕਿਨ ਤੁਸੀਂ ਸੁਣਾਉਣ ਦਾ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਇਹ ਹੁਣ ਤੇਰਾ ਘਰ ਆ ਜੀ ਨਹੀਂ ਕਿਉਂ ਇੱਕ ਘਰ 'ਚ ਜਨਮ ਲਿਆ ਉਹਦੇ ਵੀ ਉਹੀ ਸੁਪਨੇ ਸੀ ਭੈਣਾਂ ਦੇ ਉਹਨਾਂ ਭੈਣਾਂ ਨੇ ਵੀ ਇਕੱਠਿਆਂ ਨੇ ਦੁੱਖ ਸੁੱਖ ਦੇਖੇ ਤੁਹਾਡਾ ਇੰਨਾ ਕੀਤਾ ਛੋਟਾ ਮੈਂ ਛੋਟਾ ਆ ਤੇ ਬਾਅਦ ਧੀਆਂ ਨੂੰ ਸੁਣਾ ਦਿੱਤਾ ਜਾਂਦਾ ਕਿ ਹੁਣ ਤੁਸੀਂ ਆਪਣੇ ਘਰ ਜਾਣਾ ਭਾਈ ਭੈਣਾਂ ਮਾਵਾਂ ਹੀ ਹੁੰਦੀਆਂ ਨੇ ਧੀਆਂ ਮਾਵਾਂ ਹੀ ਹੁੰਦੀਆਂ ਨੇ ਸੋ ਦਿਸ ਆਲ ਅਬਾਊਟ ਦ ਮੂਵੀ ਐਂਡ ਬਾਕੀ ਮੈਂ ਨਹੀਂ ਦੱਸੂਗਾ ਤੁਹਾਨੂੰ ਚੰਗੀ ਲੱਗੇ ਦੇਖ ਲਿਓ ਤੇ ਅਗਲੀ ਮੂਵੀ ਦੱਸ ਦਿਓ ਕਿੱਦਾਂ ਨਾ ਹੋਰ ਬਣਾ ਲਾਂਗੇ ਨਹੀਂ ਚੰਗੀ ਲੱਗੂਗੀ ਤੇ I'm sorry once again. Paji, why sorry? It's a good sign to express emotions, to be Thank you. emotional. So Emotional ਆ ਭਾਜੀ ਬਹੁਤ ਮੂਵੀ ਹੈ ਨਾ ਸੋ ਗਰਾਊਂਡਡ ਆ ਪਸੰਦ ਆਊਗੀ ਹੋਪਫੁਲੀ ਬਿਲਕੁਲ ਸੋ ਪੂਰਨਾ ਰਿਲੀਜ਼ਿੰਗ ਔਨ 19 ਤਰੀਕ ਨੂੰ ਆ ਜੀ 19 ਚਪਾਲ ਤੇ ਹੋ ਰਹੀ ਆ ਔਨ ਚੋਪਾਲ ਜੀ ਦੇਖਣੀ ਜ਼ਰੂਰ ਹੈ ਉਸ ਤੋਂ ਬਾਅਦ ਆਪਣੀ ਫੀਡਬੈਕ ਦੇਣੀ ਹੈ ਹਾਂਜੀ। ਸੋਹਣੀ ਲੱਗੀ ਤੁਹਾਨੂੰ ਕਿੰਨੀ ਸੋਹਣੀ ਲੱਗੀ ਹਾਂਜੀ। ਨਹੀਂ ਲੱਗੀ ਤਾਂ ਕੀ ਨਹੀਂ ਲੱਗਿਆ ਹਾਂਜੀ ਜੋ ਸਾਨੂੰ ਲੱਗਦਾ ਨਹੀਂ ਇਦਾਂ ਕੁਝ ਹੋਏਗਾ ਹਾਂਜੀ। ਬਟ ਪਲੀਜ਼ ਗੋ ਵਾਚ ਪੂਰਨਾ ਪਿੰਦਾ ਔਜਲਾ 뮤직 ਤੁਸੀਂ Instagram। ਆਲਰੇਡੀ ਜਾਣਦੇ ਹੋ ਭਾਜੀ ਨੂੰ ਲੱਗਦਾ ਹੈ ਸ਼ਾਇਦ ਇੰਸਟਾਗ੍ਰam ਤੇ ਘੱਟ ਫੋਲੋਅਰਸ ਹੈ ਬਟ ਵੈਸੇ ਤੁਹਾਨੂੰ ਬਹੁਤ ਲੋਕੀ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਲੋਕੀ ਤਾਂ ਪਿਆਰ ਕਰਦੇ ਨੇ ਤੁਸੀਂ ਕਰਦੇ ਹੋ ਪਿੰਦਾ ਭਾਜੀ ਨੂੰ ਥੋੜਾ ਜਿਹਾ ਪਿਆਰ ਇੰਸਟਾਗ੍ਰam ਤੇ ਫੋਲੋ ਸ਼ੇਅਰ ਦੇ ਬਟਨ ਦਬ ਕੇ ਐਕਸਪ੍ਰੈਸ ਕਰਨਾ ਹੈ ਬਾਪ ਦੀ ਤਰ੍ਹਾਂ ਨਹੀਂ ਹੋਣਾ ਕਿ ਐਕਸਪ੍ਰੈਸ ਨਹੀਂ ਕਰਨਾ ਤੁਸੀਂ ਪਿਆਰ ਕਰਦੇ ਹੋ ਹੈ ਨਾ ਬਟ ਇਹ ਪਿਆਰ ਸੋਸ਼ਲ ਮੀਡੀਆ ਤੇ ਵੀ ਸ਼ੋ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਭਾਜੀ once again ਭਾਜੀ I love you from my heart thank you ਭੈਣੇ ਥੈਂਕ ਯੂ ਸਰ ਲਵ ਯੂ ਟੂ ਭਾਜੀ Wish ਤੇ you the- ਬਾਬਾ ਕਰੇ ਇੱਦਾਂ ਆਪਾਂ ਮਿਲਦੇ ਰਹੀਏ ਬਿਲਕੁਲ ਭਾਜੀ ਐਂ ਤੁਹਾਡੀ ਪੋਡਕਾਸਟ ਤੇ ਮੈਂ ਕਹਿ ਰਿਹਾ ਕਦੇ ਵੀ ਆਵਾਜ਼ ਮਾਰ ਕੇ ਦੇਖਿਓ ਭਾਜੀ ਆਮ ਆਲਵੇਜ਼ ਦੇਅਰ ਫॉर ਯੂ ਬ੍ਰਦਰ ਆਲਵੇਜ਼ ਦੇਅਰ ਫॉर ਯੂ ਇੰਨਾ ਹੀ ਬੋਤੇ Thank ਭਾਜੀ you, ਥੈਂਕ ਯੂ ਸੋ ਮਚ ਥੈਂਕ ਯੂ ਓਕੇ ਭਾਜੀ All the ਲਵ ਯੂ best. ਭਾਜੀ ਲਵ ਯੂ ਟੂ ਬ੍ਰਦਰ ਆਲ ਦਾ ਬੈਸਟ ਫॉर द मूवीज ਭਾਜੀ Thanks, ਹੈ ਨਾ ਫਟਾਫਟ ਕੁਝ ਵੱਡਾ ਕਰੀਏ ਤੇ ਦੁਬਾਰਾ ਫਿਰ ਬੈਠੀਏ ਹੈ ਨਾ ਥੈਂਕ ਯੂ ਭਾਜੀ 100% 100% 100%